ਕਿਹੜੇ ਪਿੰਡ ਵਿਆਹੀ ਹੋਈ ਹੈ ਮਾਂ? ਤਾਜੋ ਪਿੰਡ ਹੈ ਬਰਨਾਲੇ ਜ਼ਿਲ੍ਹੇ 'ਚ ਪੈਂਦਾ ਤਾਜੋ ਪਿੰਡ। ਤੂੰ ਜਾ ਕੇ ਆਈ ਆ? ਚੱਲ ਤਾਜੋ ਪਿੰਡ ਇੱਕ ਤਾਂ ਤੇਰੀ ਇੱਕ ਤਾਂ ਮਾਂ ਗੁੱਡੀ ਨਹੀਂ ਇੱਕ ਮਾਂ ਗੁੱਡੀ ਹੈ ਤਾਜੋ ਉਹ ਢਿੱਲਵੀਂ ਢਿੱਲਵੀਂ ਗੁੱਡੀ ਹਾਂ ਤੇ ਜਿਹੜੀ ਤਾਜੋ ਵਿਆਹੀ ਹੋਈ ਉਹ ਕਿਹੜੀ ਆ ਕੀ ਨਾਂ ਉਹਦਾ? ਉਹ ਮੈਥੋਂ ਛੋਟੀ ਆ ਭੈਣ ਹਾਂ ਕੀ ਨਾਂ? ਕੁੱਕ ਜਿਹੜੀ ਉਹਨਾਂ ਨੂੰ ਭਾਈ ਚੰਦ ਕੇ ਖੇਲਨੇ ਨੇ ਚੰਦ ਕੇ ਵੱਜਦੇ ਨੇ ਪ੍ਰਾਹੁਣੇ ਦਾ ਕੀ ਨਾਮ ਹੈ? ਸੁਖਾ ਸੁਖਾ ਵਾ ਪ੍ਰਾਹੁਣੇ ਦਾ ਨਾਮ ਹਾਂ ਤਾਜੋ ਪਿੰਡ 'ਚ। ਹਾਂ ਸੁਖਾ ਹੀ ਆ ਮੇਰੇ ਮੁੰਡੇ ਦਾ ਦੂਜਾ ਵਾ ਭੈਣ ਦੇ ਘਰ ਵਾਲਾ ਤੁਹਾਡਾ ਉਹਦਾ ਕੀ ਨਾਮ ਆ? ਉਹਨਾਂ ਦਾ ਉਹ ਕਿਹਨਾਂ ਦੇ ਵੱਜਦੇ ਆ? ਉਹਨੇ 70 79 ਹਾਂ ਉਹ ਵੀ ਤਾਜੋ ਪਿੰਡ ਹੀ ਰਹਿੰਦੇ ਆ। ਨਾ ਢਿੱਲਵੀਂ ਢਿੱਲਵੀਂ ਨੇ ਜਿਹੜਾ ਇੱਥੇ ਕੁੜੀ ਵਿਆਹੀ ਹੋਈ ਹੈ ਤੁਹਾਡੀ ਭੈਣ ਜਿਹੜੀ ਵਿਆਹੀ ਹੋਈ ਹੈ ਤਾਜੋ ਪਿੰਡ ਉਹਦਾ ਨਾਮ ਇਹਨੇ 70 ਸੀ ਉਹ ਮਾਰਤਾ ਸੀ ਆ ਜਦੋਂ ਸਾਡੇ ਗੱਲੇ ਉੱਠੇ ਨੇ ਅੱਤਵਾਦ ਦੇ ਟਾਈਮ ਉਹ ਉਹਨਾਂ ਦੀ ਮਦਦ ਕਰਦਾ ਸੀ ਅੱਛਾ ਉਹ ਮਾਰਤਾ ਜੋ ਜੀਜਾ ਤੁਹਾਡਾ ਹਾਂ ਅਸੀਂ ਤਾਂ ਐਂ ਕਹਿੰਦੇ ਜੀ ਅਸੀਂ ਉਹਨਾਂ ਵੀ ਨਹੀਂ ਦੇਤੇ ਸਾਰੇ ਰਿਸ਼ਤੇਦਾਰ ਵੀ ਦੇਖੋ ਉਹ ਜਦੋਂ ਹੱਤਿਆ ਕਰਦੇ ਨੇ ਮਾੜੀ ਗੱਲ ਹੈਗੀ। ਮੈਂ ਇੱਕ ਜਿਹੜਾ ਦੂਜਾ ਹੈਗਾ ਢਿੱਲਵਾਂ ਪਿੰਡ ਹਾਂ ਉਹ ਉਹ ਤੁਹਾਡੀ ਭੈਣ ਵਿਆਹੀ ਹੋਈ ਢਿੱਲਵਾਂ? ਹਾਂ ਮੇਰੀ ਭੈਣ ਦੋ ਬਈਆਂ ਸੀ ਉਹਦਾ ਨਾਂ ਕੀ ਢਿੱਲਵਾਂ ਵਾਲੀ ਕੁੜੀ ਦਾ ਭੈਣ ਦਾ? ਅਸੀਂ ਪੱਪੀ ਕਹਿੰਦੇ ਆ ਉੱਥੇ ਉਹਨਾਂ ਨੇ ਜੱਟ ਕਰਨਾ ਉਤਰਤਾ ਜਲਕੌਰ। ਹਾਂ ਜਿਹੜੀ ਇਹ ਜਲਕੌਰ ਆ ਮਾਤਾ ਇਹਦੇ ਜਿਹੜੇ ਘਰ ਵਾਲੇ ਦਾ ਕੀ ਨਾਮ ਆ? ਉਹਦਾ ਨਾਮ 70 75 ਸਿੰਘ ਆ ਹਾਂ ਢਿੱਲਵਾਂ ਪਿੰਡ। ਇਹ ਕਿੰਨਾਂ ਦੇ ਵੱਜਦੇ ਆ? ਇਹ ਵੱਜਦੇ ਨੇ ਭੇਡਾਂ ਵਾਲੇ ਕਹਿੰਦੇ ਨੇ ਭੇਡਾਂ ਵਾਲੇ ਵੱਜਦੇ ਆ। ਹਾਂ ਅੱਛਾ ਕਿਤੋਂ ਪੁੱਛੇ ਰ ਹੋਰ ਮਾਂ ਕਿਹਨੂੰ ਮਿਲਣਾ ਚਾਹੁੰਦੇ ਹੋ ਤੁਸੀਂ? ਮੈਨੂੰ ਮੇਰੀਆਂ ਭੈਣਾਂ ਮਿਲਣ ਬਸ ਭੈਣਾਂ ਮਿਲ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੀ। ਮਿਲ ਜੇ ਮੇਰਾ ਭਾਈ ਛੋਟਾ ਬਾਬੂ ਬਾਬੂ ਉਹਦਾ ਕਿਸੇ ਨਾਲ ਕਸੂਰ ਨਹੀਂ ਅੱਛਾ ਜੀ ਬਾਬੂ ਇਹ ਕਿੱਥੇ ਰਹਿੰਦਾ ਮਾਂ? ਤਾਂ ਬਾਬੂ ਕਿੱਥੇ ਰਹਿੰਦਾ? ਸਾਡੇ ਪਿੰਡੀ ਫਰਵਾਹੀ ਫਰਵਾਹੀ ਪਿੰਡ ਰਹਿੰਦਾ ਤੁਹਾਡੇ ਹਾਂ ਆ ਬਨਾਲੇ ਦੇ ਬੈ ਜਿਹੜੀ ਇਹ ਬਰਨਾਲੇ ਦੇ ਕੋਲੇ ਫਰਵਾਹੀ ਹੈ ਜਿਹੜੀ। ਹਾਂ ਤੇ ਮਾਤਾ ਜੀ ਇਹ ਜਿਹੜਾ ਤੁਹਾਡਾ ਹੈਗਾ ਬਾਬੂ ਉਹਦੇ ਭਰਾ ਉਹਦੇ ਬੱਚੇ ਵੀ ਹੈਗੇ ਆ? ਦੋ ਮੁੰਡੇ ਨੇ ਇੱਕ ਤਾਂ ਇੰਗਲੈਂਡ ਨੂੰ ਗਿਆ ਵਾ ਅੱਛਾ ਜਿਹੜਾ ਤੁਸੀਂ ਕਹਿੰਦੇ ਹੋ ਇੱਕ ਘਰੇ ਆਪਦੇ ਕੰਮ ਕਰਦਾ ਲੱਗਿਆ ਵਾ ਉਹ ਵੀ ਨੌਕਰ ਆ ਅੱਛਾ ਤੇ ਮਾਂ ਜਦੋਂ ਤੁਸੀਂ 1 ਸਾਲ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਰਹੇ ਉਦੋਂ ਕੋਈ ਬਾਬੂ ਜਾਂ ਬਾਬੂ ਦਾ ਮੁੰਡਾ ਕੋਈ ਜਾਂ ਤੁਹਾਡੀਆਂ ਬੇਟੀ ਜਾਂ ਤੁਹਾਡੀ ਕੋਈ ਭੈਣ ਤੁਹਾਨੂੰ ਮਿਲਣ ਆਈ? ਸਾਲ ਹੀ ਹੋਏ, ਘੱਟ ਰਿਹਾ ਥੋੜਾ ਟਾਈਮ ਕੱਟ ਰਿਹਾ ਤੇ ਉੱਥੇ ਕੋਈ ਮਿਲਣ ਆਇਆ ਮਾਂ ਤੁਹਾਨੂੰ? ਮੇਰੇ ਨਾਲ ਆਏ ਤੇ ਮੇਰੇ ਕੋਲੇ ਥੋੜੇ ਜਿਹੇ ਪੈਸੇ ਤੇ ਉਹਨਾਂ ਦੀ ਝਾਕਦੀ ਪੈਸੇ ਨਹੀਂ ਮੈਂ ਦਿੱਤੇ ਅੱਛਾ ਜੀ ਕਾਕੀ ਜੀ ਨੇ ਕੌਣ ਆਇਆ ਸੀਗਾ? ਉਹ ਕਹਿੰਦੇ ਦੇ ਦੇ ਕੋਈ ਲੈ ਜੂ ਤੇ ਤੋ ਮੰਗਾਈ ਕਿਵੇਂ ਲੈ ਜੂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇੱਕ ਬੇਨਤੀ ਅੱਜ ਸਾਡੀ ਇੱਕ ਛੋਟੀ ਜਿਹੀ ਬੇਨਤੀ ਹੈ। ਪਹਿਲਾਂ ਤਾਂ ਸ਼ੁਰੂਆਤ ਕਰਨ ਤੋਂ ਵੀਡੀਓ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਇਹ ਵੀ ਇੱਕ ਮਾਤਾ ਜੀ ਦੀ ਆਪਣੇ ਬੇਟੀਆਂ ਨੂੰ ਆਪਣੀਆਂ ਭੈਣਾਂ ਨੂੰ ਮਿਲਣਾ ਚਾਹੁੰਦੇ ਨੇ। ਮਾਤਾ ਜੀ ਦੀਆਂ ਬੇਟੀ ਇੱਕ ਤੇ ਇੱਕ ਭੈਣ ਇੱਕੋ ਪਿੰਡ ਹੀ ਆ ਤਾਜੋ ਪਿੰਡ ਆ ਬਰਨਾਲੇ ਦੇ ਕੋਲੇ ਉੱਥੇ ਵਿਆਹੀਆਂ ਹੋਈਆਂ। ਮਾਤਾ ਜੀ ਦੇ ਜਿਹੜਾ ਬੇਟੀ ਆ ਜੀਤਾ ਉਹਦੇ ਘਰ ਵਾਲੇ ਦਾ ਨਾਂ ਹੈਗਾ ਜੀ ਉੱਥੇ 70 ਨਹੀਂ ਉਹ ਸੁਖ ਜੀਤੋ ਦੇ ਜਿਹੜੀ ਇੱਥੇ ਵਿਆਹੀ ਹੋਈ ਕੁੜੀ ਤਾਜੋ ਹਾਂ ਹਾਂ ਉਹਦੇ ਨਾਲ ਉਹਦਾ ਨਾਂ ਸੁਖਾ ਨਾ ਹਾਂ ਸੁਖਾ ਸੁਖਾ ਵਾ ਜੀ ਉਹਦੇ ਘਰ ਵਾਲੇ ਦਾ ਨਾਂ। ਤੇ ਇੱਕ ਮਾਤਾ ਦੀ ਉਸੇ ਪਿੰਡ 'ਚ ਹੀ ਭੈਣ ਵਿਆਹੀ ਹੋਈ ਆ ਤੇ ਉਹਦਾ ਨਾਂ ਹੈਗਾ ਭੈਣ ਦਾ ਕੀ ਨਾਮ ਆ? ਪੱਪੀ ਜੀਤਾ ਜੀਤਾ ਨਹੀਂ ਕੁੜੀ ਦਾ ਨਾਂ ਜੀਤਾ ਉਹਦਾ ਨਾਮ ਕੋਟੀ ਕੋਟੀ ਤੇ ਉਹ ਕੋਟੀ ਭੈਣ ਵਿਆਹੀ ਹੋਈ ਢਿੱਲਵਾਂ ਹਨਾ ਹਾਂ ਢਿੱਲਵੀਂ ਢਿੱਲਵੀਂ ਉਹਦਾ ਘਰ ਦਾ ਨਾਂ ਹੈਗਾ ਨਛੱਤਰ ਹਨਾ ਹਾਂ 70 ਤੇ ਉਹ ਬੱਕਰੀਆਂ ਵਾਲੇ ਭੇਡਾਂ ਵਾਲੇ ਵੱਜਦੇ ਆ। ਹਾਂ ਤੇ ਜਿਹੜੀ ਮਾਤਾ ਦੀ ਇੱਕ ਭੈਣ ਵਿਆਹੀ ਹੋਈ ਹੈ ਤਾਜੋ ਹੀ ਉਹਦੇ ਘਰ ਦਾ ਨਾਂ ਹੈਗਾ ਚੰਦ ਹਨਾ? ਨਹੀਂ ਹਾਂ ਉਹਦੇ ਨਾਲ ਹੋਰ ਸੀ ਭੋਲਾ ਕਹਿੰਦੇ ਤੇ ਭੋਲਾ ਕਹਿੰਦੇ ਸੀਗੇ। ਉਹਨਾਂ ਨੇ ਮਾਰਤਾ ਸੀ ਭੋਲਾ ਕਹਿੰਦੇ ਤੇ ਇਹ ਰਿਸ਼ਤੇਦਾਰ ਆ ਜੀ ਮਾਤਾ ਜੀ ਦੇ। ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਜੇ ਕੋਈ ਸਾਡੀ ਇਸ ਵੀਡੀਓ ਨੂੰ ਸੁਣਦਾ ਤਾਜੋ ਪਿੰਡ 'ਚ ਮਾਤਾ ਦੀ ਇੱਕ ਬੇਟੀ ਆ ਤੇ ਇੱਕ ਭੈਣ ਆ ਉਹ ਮਿਲਣਾ ਚਾਹੁੰਦੀ ਆ ਮਾਂ। ਤੇ ਇੱਕ ਮਾਤਾ ਦੀ ਭੈਣ ਢਿੱਲਵਾਂ ਪਿੰਡ ਆ ਜੀ ਇੱਧਰ ਆਪਣੇ ਇਹ ਵੀ ਇੱਧਰ ਵਿਲੇ ਦੇ ਕੋਲੇ ਢਿੱਲਵਾਂ ਜਿਹੜਾ ਡਵੀ ਆ ਬਨਾਲੇ ਦੇ ਹਾਂ ਬਰਨਾਲੇ ਦੇ ਨੇੜੇ ਹੀ ਆ। ਹਾਂ, ਨੇੜੇ। ਤੇ ਉੱਥੇ ਮਾਤਾ ਜੀ ਦੀ ਭੈਣ ਹੈਗੀ ਆ ਮਾਤਾ ਉਹਨੂੰ ਵੀ ਮਿਲਣਾ ਚਾਹੁੰਦੇ ਆ। ਉਹ 79 ਬਾਈ ਹੁਣੀ ਆ ਬੱਕਰੀਆਂ ਵਾਲੇ ਵੱਜਦੇ ਆ ਉਹਨਾਂ ਦੇ ਘਰ 'ਚ ਆ। ਉਹਦਾ ਨਾਂ ਜਲਕੌਰ ਰੱਖਿਆ ਹੋਇਆ ਪਹਿਲਾਂ ਉਹ ਇਹ ਘੋਟੀ ਕਹਿੰਦੇ ਸੀ ਉਹਨੂੰ ਗੁੱਡੀ। ਤੇ ਮਾਤਾ ਜੀ ਦਾ ਇੱਕ ਭਰਾ ਵਾ ਜੀ ਫਰਵਾਹੀ ਪਿੰਡ। ਦੇਖੋ ਅਸੀਂ ਪਹਿਲਾਂ ਵੀਡੀਓ ਵੀ ਪਾਈਆਂ ਕਈ ਵਾਰੀ ਮਾਤਾ ਜੀ ਦੀਆਂ ਸੰਗਤ ਰਾਹੀਂ ਸੁਨੇਹਾ ਵੀ ਭੇਜਿਆ ਅਸੀਂ 2-3 ਥਾਵਾਂ ਤੇ। ਇਹਨਾਂ ਦੇ ਬੇਟਿਆਂ ਨਾਲ ਵੀ ਗੱਲ ਹੋਈ ਉਹ ਸਾਡੀ ਗੱਲ ਨੂੰ ਸਮਝ ਨਹੀਂ ਪਾਏ ਉਹ ਗੁੱਸਾ ਕਰਦੇ ਸੀਗੇ
ਵੀ ਤੁਸੀਂ ਵੀਡੀਓ ਪਾਈ ਕਿਉਂ। ਮਾਤਾ ਗੁਰਦੁਆਰਾ ਸਾਹਿਬ ਦੇ ਬਾਹਰ ਬਰਨਾਲਾ ਸ਼ਹਿਰ ਦੇ ਵਿੱਚ ਸਿੰਘ ਸਭਾ ਗੁਰਦੁਆਰਾ ਸਾਹਿਬ ਆ, ਉਹਦੇ ਬਾਹਰ ਜ਼ਿੰਦਗੀ ਕੱਟ ਰਹੇ ਸੀਗੇ, ਬਾਹਰ ਫੁੱਟਪਾਥ ਤੇ ਸੌਂਦੇ ਸੀਗੇ। ਦੁਕਾਨ ਲਾ ਲਈ ਸੀ ਖੇਡਾਂ ਦੀ। ਹਾਂ, ਤੇ ਇੱਥੇ ਮਾਤਾ ਜੀ ਦੇ ਸ਼੍ਰੀ ਸਾਹਿਬ ਪਾਇਆ ਹੈ ਗੁਰਦੁਆਰਾ ਸਾਹਿਬ ਦੇ ਬਾਹਰ। ਮਾਤਾ ਜੀ ਬੈਠੇ ਆਪਣੀ ਇਸ ਤਰ੍ਹਾਂ ਜ਼ਿੰਦਗੀ ਕੱਟ ਰਹੇ ਸੀਗੇ ਵੀ ਜਿੱਦਾਂ ਕੋਈ ਹੁੰਦਾ ਹੀ ਨਹੀਂ। ਪਰ ਜਦੋਂ ਸਾਨੂੰ ਮਹਾਰਾਜ ਨੇ ਸੇਵਾ ਬਖਸ਼ੀ, ਵੀਡੀਓ ਪਾਈ, ਸਾਨੂੰ ਸੰਗਤ ਤੋਂ ਪਤਾ ਲੱਗਿਆ ਵੀ ਮਾਤਾ ਜੀ ਇੱਕ ਚੰਗੇ ਘਰਾਣੇ ਦੀ ਧੀ ਵੀ ਆ ਤੇ ਨੂੰਹ ਵੀ ਆ। ਤੇ ਹੁਣ ਇਹ ਮਾਤਾ ਸਾਡੇ ਕੋਲ ਆਏ ਨੂੰ ਸਾਲ ਤੋਂ ਉੱਪਰ ਹੋ ਗਿਆ, ਪਿਛਲੇ ਸਿਆਲਾਂ 'ਚ ਅਸੀਂ ਲੈ ਕੇ ਆਏ ਸੀ। ਤੇ ਹੁਣ ਅਸੀਂ ਮਾਤਾ ਜੀ ਦੀਆਂ ਕੁਝ ਖੁਆਇਸ਼ਾਂ ਮਿਲਣਾ ਚਾਹੁੰਦੇ ਨੇ ਆਪਣੀ ਬੇਟੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੇ ਭਰਾ ਨੂੰ, ਬਾਬੂ ਨੂੰ, ਜਿਹੜਾ ਪ੍ਰਵਾਹੀ ਪਿੰਡ 'ਚ ਰਹਿੰਦਾ। ਭਾਈ ਬੇਨਤੀ ਹੱਥ ਬੰਨ੍ਹ ਕੇ ਤੁਸੀਂ ਪਲੀਜ਼ ਆ ਕੇ ਮਿਲ ਕੇ ਜਾਓ ਮਾਤਾ ਨੂੰ। ਅਸੀਂ ਇਹ ਨਹੀਂ ਕਹਿੰਦੇ ਤੁਸੀਂ ਲੈ ਕੇ ਜਾਓ, ਮਾਤਾ ਜੀ ਸਾਡੀ ਮਾਂ ਵਾ, ਆਖਰੀ ਸਵਾਸ ਤੱਕ ਮਾਂ ਸਾਡੇ ਕੋਲ ਰਹਿਣਗੇ। ਮਾਤਾ ਜੀ ਨੂੰ ਬੇਟੀ ਵੀ ਇੱਥੇ ਮਿਲ ਗਈ ਹੈ ਦਰਸ਼ੀ ਦੇ ਰੂਪ 'ਚ। ਇਹ ਦਰਸ਼ੀ ਭੈਣ ਆ, ਇਹ ਦੋਨੇ ਹੁਣ ਇੱਕ ਦੂਜੇ ਨੂੰ ਮਾਵਾਂ ਧੀਆਂ ਵਾਂਗ ਹੀ ਟਰੀਟ ਕਰਦੇ ਆ, ਕਿਉਂਕਿ ਦਰਸ਼ੀ ਭੈਣ ਦੀ ਵੀ ਮੰਮੀ ਦੀ ਡੈਥ ਹੋ ਗਈ ਸੀ। ਦਰਸ਼ੀ ਭੈਣ ਨੂੰ ਅਸੀਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਹੀ ਆ ਜਿਹੜਾ ਕੋਟ ਦੁੰਨੇ ਤੋਂ, ਉੱਥੋਂ ਲੈ ਕੇ ਆਏ ਸੀਗੇ। ਭੈਣ ਦੇ ਮੈਂਟਲੀ ਹਾਲਾਤ ਠੀਕ ਨਹੀਂ ਸੀ, ਕਮਰੇ ਦੇ ਵਿੱਚ ਲੈਟਰਿਨ ਦੇ ਢੇਰ ਲੱਗੇ ਪਏ ਸੀ। ਅਸੀਂ ਉੱਥੋਂ ਭੈਣ ਨੂੰ ਲੈ ਕੇ, ਇਹਦੀ ਮੰਮੀ ਨੂੰ ਵੀ ਲੈ ਕੇ ਆਏ ਸੀ ਨਾਲ। ਤੇ ਉਸ ਤੋਂ ਬਾਅਦ ਮੰਮੀ ਸਾਡੀ ਇਹਦੇ ਭੈਣ ਦੇ ਨਾਲ ਰਹੀ 7-8 ਮਹੀਨੇ। ਉਸ ਤੋਂ ਬਾਅਦ ਉਹ ਪਿੰਡ ਚਲੇ ਗਏ ਤੇ ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਕਿਸੇ ਨੇ, ਡੈਥ ਤੋਂ ਬਾਅਦ ਸਾਨੂੰ 3-4 ਮਹੀਨੇ ਬਾਅਦ 'ਚ ਪਤਾ ਲੱਗਿਆ। ਪਰ ਹੁਣ ਦਰਸ਼ੀ ਭੈਣ ਨੇ ਇਸ ਮਾਂ ਨੂੰ ਆਪਣੀ ਮਾਂ ਬਣਾਇਆ ਹੋਇਆ। ਦੋਨੋਂ ਮਾਵਾਂ ਧੀਆਂ ਇੱਕ ਦੂਜੇ ਦਾ ਬਹੁਤ ਪਿਆਰ ਵੀ ਕਰਦੇ ਆ, ਇਕੱਠੇ ਰਹਿੰਦੇ ਨੇ। ਤੇ ਅਸੀਂ ਬਸ ਇੱਕ ਬੇਨਤੀ ਕਰਦੇ ਹਾਂ ਵੀ ਹੁਣ ਇਹਨੂੰ ਲੈ ਕੇ ਜਾਣ ਦੀ ਲੋੜ ਨਹੀਂ, ਇਹ ਸਾਡੀ ਮਾਂ ਪਰਿਵਾਰ ਦਾ ਮੈਂਬਰ ਆ, ਬਸ ਤੁਸੀਂ ਆ ਕੇ ਮਿਲ ਜਾਓ ਬਸ ਪਲੀਜ਼, ਸਾਡੀ ਇਹੀ ਬੇਨਤੀ ਆ। ਸਿੰਧੇ ਜਾਂਦੀ ਹੋ ਜਾ, ਤੇ ਸਾਡੀ ਇੰਨੀ ਕੀ ਬੇਨਤੀ ਆ ਜੀ। ਤੇ ਅੱਜ ਇੱਕ ਹੋਰ ਬੇਨਤੀ ਆ ਵੀ ਤੁਸੀਂ ਸਾਰੇ ਅਰਦਾਸ ਕਰਿਓ। ਸਾਡਾ ਰੋਹਨਪ੍ਰੀਤ ਸਿੰਘ ਆ ਬੇਟਾ ਮੇਰਾ ਜੀ, ਉਹਦਾ ਜਨਮ ਦਿਨ ਵੀ ਅੱਜ, ਤੇ ਅਸੀਂ ਉਹਦਾ ਜਨਮ ਦਿਨ ਅੱਜ ਸਾਰੇ ਇੱਥੇ ਖੁਸ਼ੀਆਂ ਨਾਲ ਮਨਾ ਵੀ ਰਹੇ ਆ। ਤੇ ਅਰਦਾਸ ਕਰਿਓ ਉਸ ਬੱਚੇ ਲਈ ਵੀ ਉਹ ਸੱਚੇ ਪਾਤਸ਼ਾਹ ਉਹਨੂੰ ਵੀ ਸੇਵਾ ਦਾ ਬਲ ਬਖਸ਼ਣ, ਉਹਨੂੰ ਵੀ ਸਮੱਤ ਬਖਸ਼ਣ, ਉਹ ਵੀ ਇਸ ਘਰ ਦੀ ਸੇਵਾ ਕਰ ਸਕੇ। ਇਹਨਾਂ ਸਾਡੀਆਂ ਮਾਵਾਂ ਦੀ ਜਿੰਨੀ ਵੀ ਸਾਨੂੰ ਜ਼ਿੰਦਗੀ ਬਖਸ਼ੀ ਹੈ ਸੱਚੇ ਪਾਤਸ਼ਾਹ ਨੇ, ਸਾਨੂੰ ਉਹ ਜ਼ਿੰਦਗੀ 'ਚ ਸੇਵਾ ਆਖਰੀ ਸਵਾਸ ਤੱਕ ਬਖਸ਼ਣ। ਤੇ ਉਸ ਤੋਂ ਗਾਂਹ ਵਾਲੇ ਵੀ ਜਿਹੜੇ ਹੈਗੇ ਸਾਡੇ ਉਹ ਵੀ ਸੇਵਾ ਕਰ ਸਕਣ। ਅਰਦਾਸ ਕਰਿਓ। ਤੇ ਇੱਕ ਤੁਹਾਡਾ ਬੱਚੇ ਆ, ਅਸੀਂ ਤੁਹਾਡੇ ਭਰਾ ਵਾਂ, ਤੁਹਾਡੇ ਛੋਟੇ ਵੱਡੇ ਭਰਾ ਹੋ ਸਕਦੇ ਆ, ਪਰ ਸਾਡੇ ਲਈ ਵੀ ਅਰਦਾਸ ਕਰਿਓ। ਇਸ ਟਾਈਮ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਿਆਦਾ ਵਜਨ ਚੱਕਣ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਬਜ਼ੁਰਗਾਂ ਨੂੰ ਚੱਕ ਲੈਂਦੇ ਸੀ, ਜਾਂ ਕਿਵੇਂ ਗੋਡਿਆਂ ਦੇ ਵਿੱਚ ਪ੍ਰੋਬਲਮ ਆ ਗਈ, ਦੋਨੋਂ ਗੋਡੇ ਬਹੁਤ ਪੇਨ ਕਰਦੇ ਰਹਿੰਦੇ ਆ। ਪਰ ਫਿਰ ਵੀ ਸੱਚੇ ਪਾਤਸ਼ਾਹ ਨੇ ਹਿੰਮਤ ਬਖਸ਼ੀ ਹੋਈ ਆ। ਸਵੇਰ ਤੋਂ ਸ਼ਾਮ ਤੱਕ ਸਵਾਸ ਸੇਵਾ ਦੇ ਵਿੱਚ ਲਾਈਦਾ। ਤੇ ਅੱਜ ਮਾਂ ਦੇ ਨਾਲ ਕੁਝ ਗੱਲਾਂ ਕਰਦੇ ਸੀਗੇ ਤੇ ਤੁਹਾਡੇ ਨਾਲ ਸ਼ੇਅਰ ਕੀਤੀਆਂ, ਕਿਉਂਕਿ ਮਾਂ ਮੈਨੂੰ ਹਮੇਸ਼ਾ ਹੀ ਕਹਿੰਦੇ ਆ ਵੀ ਮੇਰਾ ਗੇੜਾ ਕਢਾ ਦੇ ਇੱਕ ਮੇਰੀ ਮੈਂ ਭੈਣਾਂ ਨੂੰ ਮਿਲਣਾ, ਆਪਣੀਆਂ ਨੂੰ, ਮੈਂ ਆਪਣੇ ਭਰਾ ਨੂੰ ਮਿਲਣਾ, ਮੈਂ ਆਪਣੀਆਂ ਬੇਟੀਆਂ ਨੂੰ ਮਿਲਣਾ। ਪਰ 1 ਸਾਲ ਮਾਂ ਗੁਰੂ ਘਰ ਰਹੇ ਕਰੀਬ, ਤੇ 1 ਸਾਲ ਸਾਡੇ ਕੋਲੇ ਹੋ ਗਿਆ ਮਾਂ ਨੂੰ ਆਇਆ ਨੂੰ। ਸਾਨੂੰ ਕਿਸੇ ਦਾ ਵੀ ਫੋਨ ਨਹੀਂ ਆਇਆ ਇਸ ਤੋਂ ਬਿਨਾਂ ਕਿ ਇਹਨੇ ਜਿਹੜੇ ਬੇਟੇ ਸੀ ਉਹਨਾਂ ਨੇ ਵੀ ਸਾਡੇ ਨਾਲ ਉਲਟਾ ਸਾਡੇ ਨਾਲ ਯਾਨੀ ਕਿ ਆਪਦੀਆਂ ਗੁੱਸਾ ਹੀ ਜ਼ਾਹਰ ਕੀਤਾ। ਉਹਨਾਂ ਨੇ ਵੀ ਤੁਸੀਂ ਐ ਕਿਉਂ ਕਿਹਾ, ਉਹ ਕਿਉਂ ਕਿਹਾ। ਪਰ ਮਾਤਾ ਨੂੰ ਮਿਲ ਕੇ ਜਾਣ ਦੀ ਗੱਲ ਕਿਸੇ ਨੇ ਵੀ ਨਹੀਂ ਕਹੀ। ਮਾਤਾ ਨੂੰ ਸਾਰੇ ਜਾਣੇ ਕਹੀ ਜਾਂਦੇ ਆ ਵੀ ਮਾਂ ਕਮਲੀ ਆ ਜੀ, ਇਹ ਗਲਤ ਬੋਲਦੀ ਹੈ, ਗਾਲਾਂ ਕੱਢਦੀ ਹੈ। ਗੁਰੂ ਘਰ ਵਾਲੇ ਵੀ ਇਹੀ ਕਹਿੰਦੇ ਸੀ ਵੀ ਇਹਨੂੰ ਤਾਂ ਨਹੀਂ ਅਸੀਂ ਅੰਦਰ ਵੜਨ ਦਿੰਦੇ ਜੀ, ਇਹ ਗਾਲਾਂ ਕੱਢਦੀ ਹੈ। ਪਰ ਸਾਡੇ ਕੋਲੇ ਰਹਿੰਦੀ ਇਸ ਮਾਂ ਨੂੰ 1 ਸਾਲ ਹੋ ਗਿਆ। ਜਿੰਨੀ ਸਿਆਣੀ ਗੱਲ ਇਹ ਮਾਂ ਕਰਦੀ ਆ, ਇਸ ਤੋਂ ਵੱਧ ਸਿਆਣੀ ਗੱਲ ਅਸੀਂ ਦੇਖਿਆ ਸਾਡੀਆਂ ਮਾਵਾਂ ਵੀ ਆ, ਸਾਡੀਆਂ ਅਸੀਂ ਵੀ ਪਰਿਵਾਰਾਂ ਦੇ ਵਿੱਚ ਆ, ਉਸ ਤਰ੍ਹਾਂ ਦੀਆਂ ਗੱਲਾਂ ਜਮਾਂ ਮਾਂ ਕਰਦੀ ਆ ਜਿਸ ਤਰ੍ਹਾਂ ਦੀਆਂ ਇਸ ਉਮਰ ਦੇ ਵਿੱਚ ਕਰਨੀਆਂ ਚਾਹੀਦੀਆਂ। ਮਾਂ ਦੀ ਗੱਲ ਕਰਦੇ ਉਹਨੇ ਡੈਥ ਹੋ ਗਈ, ਕਹਿੰਦੀ ਜੇ ਮੇਰੀ ਕੱਲ ਨੂੰ ਮੇਰੇ ਸਵਾਹ ਆ, ਕਹਿੰਦੀ ਫੁੱਲ ਪਾ ਦਿਓ, ਪਰ ਕਹਿੰਦੀ ਮਿੱਟੀ ਹੋ ਜਾਣਾ, ਮਿੱਟੀ ਨੂੰ ਜਿੱਥੇ ਮਰਜ਼ੀ ਪਾ ਦਿਓ, ਚਾਹੇ ਸੂਏ 'ਚ ਪਾ ਦਿਓ, ਚਾਹੇ ਕੀਰਤਪੁਰ ਸਾਹਿਬ ਪਾਇਆ, ਕੋਈ ਗੱਲ ਆ। ਯਾਨੀ ਕਿ ਇਹ ਮਾਂ ਦੀਆਂ ਵੀ ਕੁਝ ਖੁਆਇਸ਼ਾਂ। ਪਰਸੋਂ ਚੌਥੇ ਸਾਡੇ ਮਾਤਾ ਸਰਜੀਤ ਕੌਰ ਜੀ ਦੀ ਡੈਥ ਹੋ ਗਈ, ਸੰਸਕਾਰ ਦੇ ਉੱਤੇ ਮਾਤਾ ਜੀ ਵੀ ਖੜੇ ਸੀ, ਇਹ ਵੀ ਦੇਖ ਕੇ ਰੋਣ ਲੱਗ ਗਏ। ਉਹਨਾਂ ਨੂੰ ਕਹਿੰਦੇ ਵੀ ਇਹਨੂੰ ਮਾਤਾ ਨੂੰ ਵੀ ਇਹਦੇ ਸਹੁਰੇ ਤੁਸੀਂ ਸੰਸਕਾਰ ਕਰਨ ਚੱਲੇ ਹੋ, ਤੇ ਮੇਰਾ ਸੰਸਕਾਰ ਵੀ ਮੇਰੇ ਸਹੁਰੇ ਪਿੰਡ ਕਰਿਓ ਜਾ। ਇੱਦਾਂ ਦੀਆਂ ਗੱਲਾਂ ਜਾਣੀ ਕਿ ਅਸੀਂ ਅਕਸਰ ਮਾਂ ਨਾਲ ਕਰਦੇ ਰਹਿੰਦੇ ਹਾਂ। ਪਰ ਸਾਡੇ ਮਨ 'ਚ ਆਈ ਅੱਜ ਗੱਲ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਈਏ ਵੀ ਤਾਜੋ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਹੀ, ਢਲਮਾ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਹੀ, ਤੇ ਉੱਥੇ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਮਾਤਾ ਦੀਆਂ ਭੈਣਾਂ ਤੇ ਮਾਤਾ ਦੀ ਬੇਟੀ ਕੋਈ ਮਿਲ ਸਕਦੀ ਆ, ਮਾਤਾ ਨੂੰ ਲੈ ਕੇ ਤੇ ਜ਼ਰੂਰ ਮਿਲ ਕੇ ਜਾਣ। ਹੋਰ ਮਾਂ ਕੁਝ ਕਹਿਣਾ, ਤੁਸੀਂ ਸੁਨੇਹਾ ਦੇਣਾ ਕਿਸੇ ਨੂੰ? ਹੋਰ ਸਾਰੇ ਤੁਹਾਨੂੰ ਦੇਖ ਰਹੇ ਆ ਰਿਸ਼ਤੇਦਾਰ। ਮਿਲ ਲੈਣਗੇ। ਹਾਂਜੀ ਭਾਈ ਆ ਉਹ ਮਿਲੇ। ਅੱਛਾ ਜੀ। ਵੱਡਾ ਤਾਂ ਦਿੱਲੀ ਗਿਆ, ਬਾਹਰ ਨਹੀਂ ਹੈਗਾ, ਇੱਥੇ ਖਾਣੀ ਉਹਦੇ ਮੁੰਡੇ ਮਿਲਣਾ ਦਰਸ਼ਨ। ਅੱਛਾ ਜੀ। ਬੂਟਾ। ਅੱਛਾ ਜੀ। ਅੱਛਾ ਲੈ ਜੇ ਇੱਕ ਬੂਟਾ ਇੱਕ ਦਰਸ਼ਨ ਆਖ ਜੇ ਮਿਲਣਾ। ਇਹ ਕਿਹਦੇ ਮੁੰਡੇ ਆ? ਮੇਰੇ ਭਾਈ ਦੇ ਨੇ, ਵੱਡੇ ਦੇ। ਉਹਦਾ ਕੀ ਨਾਂ? ਮਹਿੰਦਰ। ਉਹ ਬੰਬੇ ਰਹਿੰਦਾ, ਦਿੱਲੀ ਰਹਿੰਦਾ? ਦਿੱਲੀ ਰਹਿੰਦਾ। ਦਿੱਲੀ ਰਹਿੰਦਾ। ਖਬਰੀ ਆ ਗਿਆ ਖਾਣ ਨਹੀਂ, ਪਹਿਲਾਂ ਦਿੱਲੀ ਸੀ।
ਯਾਨੀ ਕਿ ਤੁਹਾਨੂੰ ਤਾਂ ਮਿਲੇ ਨੂੰ ਬਹੁਤ ਸਾਲ ਹੋ ਗਏ ਨਾ ਹਾਂ ਫਿਰ ਹੋਰ ਮਾਂ ਤੁਸੀਂ ਠੀਕ ਹੋ ਉਹ ਤਾਂ ਬਹੁਤ ਕਰਦਾ ਸੀ ਮੇਰਾ ਅੰਦਰ ਆ ਹਾਂ ਬਾਹਰ ਤੋਂ ਬੈਠਾ ਬਾਹਰ ਚ ਆ। ਉਹ ਦਵਾਈ ਲੈਣ ਗਿਆ ਉਹ ਤਾਂ ਦਵਾਈ ਲੈਣ ਗਿਆ ਬਲਦੇਵ ਉਹ ਤਾਂ ਬਹੁਤ ਕਰਦਾ ਸੀ ਮੇਰਾ ਮੈਂ ਡਰਦਾ ਅੱਛਾ ਹਾਂ ਸਾਹ ਨਾਲ ਸਾਹ ਲੈਂਦਾ ਹੁੰਦਾ ਸੀ ਇੰਨਾ ਪਿਆਰ ਕਰਦਾ ਹਾਂ ਇੰਨਾ ਸੀ ਤੇ ਤੋਂ ਵੱਡਾ ਹਾਂ ਹਾਂ ਵੱਡਾ ਮੈਂ ਤੋਂ ਕੋਈ ਨਾ ਮੈਂ ਹੁਣ ਵੀ ਕਰੂੰਗੀ ਦੇਖੋ ਨਾਲ ਦੀਆਂ ਜੰਮੀਆਂ ਲੱਗ ਜਾਂਦਾ ਰੂਹਾਂ ਵਾ ਮਾਤਾ ਦਾ ਭਰਾ ਲੱਗ ਜਾਂਦਾ ਉਹ ਤੈਨੂੰ ਦੇਖ ਕੇ ਨਾਉ ਲੈ ਤੇ ਇੰਨਾ ਪਿਆਰ ਹਾਂ ਰੋਣ ਲੱਗ ਇੰਨਾ ਪਿਆਰ ਆ ਮੇਰੀ ਮਾਂ ਦਾ ਕਹਿੰਦਾ ਕਿੱਥੇ ਆ ਕਹਿੰਦਾ ਕਿ ਲਿਆਈਏ ਤਾਂ ਕਹਿ ਦਿੰਦਾ ਉਹਨਾਂ ਨੂੰ ਇਹ ਨਹੀਂ ਹੁਣ ਪਤਾ ਵੀ ਇੱਥੇ ਆ ਟਾਈਮ ਆਪਾਂ ਦੱਸ ਰਹੇ ਆ ਸਾਰਿਆਂ ਨੂੰ ਹੁਣ ਵੀ ਮਾਂ ਦੇ ਫਰਵਾਹੀ ਪਿੰਡ ਪੇਕੇ ਆ ਜੀ ਫਰਵਾਹੀ ਪਿੰਡ ਵੀ ਜ਼ਿਲ੍ਹਾ ਬਰਨਾਲੇ ਜੀ ਪੈਂਦਾ ਮੈਂ ਫਰਵਾਹੀ ਬਰਨਾਲੇ ਤੇ ਤਾਂ ਕੋ ਦੂਰ ਕੋਈ ਹੈ ਦੂਰ ਆ ਫਰਵਾਹੀ ਉੱਥੇ ਮਾਤਾ ਦੇ ਪੇਕੇ ਮਾਤਾ ਦਾ ਭਰਾ ਬਾਬੂ ਹੈ ਇੱਕ ਦਾ ਨਾਮ ਮਹਿੰਦਰ ਮਾਤਾ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਉਹ ਭਤੀਜੇ ਦਰਸ਼ਨ ਆ ਤੇ ਇਹ ਦਰਸ਼ੀ ਭੈਣ ਆ ਸਾਡੀ ਇਹਦਾ ਪਿੰਡ ਕੋਟ ਦੁੰਨੇ ਬਰਨਾਲੇ ਕੋਲੇ ਇੱਕ ਦਾ ਨਾਮ ਇਹਨੂੰ ਵੀ ਕੋਈ ਮਿਲਣ ਨਹੀਂ ਆ ਰਿਹਾ ਹੁਣ ਵੀ ਬੇਨਤੀ ਹੈ ਇੱਕ ਦਾ ਨਾਮ ਦਰਸ਼ਨ ਆ ਇੱਕ ਦਾ ਨਾਮ ਜੋਦਾ ਉਹਦਾ ਭਤੀਜਿਆਂ ਦਾ ਭਤੀਜਿਆਂ ਦਾ ਇੱਕ ਦਾ ਨਾਮ ਬੂਟਾ ਇੱਕ ਦਾ ਨਾਮ ਦੇਖੋ ਇੰਨੇ ਭਤੀਜਿਆਂ ਦੀ ਭੂਆ ਭਰਾ ਮਾਤਾ ਪੁੱਤ ਕਿੰਨੇ ਤੇਰੇ ਦੋਈ ਇੱਕ ਦਾ ਨਾਮ ਸੁਖਾ ਇੱਕ ਦਾ ਨਾਮ ਚਮਕੌਰ ਆ ਚਮਕੌਰ ਆ ਉਹਨਾਂ ਦੇ ਗਾਂ ਬੱਚੇ ਕਿੰਨੇ ਆ ਉਹਨਾਂ ਦੇ ਸੁਖੇ ਦੇ ਇੱਕ ਮੁੰਡਾ ਦੋ ਕੁੜੀਆਂ ਨੇ ਹਾਂਜੀ ਉਹ ਦੂਜੇ ਦੇ ਇੱਕ ਮੁੰਡਾ ਤੇ ਹੁਣ ਪਤਾ ਨਹੀਂ ਇਹ ਮੈਂ ਕਹਿੰਦੇ ਖਾਣੀ ਦੋ ਨੇ ਖਾਣੀ ਇੱਕ ਉਹ ਸੁਖਾ ਦਾ ਕਰਦਾ ਉਹਦਾ ਰੋਂਦਾ ਹੁੰਦਾ ਸੀ ਉੱਥੇ ਕਰ ਲਾ ਉਹਦੀ ਬਹੂ ਭੈੜੀ ਹੈ ਅੱਛਾ ਜੀ ਉਹ ਤਾਂ ਰੋਂਦਾ ਹੁੰਦਾ ਸੀਗਾ ਜੀ ਵੀ ਮੇਰੀ ਮਾਂ ਨਹੀਂ ਚਲੋ ਬਹੂ ਤਾਂ ਨਹੀਂ ਭੈੜੀ ਮਾਂ ਕੋਈ ਗੱਲ ਨਹੀਂ ਐ ਨਹੀਂ ਕਹਿਣਾ ਮੈਂ ਇਹ ਕਹਿਣਾ ਉਹ ਨਹੀਂ ਕਹਿੰਦੀ ਜਿਹਦੇ ਨਾਲ ਪਹਿਲਾਂ ਰੋਟੀ ਖਾਂਦੀ ਸੀ ਉਹੀ ਚੱਲਦੇ ਨੀਰਾ ਦਾ ਹੁੰਦਾ ਸੀ ਬਿਲਕੁਲ ਸੇਪਾ ਕਹਿੰਦੇ ਕਿ ਭੜਕੇ ਭਰੀ ਬੇਟੀ ਦਾ ਉਹਨੇ ਸਾਹਮਣੇ ਚੱਲ ਕੋਈ ਨਾ ਮਾਂ ਨੂੰਹਾਂ ਦਾ ਕੋਈ ਕੋਈ ਨਾ ਤੇਰੀਆਂ ਧੀਆਂ ਆਈਆਂ ਉਹ ਵੀ ਕੋਈ ਚੱਕਰ ਰੋਟੀ ਦੇਵੇ ਮੈਂ ਕਿਹਾ ਜੇ ਮੈਂ ਮਰ ਗਈ ਤੁਸੀਂ ਵੰਡਣਾ ਹੋ ਕਿਹੜਾ ਮੈਂ ਵੰਡਣਾ ਚੱਲ ਕੋਈ ਨਾ ਮਾਂ ਨੂੰ ਪਿੱਛੇ ਨਹੀਂ ਆਪਾਂ ਆਏ ਜਿੰਨੇ ਗੱਲਾਂ ਕਰਨੇ ਮੇਰੀ ਮਾਂ ਚਲੋ ਆ ਜਾ ਮਾਂ ਰਾਤ ਯਾਨੀ ਕਿ ਸਾਡੀਆਂ ਬੇਨਤੀਆਂ ਸੁਣਿਓ ਜ਼ਰੂਰ ਸਾਡੀਆਂ ਬੇਨਤੀਆਂ ਨੂੰ ਅੱਗੇ ਜ਼ਰੂਰ ਪਹੁੰਚਾਇਓ ਜੇ ਤੁਸੀਂ ਇਸ ਜ਼ਿਲ੍ਹੇ ਨਾਲ ਨਹੀਂ ਵੀ ਲਿੰਕ ਰੱਖਦੇ ਜਿਹੜੇ ਉਸ ਜ਼ਿਲ੍ਹੇ ਨਾਲ ਲਿੰਕ ਰੱਖਦੇ ਆ ਉਹਨਾਂ ਤੱਕ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਪਹੁੰਚਦਾ ਕਰਿਓ ਅਰਦਾਸ ਹੋ ਰਹੀ ਹੈ ਜੀ ਤੁਹਾਨੂੰ ਅਰਦਾਸ ਸ਼ਾਮਲ ਕਰਨੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਦਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਣ ਗੁਰੂ ਨੇਤਾਣਿਆਂ ਦੇ ਤਾਣ ਗੁਰੂ ਨਿਉਟਿਆਂ ਦੀ ਓੜ ਗੁਰੂ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਬਾਣੀ ਪੜੀ ਗਈ ਹੈ ਕੀਰਤਨੀਆਂ ਸਿੰਘਾਂ ਨੇ ਕੀਰਤਨ ਕੀਤਾ ਹੈ ਸੰਗਤਾਂ ਨੇ ਜਾਪ ਕੀਤਾ ਹੈ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਪ ਕਰਦਿਆਂ ਸੇਵਾ ਕਰਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਹੋਣ ਅਣਜਾਣ ਸੇਵਕ ਦਾਸ ਜਾਣ ਕੇ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪੈਸ਼ਲ ਬਾਣੀ ਪੜ੍ਹਨ ਦੀ ਮਤ ਬੁੱਧੀ ਬਖਸ਼ੀ ਸੰਗਤਾਂ ਵੱਲੋਂ ਆਈਆਂ ਰਸਤਾਂ ਚੋਂ
ਦੇਗ ਤਿਆਰ ਹੈ ਜੀ। ਆਪ ਜੀ ਨੂੰ ਭੋਗ ਲੱਗੇ, ਲੱਗਿਆ ਹੋਇਆ ਭੋਗ ਸੀਤਲ ਪ੍ਰਸ਼ਾਦ ਹੋ ਕੇ ਸੰਗਤ ਜੇ ਵਰਤੇ ਆ ਜਾਵੇ। ਜੋ ਜੀ ਛਕੇ ਆਪ ਦਾ ਸਵਾਸ ਸਵਾਸ ਨਾਮ ਜਪੇ। ਇਸ ਮਨੁੱਖਤਾ ਦੀ ਸੇਵਾ ਸੈਣੀ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ, ਸੇਵਾ ਕਰਨ ਦੀ ਸਮਰੱਥਾ ਬਖਸ਼ਣੀ, ਸੇਵਾ ਕਰਨ ਦਾ ਬਲ ਬਖਸ਼ਣਾ। ਇਹ ਵਾਹਿਗੁਰੂ ਮੇਰੇ ਮਾਲਕ ਆਪ ਜੀ ਦੇ ਚਰਨਾਂ ਪ੍ਰਵਾਨ ਦੀ ਅਰਦਾਸ ਬੇਨਤੀ ਹੈ। ਇਸ ਮਨੁੱਖਤਾ ਦੀ ਸੇਵਾ ਸੈਣੀ ਪਰਿਵਾਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਬੇਟੇ ਰੋਹਿਤਪ੍ਰੀਤ ਸਿੰਘ ਦਾ ਅੱਜ ਜਨਮ ਦਿਨ ਹੈ। ਮਹਾਰਾਜ ਸੰਗਤਾਂ ਦੇ ਪਰਿਵਾਰ ਬੜੀ ਖੁਸ਼ੀ ਨਾਲ ਮਨਾ ਰਹੀਆਂ ਹਨ। ਮਹਾਰਾਜ ਮਨੁੱਖਤਾ ਦੀ ਸੇਵਾ ਸੈਣੀ ਪਰਿਵਾਰ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਮਹਾਰਾਜ ਉਹਨਾਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਵੇ। ਸਰਬੱਤ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ, ਸਰਬੱਤ ਦਾ ਭਲਾ ਕਰਨਾ, ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਜੋ ਆਪ ਜੀ ਦੇ ਦਰ ਆਵੇ ਸੋ ਰਾਜੀ ਜਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬੜੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਿਰਾ ਆਗਿਆ ਪਹਿਰਾ ਕਾਲ ਕੀ, ਕਦੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਕੁਰਾਨ ਕੀ ਦੇ। ਜੋ ਪ੍ਰਭ ਕੋ ਮਿਲੋ ਚਾਹੇ, खोज शब्द में राज करेगा खालसा, बाकी रहे न कोई। द्वार हुए सा मिलेंगे, बजे शरण रोए। राज करेगा खालसा, बाकी रहे न कोई। द्वार हुए सा मिलेंगे, बजे शरण रोए। बोले दर्शी बाबे बोल बोले सोनहाल बोले हाँ बोले सोनहाल बोले सोनहाल
ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੋ ਬੋਲੇ ਬੋਲੇ ਥੋੜਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਇਹ ਅੰਦਰ ਤੁਸੀਂ ਦੇਖਿਆ ਸਾਰਿਆਂ ਨੇ ਸੁਣਿਆ ਅਰਦਾਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਕਰਦੇ ਸੀ ਸਾਰੇ। ਤੇ ਇੱਧਰ ਸਾਡੇ ਮਾਤਾ ਹੁਣੀ ਭੈਣਾਂ ਹੁਣੀ ਰਹਿੰਦੇ ਨੇ ਇਸ ਘਰ ਦੇ ਵਿੱਚ। ਆ ਸਾਡੇ ਵਲੰਟੀਅਰ ਦੇਖੋ ਸਾਰਿਆਂ ਦੇ ਜੋੜੇ ਬਣਾ ਬਣਾ ਕੇ ਜਿਹੜੇ ਕੀਮਤੀ ਹੋਣੀ ਹੈ ਜੱਸੀ ਹੁਣ ਛੋਟੇ ਬੱਚੇ ਸਾਡੇ ਉਹ ਸੇਵਾ ਕਰਦੇ ਨੇ। ਇਹ ਤਾਂ ਸਾਡੀ ਕਮਲਜੀਤ ਭੈਣ ਆ, ਪੋਚੇ ਲਾਈ ਜਾਂਦੀ ਆ। ਸੱਚੇ ਪਾਤਸ਼ਾਹ ਨੂੰ ਮਿਹਰ ਕਰੇ ਮੇਰੀ ਭੈਣ ਤੇ ਇਹਦੀ ਭੈਣ। ਸੌਰੀ ਜੀ ਵਿੱਚੋਂ ਕਨੈਕਸ਼ਨ ਕੱਟਿਆ ਗਿਆ ਸੀਗਾ। ਤੇ ਇਹ ਦੋਨੋਂ ਭੈਣਾਂ ਵਾਂ ਜੀ। ਇਹ ਭੈਣ ਸੇਵਾ ਕਰ ਰਹੀ ਹੈ, ਦੂਜੀ ਭੈਣ ਨੂੰ ਵੀ ਨਾਲ ਸੰਭਾਲ ਰਹੀ ਹੈ। ਉਹ ਠੀਕ ਨਹੀਂ ਹੈਗੀ ਦਿਮਾਗੀ ਤੌਰ ਤੇ ਵਿਚਾਰੀ। ਤੇ ਅੰਦਰ ਸਾਫ ਸਫਾਈ ਦਾ ਕੰਮ ਚੱਲਦਾ। ਹੁਣ ਸਾਡੇ ਮਾਤਾ ਹੁਣੀ ਸਾਰੇ ਪਾਠ ਦੇ ਵਿੱਚ ਨੇ। ਤੇ ਉਹਨੇ ਸਮੇਂ ਦੇ ਵਿੱਚ ਜਿਵੇਂ ਪੋਚੇ ਲਾ ਰਹੀਆਂ ਭੈਣ ਹੁਣੀ, ਅੰਦਰ ਸਾਰੇ ਪੋਚੇ ਲੱਗ ਗਏ ਨੇ, ਸਫਾਈ ਹੋ ਗਈ ਆ। ਤੇ ਗਾਂ ਹੁਣ ਪ੍ਰਸ਼ਾਦੇ ਦੀ ਤਿਆਰੀ ਆ। ਤੇ ਸੱਚੇ ਪਾਤਸ਼ਾਹ ਇਦਾਂ ਹੀ ਸੇਵਾ ਲਈ ਜਾਂਦੇ ਨੇ ਜੀ। ਹਰ ਚੀਜ਼ ਦਾ ਜ਼ਿੰਮੇਵਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਨਾ ਕਿਸੇ ਨੂੰ ਬਖਸ਼ੀ ਹੋਈ ਆ। ਆ ਟਾਈਮ ਟੇਬਲ ਦੇ ਹਿਸਾਬ ਨਾਲ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਜੀ। ਜਿਵੇਂ ਹੁਣ ਦਵਾਈਆਂ ਦਿੱਤੀਆਂ ਜਾ ਰਹੀਆਂ, ਕੁਝ ਵਲੰਟੀਅਰ ਸਾਡੇ ਦਵਾਈਆਂ ਦੇਣ ਲੱਗੇ ਹੋਏ ਨੇ। ਕਿਹਦੀ ਦਵਾਈ ਹੈ ਵੀਰੇ? ਟੋਨੀ ਦੀ ਦਵਾਈ ਦਿਖਾਈ ਕਿੱਥੇ ਦਵਾਈ? ਆ ਦਵਾਈਆਂ ਜੀ ਇਦਾਂ ਖੋਲੀਆਂ 'ਚ ਪਾ ਕੇ ਲਈ ਆਉਂਦੇ ਨੇ ਵੀਰ। ਇਹ ਗੁਰਪ੍ਰੀਤ ਹੋਣੀ ਜਿਹੜੇ ਕਿਸੇ ਟਾਈਮ ਆਪ ਖੁਦ ਬਿਮਾਰ ਸੀ, ਅੱਜ ਇਹ ਦਵਾਈਆਂ ਵਰਤਾ ਰਹੇ ਨੇ। ਆਉਣਾ ਮਾਂ ਆ ਗਿਆ ਮੈਂ, ਦੱਸੋ। ਤੈਨੂੰ ਫੋਨ ਕਰਦੇ ਫਰਮਾਈ ਕਿਹਨੂੰ ਫੋਨ ਕਰਾਂ ਮੈਂ? ਬਾਬੂ ਨੂੰ। ਅਰੇ ਕਾ ਫੋਨ ਕਰਤਾ। ਆਪਾਂ ਇਹਦੀ ਵੀਡੀਓ ਦੇਖ ਰਹੇ ਨੇ। ਇਹ ਪ੍ਰਵਾਹੀ ਪਿੰਡ 'ਚ ਸਾਰੀ ਦੁਨੀਆ 'ਚ ਦੇਖੀ ਜਾ ਰਹੀ ਹੈ ਵੀਡੀਓ। ਤੇ ਪ੍ਰਵਾਹੀ ਪਿੰਡ ਦੇ ਵੀਰ ਵੀ ਕੋਈ ਨਾ ਕੋਈ ਦੇਖਦੇ ਆ। ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਬਾਬੂ ਨਾਲ ਤੇ ਮਹਿੰਦਰ ਬਾਈ ਨਾਲ ਆਪਣੀ ਜ਼ਰੂਰ ਗੱਲ ਕਰਾਉਣਗੇ। ਇੱਕ ਅੱਧੇ ਦਿਨ ਦੇ ਵਿੱਚ ਆਪਾਂ ਨੂੰ ਫੋਨ ਆ ਜਾਊਗਾ ਪੱਕਾ। ਠੀਕ ਹੈ ਜੀ। ਉਹ ਮੇਰੇ ਭੈਣਾਂ ਨਾਲ ਵੀ ਹਾਂ, ਤੁਹਾਡੀਆਂ ਭੈਣਾਂ ਨਾਲ ਵੀ, ਤੁਹਾਡੀਆਂ ਬੇਟੀਆਂ ਨਾਲ ਵੀ ਉਹ ਵਾਹਿਗੁਰੂ ਦਰਸ਼ਨ ਬੂਟੇ ਹੁਣਾਂ ਨਾਲ ਸਾਰਿਆਂ ਨਾਲ ਹੋ ਗਈ ਗੱਲ। ਮਾਂ ਘਬਰਾਇਆ ਨਾ ਕਰ ਤੂੰ, ਉਹਨੂੰ ਟੈਨਸ਼ਨ ਨਹੀਂ ਲੈਣੀ। ਤੂੰ ਮੇਰੀ ਮਾਂ ਵਾ, ਮੈਂ ਤੇਰਾ ਪੁੱਤ ਆ। ਮਾਂ ਤੇਰੀ ਡਿਊਟੀ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਈ ਆ ਸਾਨੂੰ ਸੀਸਾਂ ਦੇਣ ਲਈ, ਸਾਡਾ ਹੌਸਲਾ ਵਧਾਉਣ ਲਈ ਸਾਡੀ ਡਿਊਟੀ ਲਾਈ ਆ। ਕਹਿੰਦੇ ਤੁਹਾਡੇ ਬਾਲ ਜੀ ਦੀ ਕੀ ਕਰੇ। ਤੇ ਡਿਊਟੀ ਮਹਾਰਾਜ ਨੇ ਸਾਨੂੰ ਲਾਈ ਹੋਈ ਆ। ਅਸੀਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਨਿਭਾ ਸਕੀਏ, ਤੁਹਾਡੀ ਸੇਵਾ ਤੇਰਾ ਕਰ। ਮੈਂ ਮਿਲਣਾ ਉਹਨਾਂ ਨੂੰ। ਹਾਂ, ਕੋਈ ਨਾ ਮਿਲਾਵਾਂਗੇ, ਰਹਿੰਦੀ ਉੱਥੇ ਮੈਂ ਹੈ ਨਹੀਂ। ਪੱਕਾ ਮਿਲਾਵਾਂਗੇ ਮਾਂ, ਪੱਕਾ ਉਹ ਮਿਲਾਵਾਂਗੇ। ਕਹਿੰਦੇ ਹੁੰਦੇ ਨੇ ਪੇਕੇ ਦੀ ਤਾਂ ਖੱਟ, ਹਾਂ। ਸਹੁਰਾ ਦੀ ਲੱਤ ਇੱਕ ਬਰੋਬਰ ਆ। ਅੱਛਾ ਜੀ। ਮਾਪੇ ਦਾ ਕਿੰਨੇ ਹੀ ਦਾਤ ਦੇ ਦੇਣ, ਚੰਗਾ ਨਹੀਂ ਲੱਗਦਾ। ਕਹਿੰਦੇ ਨੇ ਕਿਵੇਂ ਦਦ ਲੱਗੇ ਨੇ ਜੀ। ਅੱਛਾ ਸੌਰੀ ਜੇ 2 ਦਿਨ ਰੋਟੀ ਨਾ ਖਾ, ਕਹਿੰਦੇ ਨੇ ਕੋਈ ਨਾ ਆਪਦਾ ਘਰ ਹੈ, ਜੇ ਨਹੀਂ ਖਾਧੀ ਫੇਰ ਕੀ ਹੋ ਗਿਆ, ਫੇਰ ਕੱਲ੍ਹ ਨੂੰ ਖਾ ਲਾਂਗੇ। ਸਹੀ ਗੱਲ ਆ ਮਾਂ, ਸਹੀ ਗੱਲ ਆ। ਬਸ ਗੱਲ ਸਮਝਣ ਦੀ ਆ ਮਾਂ। ਹਾਂ ਤੇ ਯਾਨੀ ਕਿ ਇਦਾਂ ਦੀਆਂ ਮਾਂ ਨੇ ਸਿਆਣੀਆਂ ਗੱਲਾਂ ਕਰਨ ਵਾਲੀ ਇਹ ਮਾਂ ਨੂੰ ਲੋਕ ਕਮਲਾ ਕਹਿ ਕੇ ਇਸ ਤਰ੍ਹਾਂ ਸੜਕਾਂ ਤੇ ਪਾਉਣ ਲਈ ਮਜਬੂਰ ਕਰਦੇ। ਕਮਲਾ ਫਿਰ ਹੁਣ ਜਿਹੜੇ ਪੈਸੇ ਤੇ ਉਹ ਵੀ ਹਜਮ ਕਰਨੇ ਤੇ
ਜਿਹੜੀ ਪੇਟੀ ਜੇ ਕਹਾ ਮੈਂ ਤਾਂ ਐਡੀ ਐਡੀ ਪੇਟੀ ਉੱਚੀ ਸੀ ਭਰੀ ਪਈ ਸੀ ਅੱਛਾ ਜੀ ਅੰਤ ਦੀ। ਉਹ ਭਾਈ ਫਿਰ ਉਹ ਨੀਤ ਜਦੋਂ ਮਾੜੀ ਹੋ ਜੇ, ਬਸ ਹੁਣ ਆਪਾਂ ਮਾੜਾ ਨਹੀਂ ਕਿਸੇ ਨੂੰ ਵੀ ਕਹਿਣਾ, ਹਾਂ ਨੀਤ ਮਾੜੀ, ਬਸ ਕੋਈ ਗੱਲ ਨਹੀਂ। ਉਹਦਾ ਵੀ ਮਾੜੇ ਨੀਤ ਮਾੜੀ। ਵਾਹਿਗੁਰੂ ਨੂੰ ਸਭ ਪਤਾ, ਸੱਚੇ ਪਾਤਸ਼ਾਹ ਮਹਾਰਾਜ ਨੂੰ। ਉਹ ਵੀ ਤੇਰੇ ਪੁੱਤ ਆ, ਉਹ ਵੀ ਤੇਰੀਆਂ ਧੀਆਂ, ਉਹ ਵੀ ਤੇਰੀਆਂ ਨੂੰਹਾਂ ਧੀਆਂ ਵਰਗੀਆਂ ਹੀ ਹੁੰਦੀਆਂ। ਇੱਕ ਪੰਜੀ ਨਹੀਂ ਚੱਕੀ ਉਹਨਾਂ ਦੇ ਘਰੋਂ ਹਾਂ, ਮੈਂ ਬਸ ਹੁਣ ਤੂੰ ਆਪਾਂ ਸਾਰਿਆਂ ਲਈ ਅਰਦਾਸ ਕਰ ਤੂੰ ਵੀ ਉਹਨਾਂ ਨੂੰ ਸੁਖੇ, ਉਹਨਾਂ ਨੂੰ ਵੀ ਚਮਕੌਰ, ਉਹਨਾਂ ਨੂੰ ਵੀ ਤੰਦਰੁਸਤੀ ਵਾਹਿਗੁਰੂ ਦੇ। ਮੈਂ ਤੰਦਰੁਸਤ। ਤਾਂ ਕਹਿੰਦੀ ਆਪਦੇ ਘਰੇ ਖੇਡਣਾ ਹੱਸਣਾ, ਉਹਦੇ ਪੁੱਤ ਪਰ ਮੈਂ ਉਹਨਾਂ ਦੇ ਘਰ ਦੀ ਪੰਜੀ ਨਹੀਂ ਮਾਰ। ਕੋਈ ਨਾ, ਤੈਨੂੰ ਮਹਾਰਾਜ ਨੇ ਕਿੱਡਾ ਘਰ ਦਿੱਤਾ, 200 ਪਰਿਵਾਰ ਦੇ ਮੈਂਬਰ ਆ, ਤੇਰਾ ਕਿੱਡਾ ਘਰ ਆ, 1.5 ਕਿੱਲੇ ਜ਼ਮੀਨ 'ਚ, ਮੇਰੇ ਹੀ ਨੇ 1.5 ਕਿੱਲੇ 'ਚ ਘਰ ਤੇਰਾ ਮਹਾਰਾਜ ਨੇ ਬਣਾ ਕੇ ਦਿੱਤੀ ਹੈ ਤੈਨੂੰ, ਐਡੀ ਕੋਠੀ ਪਰ ਬਣਾ ਕੇ ਉਹਨਾਂ ਦਿੱਤੀ ਨੇ ਹੈ। ਆਏ ਨਹੀਂ ਸੀ ਕਰਨਾ। ਕੋਈ ਨਾ ਮਾਂ, ਉਹ ਕਿਸਮਤ ਆ ਉਹਨਾਂ ਦੀ, ਕਰਮਾਂ ਦੀ ਖੇਡ ਆ ਮਾਂ। ਉਹਨਾਂ ਦੇ ਕਰਮਾਂ 'ਚ ਤੇਰੀ ਸੇਵਾ ਹੈ ਨਹੀਂ ਸੀ ਲਿਖੀ ਹੋਈ, ਤਾਂ ਉਹ ਹੋਇਆ। ਇਹ ਬਹਾਨਾ ਬਣਦਾ। ਬਾਕੀ ਹੁਣ ਜੇ ਆਪਾਂ ਕਹੀਏ ਵੀ ਉਹਨਾਂ ਨੇ ਕੀਤਾ, ਉਹਨਾਂ ਨੇ ਨਹੀਂ ਕੀਤਾ, ਉਹਨਾਂ ਦੀ ਕਿਸਮਤ 'ਚ ਲਿਖਿਆ ਹੋਇਆ ਸੀ ਮਾਂ। ਇਹ ਮਾੜਾ ਚੰਗਾ ਜੋ ਹੋਣਾ ਉਹ ਵਾਹਿਗੁਰੂ ਨੇ ਨਾ ਪਹਿਲਾਂ ਤੈਅ ਆ। ਬਸ ਇੰਨਾ ਜ਼ਰੂਰ ਆ ਵੀ ਇਨਸਾਨ ਦੇ ਹੱਥ 'ਚ ਆ ਵੀ ਉਹ ਚੰਗਾ ਚੁਣਦਾ ਜਾਂ ਮਾੜਾ ਚੁਣਦਾ। ਉਹਨਾਂ ਨੇ ਹੁਣ ਉਸ ਟਾਈਮ ਨਹੀਂ ਖਿਆਲ ਕੀਤਾ, ਉਹਦਾ ਸਜ਼ਾ ਉਹਨਾਂ ਨੂੰ ਮਿਲੀ ਆ ਵੀ ਉਹ ਆਪਣੀ ਜਿਉਂਦੇ ਜੀ ਮਾਂ ਦੀ ਸੇਵਾ ਨਹੀਂ ਕਰ ਪਾ ਰਹੇ। ਹੋਰ ਤਾਂ ਮੇਰੇ ਉਹਨਾਂ ਨੂੰ ਤੁਹਾਡੀਆਂ ਗਲਤੀਆਂ ਵੱਡੀਆਂ ਲੱਗਦੀਆਂ, ਤੁਹਾਡੀਆਂ ਕਈਆਂ ਹੋਈਆਂ ਗੱਲਾਂ ਜ਼ਿਆਦਾ ਕੌੜੀਆਂ ਲੱਗਦੀਆਂ ਉਹਨਾਂ ਨੂੰ। ਗੱਲ ਤਾਂ ਉਹਨਾਂ ਨੂੰ ਕੋਈ ਨਹੀਂ ਕਹੀ ਮੈਂ। ਨਾ ਨਾ ਨਾ, ਅੱਛਾ, ਉਹ ਆਪਦਾ ਕਰਦੇ ਤੇ ਖਾਂਦੇ ਤੇ। ਮੈਂ ਕਿਹਾ ਮੇਰੀਆਂ ਤਾਂ 2 ਰੋਟੀਆਂ ਨੇ, ਰੋਟੀ ਸੋਹਣੀ ਦਿੰਦੇ ਤੇ ਐਵੇਂ ਕਹਾ ਹੱਥ ਨੇ ਦੁੱਧ ਵੀ ਦਿੰਦੇ ਹੁੰਦੇ ਪੀਣ ਨੂੰ। ਇਹ ਮਾਤਾ ਜੀ ਦੀ ਅੱਖ ਦੇ ਉੱਤੇ ਰਸੌਲੀ ਆ ਜੀ, ਛੋਟੀ ਜੀ। ਇਹਦਾ ਆਪਰੇਟ ਹੋਣਾ, ਡਾਕਟਰ ਕਹਿੰਦੇ ਆਪਰੇਸ਼ਨ ਕਰਕੇ ਕੱਢਣੀ ਪੈਣੀ ਆ ਇਹ, ਤੇ ਛੋਟਾ ਜੀ ਆਪਰੇਟ ਆ, ਦੂਰਬੀਨ ਨਾਲ ਜਿਵੇਂ ਕਹਿ ਦਈਏ ਉਹ ਕਰਵਾਉਣਾ ਵਾ। ਪਾਤਸ਼ਾਹ ਕਿਰਪਾ ਕਰਨ। ਆ ਕਰੋਨਾ ਕਰਕੇ ਥੋੜਾ ਜਿਹਾ ਅਸੀਂ ਹਸਪਤਾਲ ਤੋਂ ਡਰਦੇ ਸੀ ਭੇਜਣ ਤੋਂ ਮਾਤਾ ਉਹਨਾਂ ਨੂੰ। ਨਾ ਉੱਥੇ ਕਾਹਨੂੰ ਇੱਕ ਹੋਰ ਕਹਿੰਦਾ ਜੀ ਤਾਂ ਉੱਥੇ। ਹਾਂ, ਉੱਥੇ ਦਿਖਾਵਾਂਗੇ ਮੈਂ ਕਿਹਾ ਨਹੀਂ ਉੱਥੇ ਨਹੀਂ ਮੈਂ ਜਾਂਦੀ। ਉਹਦੇ ਦੇ ਡਿੱਗੀ, ਇਹ ਡਿੱਗ ਕੇ ਵੱਡੀ ਆ ਸੱਟ। ਇੱਥੇ ਮੈਂ ਨਹੀਂ ਆ। ਉਹਦਾ ਮਹਾਰਾਜ ਦੀ ਸਵਾਰੀ ਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਜਿਹੜੀਆਂ ਆਪਾਂ ਅੱਜ ਅਰਦਾਸ ਵੀ ਕੀਤੀ ਹੈ ਗੁਰੂ ਸਾਹਿਬ ਅੱਗੇ, ਤੇ ਅੱਜ ਪ੍ਰਸ਼ਾਦੇ ਪਾਣੀ ਦੀ ਵੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਵੱਲੋਂ ਆਪਾਂ ਤੋਂ ਕਰਵਾਈ ਜਾ ਰਹੀ ਹੈ, ਜੋ ਕਿ ਹਰ ਰੋਜ਼ ਹੀ ਹੁੰਦੀ ਆ। ਪਰ ਜਦੋਂ ਵੀ ਕਿਸੇ ਆਪਣੇ ਪਰਿਵਾਰ ਦੇ ਮੈਂਬਰ ਦਾ ਕੋਈ ਜਨਮ ਦਿਨ ਹੁੰਦਾ ਤਾਂ ਆਪਾਂ ਸਾਰੇ ਰਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਅੱਜ ਰੋਹਨਪ੍ਰੀਤ ਦਾ ਜਨਮ ਦਿਨ ਆ। ਤੁਸੀਂ ਸਾਰੇ ਜਾਣਦੇ ਹੋ ਰੋਹਨਪ੍ਰੀਤ ਆਪਣੇ ਵਿੱਚ ਇੱਥੇ ਵਿਚਰਦਾ, ਕੋਵਿਡ ਕਰਕੇ ਹੁਣ ਪਿਛਲੇ 7-8 ਮਹੀਨਿਆਂ ਤੋਂ ਆਪਾਂ ਉਹਨਾਂ ਦੀ ਐਂਟਰੀ ਬੰਦ ਕੀਤੀ ਹੈ। ਚਾਹੇ ਉਹ ਪਰਿਵਾਰ ਦੇ ਮੈਂਬਰ ਨੇ, ਚਾਹੇ ਉਹ ਪਰਿਵਾਰ ਦੇ ਮੈਂਬਰ ਨੇ ਜਿਹੜੇ ਦੂਰੋਂ ਦਰਾਡਿਆਂ ਤੋਂ ਆਉਂਦੇ ਨੇ
ਸਾਰਿਆਂ ਲਈ ਜਿਹੜਾ ਰੂਲ ਆ ਤੇ ਅਸੂਲ ਆ ਉਹ ਇੱਕੋ ਹੀ ਆ ਤੇ ਉਹਨਾਂ ਨੂੰ ਵੀ ਆਉਣਾ ਜਾਣਾ। ਪਰਿਵਾਰ ਮੇਰੇ ਮਦਰ ਆਉਂਦੇ ਹੁੰਦੇ ਸੀ, ਸਾਰੇ ਘਰ ਦੇ ਮੈਂਬਰ ਆਉਂਦੇ ਸੀ ਜਿਹੜੇ ਇੱਥੇ ਪ੍ਰਸ਼ਾਦੇ ਦੀ ਸੇਵਾ ਕਰਾਉਣੀ ਜਾਂ ਹੋਰ ਸਾਰਿਆਂ ਨੂੰ ਆਪਾਂ ਬੰਦ ਕਰਤਾ ਸੀ ਕਿ ਇੱਥੇ ਅੰਦਰ ਕੋਈ ਵੀ ਮੈਂਬਰ ਨਹੀਂ ਆਊਗਾ ਜਦ ਤੱਕ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲਦਾ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਉਮੀਦ ਆ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਇਹਦਾ ਟੀਕਾ ਵਾ ਜਿਹੜਾ ਉਹ ਆ ਜਾਊਗਾ ਤੇ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਕਰੀਬ ਬਣ ਚੁੱਕਿਆ। ਤਾਂ ਫਿਰ ਆਪਣਾ ਪਰਿਵਾਰ ਵੀ ਖੁੱਲ੍ਹ ਕੇ ਸਾਹ ਲੈ ਸਕੂਗਾ, ਖੁੱਲ੍ਹ ਕੇ ਜ਼ਿੰਦਗੀ ਜਿਉ ਸਕੂਗਾ। ਅੱਜ ਰੋਹਨ ਦਾ ਜਨਮ ਦਿਨ ਆ ਤੇ ਉਹ ਮਨਾ ਰਹੇ ਆਪਾਂ ਸਾਰੇ ਜਣੇ। ਤੁਸੀਂ ਇੱਕ ਸਭ ਤੋਂ ਜ਼ਰੂਰੀ ਅਰਦਾਸ ਆ ਜਿਹੜੀ ਉਹ ਤਾਂ ਇਹ ਕਰਿਓ ਇੱਕ ਵੀ ਉਹ ਵੱਡਾ ਹੋ ਕੇ ਤੁਹਾਡੀ ਸਾਰਿਆਂ ਦੀ ਸੇਵਾ ਕਰ ਸਕੇ। ਉਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਬਲ ਬਖਸ਼ਣ, ਇੰਨੀ ਸਮੱਤ ਬਖਸ਼ਣ ਵੀ ਉਹ ਸੇਵਾ ਕਰਨ ਵਾਲੀ ਭਾਵਨਾ ਹੋਵੇ ਉਹਦੇ ਅੰਦਰ ਪੈਦਾ ਹੋਵੇ। ਕਿਉਂਕਿ ਸਾਡੇ ਅੰਦਰ ਜਿਹੜੀ ਸੇਵਾ ਦੀ ਭਾਵਨਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਪੈਦਾ ਕੀਤੀ ਹੋਈ ਸੀ ਉਹ ਛੋਟੇ ਹੁੰਦਿਆਂ ਤੋਂ ਹੀ ਸੀਗੀ, ਬਚਪਨ ਤੋਂ। ਕਿਉਂਕਿ ਅਸੀਂ ਉਹ ਛੋਟੇ ਹੁੰਦੇ ਹੀ ਇਹਨਾਂ ਚੀਜ਼ਾਂ ਦੇ ਵਿੱਚ ਰਹੇ, ਬੜਾ ਨੇੜੇ ਹੋ ਕੇ ਖੁਦ ਆਪਣੇ ਪਰਿਵਾਰ ਦੇ ਵੀ ਦੁੱਖ ਤਕਲੀਫਾਂ ਨੂੰ ਹੰਢਾਇਆ ਤੇ ਫਿਰ ਹੌਲੀ ਅੰਦਰੋਂ ਬੀਜ ਜਿਹੜਾ ਪੁੰਗਰਦਾ ਅੱਜ ਏਡੇ ਵੱਡੇ ਦਰਖਤ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ। ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਕੰਨੋਂ ਫੜ ਕੇ ਸਾਨੂੰ ਇਸ ਡਿਊਟੀ ਤੇ ਲਾਇਆ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਇਹਨਾਂ ਵੀਰਾਂ ਭਰਾਵਾਂ ਦੀ, ਬੱਚਿਆਂ ਦੀ, ਬਜ਼ੁਰਗਾਂ ਦੀ, ਮਾਵਾਂ ਦੀ, ਭੈਣਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਆ, ਸਮੱਤ ਬਖਸ਼ੀ, ਸਾਨੂੰ ਇਸ ਕਾਬਲ ਕੀਤਾ ਵੀ ਅਸੀਂ ਇਹ ਸੇਵਾ ਕਰ ਸਕੀਏ। ਸਾਡੇ ਪਰਿਵਾਰ ਦੇ ਉੱਤੇ ਉਹ ਵਾਹਿਗੁਰੂ ਜੀ ਨੇ ਕਿਰਪਾ ਏਡੀ ਵੱਡੀ ਕੀਤੀ। ਅਸੀਂ 3 ਭਰਾ, 1.5 ਕਿੱਲਾ ਜ਼ਮੀਨ ਸੀ ਸਾਡੇ ਕੋਲੇ, ਅੱਧਾ ਕਿੱਲਾ ਜ਼ਮੀਨ ਦੇ ਮਾਲਕ ਸੀ। ਬਾਪੂ ਸਾਡਾ ਫੌਜ ਦੇ ਵਿੱਚ ਨੌਕਰੀ ਕਰਦਾ ਸੀ, ਫੌਜ ਚੋਂ ਰਿਟਾਇਰ ਹੋ ਕੇ ਆ ਕੇ ਉਹ ਪਹਿਲਾਂ ਤਾਂ ਛੋਟੇ ਕੰਟਰੀ ਮਾਸਕਟ ਦੇ ਵਿੱਚ ਕੁਝ ਸਾਲ ਲਾ ਕੇ ਆਏ। ਫਿਰ ਉਹਨਾਂ ਨੇ ਇੱਥੇ ਆ ਕੇ ਇੱਕ ਫੀਅਟ ਗੱਡੀ ਲੈ ਲਈ ਜਿਹੜੀ ਟੈਕਸੀ ਚਲਾਉਂਦੇ ਸੀ ਉਹ। ਫਿਰ ਫੀਅਟ ਵੇਚ ਕੇ ਉਹਨਾਂ ਨੇ ਅੰਬੈਸਡਰ ਲੈ ਲਈ, ਕਾਫੀ ਟਾਈਮ ਅੰਬੈਸਡਰ ਗੱਡੀ ਚਲਾਈ। ਤੜਕਿਓਂ 2 ਵਜੇ ਉੱਠ ਕੇ ਸਟੈਂਡ ਤੇ ਜਾ ਕੇ ਟੈਕਸੀ ਸਟੈਂਡ ਤੇ ਗੱਡੀ ਲਾ ਲੈਂਦੇ ਸੀ। ਫਿਰ ਮਰੂਤੀ ਵੈਨ ਲੈ ਲਈ। ਯਾਨੀ ਕਿ ਏਦਾਂ ਉਹਨਾਂ ਨੇ ਬੜਾ ਮਿਹਨਤ ਕੀਤੀ, ਬੜਾ ਸੰਘਰਸ਼ ਕੀਤਾ। ਅਸੀਂ 3 ਭਰਾ ਸੀ ਸਾਡੇ ਘਰ ਦੇ ਵਿੱਚ। ਅਸੀਂ ਸਾਡੇ ਮਾਤਾ ਜੀ ਬਾਪੂ ਹੁਣੀ ਇੰਨਾ ਵੀ ਨਹੀਂ ਸੀ ਤਿੰਨਾਂ ਨੂੰ ਉਹ ਪੜ੍ਹਾ ਸਕਣ। ਮੈਂ ਨਾਨਕੇ ਪਿੰਡ ਰਿਹਾ ਆਪਦੇ, ਉੱਥੇ ਜਗਰਾਉਂ ਕੋਠੇ ਰਾਣਾ ਦੇ ਕੋਲੇ ਉੱਥੇ ਪਲਿਆ, ਉੱਥੇ ਹੀ ਪੜ੍ਹਿਆ। ਤੇ ਫਾਦਰ ਸਾਹਿਬ 99 ਦੇ ਵਿੱਚ ਬਿਮਾਰ ਹੋ ਗਏ, ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਆ ਗਿਆ, ਦੋਨੋਂ ਗੁਰਦੇ ਖਰਾਬ ਹੋ ਗਏ। ਤਾਂ ਮੈਨੂੰ ਪਿੰਡ ਆ ਕੇ ਆਪਣੀ ਵੱਡੇ ਹੋਣ ਦੀ ਜ਼ਿੰਮੇਵਾਰੀ, ਕਿਉਂਕਿ ਮੈਂ ਤਿੰਨਾਂ ਦੇ ਵਿੱਚੋਂ ਵੱਡਾ ਸੀਗਾ ਤੇ ਜ਼ਿੰਮੇਵਾਰੀ ਅਦਾ ਕਰਨੀ ਪਈ। ਬਾਪੂ ਜੀ ਨੂੰ ਸੰਭਾਲਿਆ 1.5 ਸਾਲ, ਕਰੀਬ 1 ਸਾਲ 4 ਮਹੀਨੇ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਨੂੰ। ਤੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਹਿੰਮਤ ਬਖਸ਼ੀ। ਪਰ ਇੱਕ ਗੱਲ ਉਦੋਂ ਸਮਝ ਆਈ, ਇਹ ਗੱਲ ਜਦੋਂ ਖੁਦ ਘਰ ਦਾ ਆਪਦੇ ਆਪ ਤੇ ਪੈਂਦੀ ਹੈ, ਜਦੋਂ ਆਪਦੇ ਘਰ ਆ ਕੇ ਲੱਗਦੀ ਆ ਉਦੋਂ ਪਤਾ ਲੱਗਦਾ ਬੰਦੇ ਨੂੰ ਵੀ ਜਿਹੜਾ ਪਾਣੀ ਆ ਉਹ ਕਿੱਥੇ ਪਿਆ, ਕੀ ਭਾਵ ਵਿਅਕਤੀ ਆ ਉਸ ਟਾਈਮ, ਉਹ ਅੱਗ ਕਿਵੇਂ ਬੁਝਾਈ ਜਾ ਸਕਦੀ। ਜਦੋਂ ਬਾਪੂ ਨੂੰ ਪ੍ਰੋਬਲਮ ਆਈ, ਪੈਰਾਲਾਈਜ਼ ਦਾ ਅਟੈਕ ਆਇਆ, ਤਾਂ ਫਟਾਫਟ ਚੱਕ ਕੇ ਹਸਪੀਟਲ ਲੈ ਗਏ ਮੰਮੀ ਹੁਣੀ। ਮੈਂ ਨਾਨਕੇ ਪਿੰਡ ਸੀਗਾ, ਮੈਨੂੰ ਵੀ ਪਤਾ ਲੱਗਿਆ, ਅਸੀਂ ਵੀ ਆ ਗਏ। ਪਹਿਲਾਂ ਇੱਥੇ ਛੋਟਾ ਹਸਪੀਟਲ ਆ ਇੱਕ ਲੁਧਿਆਣੇ ਬਾਹਰ ਹੀ ਅਗਰਨਗਰ ਦੇ ਕੋਲੇ ਪੂਰੀ ਹਸਪਤਾਲ ਹੁੰਦਾ ਸੀਗਾ ਜੀ, ਉੱਥੇ ਚੱਕ ਕੇ ਲੈ ਗਏ। ਪਹਿਲਾਂ ਉੱਥੋਂ ਛੋਟੇ-ਮੋਟੇ ਇਲਾਜਾਂ, ਬਿਮਾਰੀਆਂ ਦੀ ਦਵਾਈ ਲੈਂਦੇ ਹੁੰਦੇ ਸੀ। ਉਹ ਡਾਕਟਰ ਦੇ ਲਾਲਚ ਦੀ ਗੱਲ ਕਰਦਾ ਵੀ ਉਦੋਂ ਲਾਲਚ ਵੱਧ ਚੁੱਕਿਆ ਸੀ। ਉਦੋਂ ਡਾਕਟਰਾਂ ਦੇ ਵਿੱਚ ਇਹ ਰਾਖਸ਼ ਰੂਪੀ ਮਾਇਆ ਨੇ ਅਸਰ ਕਰਤਾ ਸੀ। ਉਹ ਡਾਕਟਰ ਸਾਹਿਬ ਨੇ ਦਾਖਲ ਕਰ ਲਿਆ ਪਾਪਾ ਨੂੰ, ਦਾਖਲ ਕਰਕੇ ਇਲਾਜ ਸ਼ੁਰੂ ਕਰਤਾ। ਅੱਜ ਮੰਨ ਲਓ ਸਵੇਰੇ ਲੈ ਕੇ ਗਏ ਆ, ਦੂਸਰੇ ਦਿਨ ਸਵੇਰ ਤੱਕ ਉਹਨਾਂ ਦਾ ਦੀ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਗਈ ਸੀ, ਉਹ ਐਡਾ ਵੱਡਾ ਉਹਨਾਂ ਦਾ ਸਿਰ ਹੋ ਗਿਆ ਸੀ ਸੁੱਜ ਕੇ, ਪੇਟ ਪਾਣੀ ਨਾਲ ਭਰ ਗਿਆ, ਲੱਤਾਂ ਬਾਹਾਂ ਸੁੱਜ ਗਈਆਂ, ਜਿਹੜੇ ਕਿ ਪੂਰੀ ਬੋਡੀ ਫੁੱਲ ਗਈ ਉਹਨਾਂ ਦੀ। ਤੇ ਦੇਖਣ ਨੂੰ ਸਾਨੂੰ ਲੱਗੀ ਜਾਵੇ ਵੀ ਉਹਦੇ ਹਾਲਾਤ ਸਹੀ ਨਹੀਂ, ਤੇ ਡਾਕਟਰ ਫੇਰ ਵੀ ਕਹੀ ਜਾਵੇ ਨਹੀਂ ਕੋਈ ਗੱਲ ਨਹੀਂ ਜੀ, ਆਪਾਂ ਦੇਖਦੇ ਆਪਾਂ ਬਾਹਰੋਂ ਡਾਕਟਰ ਸੱਦਿਆ, ਉਹ ਫਲਾਨਾ ਡਾਕਟਰ ਚੈੱਕ ਕਰ ਰਿਹਾ। ਅਖੀਰ ਨੂੰ ਅਸੀਂ ਲੜ ਕੇ, ਅਸੀਂ ਲੜਾਈ ਕਰਕੇ ਉਹ ਤੋਂ ਛੁੱਟੀ ਕਰਵਾਈ ਵੀ ਨਹੀਂ, ਤੂੰ ਸਾਨੂੰ ਛੁੱਟੀ ਕਰ ਦੇ ਵੀ ਅਸੀਂ ਤੇ ਇੱਥੋਂ ਨਹੀਂ ਇਲਾਜ ਕਰਾਉਣਾ, ਅਸੀਂ ਦਇਆਨੰਦ ਹਸਪਤਾਲ DMC ਲੈ ਜਾਂਦੇ। ਪਰ ਉਹਦਾ ਲਾਲਚ ਉਹਨੂੰ ਰੋਕ ਰਿਹਾ ਸੀ। ਉਹ ਕਹੇ ਨਹੀਂ ਜੀ ਇਹ ਠੀਕ ਹੋ ਜਾਣਾ, 2 ਦਿਨ ਹੋਰ ਲਾ ਲਓ। 1 ਦਿਨ ਦਾ 22,000 ਰੁਪਇਆ ਲੱਗਦਾ ਸੀ ਸਾਡਾ। 2 ਦਿਨਾਂ ਦੇ ਵਿੱਚ ਉਹਨੇ ਸਾਤੋਂ ਕਰੀਬ 50-55,000 ਰੁਪਇਆ ਲੈ ਲਿਆ, ਦਵਾਈਆਂ ਪਾ ਕੇ 70-80,000 ਰੁਪਇਆ ਸਾਡਾ ਉਹ 1.5 ਦਿਨ ਚ ਲੱਗ ਗਿਆ। ਚਲੋ ਅਸੀਂ ਛੁੱਟੀ ਕਰਾ ਕੇ ਧੱਕੇ ਨਾਲ ਦਇਆਨੰਦ ਹਸਪਤਾਲ ਲੈ ਗਏ। DMC ਦੇ ਵਿੱਚ ਜਾਂਦੇ ਸਾਰ ਹੀ ਡਾਕਟਰਾਂ ਨੇ ਉਹਨਾਂ ਨੂੰ ਸੰਭਾਲਿਆ। ਉੱਥੇ
ਬੜੇ ਸਿਆਣੇ ਸੱਜੇ ਡਾਕਟਰ ਨੇ, ਉਹਨਾਂ ਨੇ ਜਾਂਦੇ ਸਾਰੀ ਬਿਮਾਰੀ ਨੂੰ ਫੜ ਲਿਆ, ਟੈਸਟ ਕਰੇ, ਪਤਾ ਲੱਗਿਆ ਵੀ ਦੋਨੋਂ ਗੁਰਦੇ ਖਰਾਬ ਆ। ਡਾਇਲਸਿਸ ਕੀਤੀ, ਡਾਇਲਸਿਸ ਕਰਨ ਵਾਲੇ ਦੂਸਰੇ ਦਿਨ ਹੀ ਪੂਰੀ ਬਾਡੀ ਤੋਂ ਸੋਜ ਲੈ ਗਈ। ਸੋਜ ਲੈਣ ਨਾਲ ਥੋੜੀ ਹੋਸ਼ ਦੇ ਵਿੱਚ ਆ ਗਏ ਉਹ, ਹੋਸ਼ ਚ ਆਉਣ ਨਾਲ ਸਾਨੂੰ ਤਸੱਲੀ ਹੋ ਗਈ ਵੀ ਠੀਕ ਨੇ। 6 ਮਹੀਨੇ ਅਸੀਂ ਦਿਆਨੰਦ ਹਸਪਤਾਲ ਦੇ ਵਿੱਚ ਰਹੇ। ਸਾਡੇ ਫਾਦਰ ਸਾਹਿਬ ਉੱਥੇ ਦਾਖਲ ਰਹੇ। ਉਹਨਾਂ ਦੀ ਪਹਿਲਾਂ ਤਾਂ ਇੱਕ ਦਿਨ ਛੱਡ ਕੇ ਡਾਇਲਸਿਸ ਹੁੰਦੀ ਸੀ, ਖੂਨ ਸਾਫ਼ ਹੁੰਦਾ ਸੀ, ਫਿਰ 2 ਦਿਨ ਛੱਡ ਕੇ ਹੋਣ ਲੱਗ ਗਿਆ। ਇਦਾਂ ਹੀ ਕਰਦੇ ਕਰਦੇ 6 ਮਹੀਨੇ ਨਿਕਲ ਗਏ ਜੀ। ਉਸ ਟਾਈਮ 6 ਮਹੀਨੇ ਹਸਪਤਾਲ 'ਚ ਲਾਉਣੇ, ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਪੈਸਾ ਲੱਗਿਆ ਹੋ। ਸਾਡੇ ਬਾਪ ਨੇ ਜੋ ਜਮ੍ਹਾਂ ਪੂੰਜੀ ਇਕੱਠੀ ਕੀਤੀ, ਸਾਰੀ ਜ਼ਿੰਦਗੀ ਫੌਜ 'ਚ ਨੌਕਰੀ ਕਰਕੇ ਰਿਟਾਇਰ ਹੋਏ। ਜਦੋਂ ਚੀਨ ਨਾਲ ਲੜਾਈ ਲੱਗੀ ਸੀਗੀ, ਉਹਦੇ ਵਿੱਚ ਉਹਨਾਂ ਦਾ ਪੱਟ ਟੁੱਟ ਗਿਆ ਸੀਗਾ ਟ੍ਰੇਨ ਦੇ ਵਿੱਚ, ਉਹ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਸੀ, ਉਦੋਂ ਉਹਨਾਂ ਦੀ ਰਿਟਾਇਰਮੈਂਟ ਹੋਈ ਸੀ। ਤੇ ਫਿਰ ਉਸ ਤੋਂ ਬਾਅਦ ਆ ਕੇ ਉਹਨਾਂ ਨੇ 25-26 ਸਾਲ ਇੱਥੇ ਘਰ ਘਾਲੀ, ਗੱਡੀ ਚਲਾਈ, ਟੈਕਸੀ ਚਲਾਈ। ਜਿੰਨਾ ਉਹਨਾਂ ਨੇ ਪੈਸਾ ਜਮ੍ਹਾਂ ਕੀਤਾ ਸੀ ਉਸ ਟਾਈਮ ਸਾਨੂੰ ਚੇਤੇ ਆ, ਸਾਡੀ ਮਾਂ ਕਮੇਟੀਆਂ ਪਾਉਂਦੇ ਹੁੰਦੇ ਸੀਗੇ, ਕਮੇਟੀਆਂ ਪਾ ਕੇ ਪੈਸੇ ਇਕੱਠੇ ਕਰਦੇ ਹੁੰਦੇ ਸੀਗੇ। ਕਮੇਟੀਆਂ ਪਾਉਣੀਆਂ, ਤੁਹਾਨੂੰ ਪਤਾ ਮਹੱਲੇ ਦੇ ਵਿੱਚ ਕੁਝ ਬੀਬੀਆਂ ਰਲ ਕੇ ਇੱਕ ਉਹਨੂੰ ਕਹਿੰਦੀ ਹੈ ਵੀ ਇੱਕ ਚੈਰਿਟੀ, ਦੂਏ ਕਹਿੰਦੀ ਇੱਕ ਇਕੱਠਾ ਕਰ ਲੈਂਦੇ ਨੇ ਥੋੜੇ ਪੈਸੇ, ਤੇ ਉਹ ਹਰ ਮਹੀਨੇ ਕਿਸ਼ਤਾਂ ਦੇ ਜਾਂਦੇ ਨੇ ਤੇ ਪੈਸੇ ਇਕੱਠੇ ਹੋਈ ਜਾਂਦੇ ਨੇ। ਤੇ ਉਦਾਂ ਪੈਸੇ ਇਕੱਠੇ ਕੀਤੇ। ਇੱਕ ਪੌਣਾ ਕਿੱਲਾ ਜ਼ਮੀਨ ਬਾਪੂ ਨੇ ਸਾਡੇ ਨੇ ਬੈ ਲਈ ਆਪਣੇ ਪੈਸਿਆਂ ਦੇ ਨਾਲ, ਸਾਡੇ ਜ਼ਮੀਨ ਦੇ ਨਾਲ ਲੱਗਦਾ ਉਹ ਪੌਣਾ ਕਿੱਲਾ ਜ਼ਮੀਨ ਬੈ ਲਈ ਉਹਨਾਂ ਨੇ, ਤੇ ਬਾਕੀ 4.5 ਪੌਣੇ 5 ਲੱਖ ਰੁਪਈਆ ਬਾਪੂ ਨੇ ਆਪਣੇ ਕੋਲੇ ਰੱਖਿਆ ਹੋਇਆ ਸੀ ਇਕੱਠਾ ਕਰਕੇ। ਤੇ ਯਕੀਨ ਮੰਨਿਓ 6 ਮਹੀਨਿਆਂ ਦੇ ਵਿੱਚ ਘਰ ਦੀ ਇੱਕ ਇੱਕ ਚੀਜ਼ ਵਿਕਣੀ ਸ਼ੁਰੂ ਹੋ ਗਈ। ਪਹਿਲਾਂ ਤਾਂ ਉਹ ਪੈਸਾ ਖਤਮ ਹੋਇਆ ਜੋ ਸਾਡੇ ਕੋਲੇ ਪਿਆ ਸੀ, ਤੇ ਫਿਰ ਉਸ ਤੋਂ ਬਾਅਦ ਉਹ ਜ਼ਮੀਨ ਵੇਚੀ ਅਸੀਂ ਜਿਹੜੀ ਬਾਪੂ ਨੇ ਮੁੱਲ ਲਈ ਸੀ। ਫਿਰ ਉਸ ਤੋਂ ਬਾਅਦ ਜਿਹੜਾ ਘਰ ਦੇ ਵਿੱਚ ਗਹਿਣਾ ਗੱਟਾ ਹੁੰਦਾ ਵਾ ਸਾਡੇ ਮਦਰ ਦੇ ਕੋਲੇ ਜੋ ਸੀਗੇ ਉਹ ਵੇਚੇ, ਰਿਸ਼ਤੇਦਾਰਾਂ ਤੋਂ ਕੁਝ ਪੈਸੇ ਫੜੇ। ਅਖੀਰ ਨੂੰ ਇਦਾਂ ਹੀ ਕਰਦੇ ਕਰਦੇ ਸਭ ਕੁਝ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ ਸਾਡੇ ਕੋਲੇ। ਤੇ ਸਾਡਾ ਬਾਪੂ ਆ ਜਿਹੜਾ ਉਦੋਂ ਵੀ ਡਾਇਲਸਿਸ ਤੇ ਸੀਗਾ। ਕਿੰਨਾ ਕੁ ਟਾਈਮ ਡਾਇਲਸਿਸ ਕਰਾਈ ਜਾਂਦੇ, 65 ਸਾਲ ਦੇ ਕਰੀਬ ਉਮਰ ਸੀਗੀ। ਕਿਡਨੀ ਟ੍ਰਾਂਸਪਲਾਂਟ ਉਹ ਕਹਿੰਦੇ ਹੋ ਨਹੀਂ ਸਕਦਾ ਜੀ। ਸਾਨੂੰ ਉੱਥੇ ਇੱਕ ਭਲਾ ਪੁਰਸ਼ ਮਿਲਿਆ ਡਾਇਲਸਿਸ ਦੇ ਰੂਮ ਦੇ ਬਾਹਰ। ਉਹਨੇ ਵੀਰ ਨੇ ਮੈਨੂੰ ਦੱਸਿਆ ਵੀ ਮੇਰੇ ਫਾਦਰ ਸਾਹਿਬ ਵੀ ਇਦਾਂ ਹੀ ਸੀਗੇ, ਉਹਨਾਂ ਨੂੰ ਵੀ ਡਾਇਲਸਿਸ ਕਰਾਉਂਦੇ ਹੁੰਦੇ ਸੀਗੇ, ਪਰ ਮੈਂ ਹੁਣ ਇੱਕ ਦਿਨ ਵੀ ਹਫ਼ਤੇ ਦੇ ਵਿੱਚ ਇੱਥੇ ਡਾਇਲਸਿਸ ਰੂਮ 'ਚ ਗੇੜਾ ਮਾਰ ਕੇ ਜਾਂਦਾ, ਲੋਕਾਂ ਨੂੰ ਦੱਸ ਕੇ ਜਾਂਦਾ ਵੀ ਤੁਸੀਂ ਦੇਸੀ ਦਵਾਈ ਲੈ ਲਓ। ਵੀ ਸਾਡੇ ਇੱਥੇ ਦਲੱਦੀ ਪਿੰਡਾਂ ਨਾਭੇ ਦੇ ਕੋਲੇ ਸੰਤ ਟਿੱਲਾ ਕਹਿੰਦੇ ਉਹਨੂੰ, ਵੀ ਉੱਥੇ ਇੱਕ ਵੈਦ ਆ, ਉਹ 4-5 ਮਹੀਨੇ ਪਹਾੜੀਆਂ ਤੇ ਹਿਮਾਲਿਆ ਪਰਬਤ ਤੇ ਲਾਉਂਦਾ, ਬਾਕੀ ਟਾਈਮ ਇੱਥੇ ਉਹ ਦਵਾਈਆਂ ਦਿੰਦੇ ਆ। ਦਵਾਈਆਂ ਵੀ ਕੋਈ ਮਹਿੰਗੀਆਂ ਨਹੀਂ, 100-200 ਰੁਪਏ ਦੀ ਦਵਾਈ ਆ, ਵੀ ਤੁਸੀਂ ਉੱਥੋਂ ਦਵਾਈ ਲੈ ਕੇ ਦੇਖੋ। ਅਸੀਂ ਡਾਇਲਸਿਸ ਕਰਾਈ, ਦੂਏ ਦਿਨ ਹੀ ਉੱਥੇ ਲੈ ਗਏ। ਉੱਥੇ ਉਹ ਜਿਹੜੇ ਵੈਦ ਸੀਗੇ ਬੜੇ ਸਿਆਣੇ ਸੁਲਝੇ ਹੋਏ ਬਜ਼ੁਰਗ ਇਨਸਾਨ ਸੀ, ਉਹਨਾਂ ਨੇ ਬਾਪੂ ਦੀ ਨਬਜ਼ ਫੜ ਕੇ ਦੇਖਿਆ, ਚੈੱਕ ਕੀਤਾ, ਤੇ ਉਹਨਾਂ ਨੇ ਕਿਹਾ ਵੀ ਗੱਡੀ 'ਚ ਉਤਾਰ ਲਓ। ਗੱਡੀ 'ਚ ਬੈਠਿਆ ਦੀ ਉਹਨਾਂ ਨੇ ਨਬਜ਼ ਚੈੱਕ ਕੀਤੀ ਪਹਿਲਾਂ। ਉਹ ਵੈਦ ਉਸ ਟਾਈਮ ਦੇ ਵਿੱਚ ਜਿਨ੍ਹਾਂ ਕੋਲੇ ਕਲਾ ਅੱਜ ਵੀ ਹੈਗੀ ਆ, ਪਰ ਉਹ ਸਾਡੀ ਕਲਾ ਮਰਦੀ ਜਾ ਰਹੀ ਆ। ਉਹ ਵੈਦ, ਉਹ ਹਕੀਮ ਜਿਨ੍ਹਾਂ ਨੂੰ ਗੁਰ ਹੈਗੇ ਇਹਨਾਂ ਚੀਜ਼ਾਂ ਦੇ, ਉਹਨਾਂ ਨੂੰ ਅਸੀਂ ਹੁਣ ਨੀਮ ਹਕੀਮ ਖਤਰਾ ਜਾਨ ਸਮਝਣ ਲੱਗ ਗਏ ਆ। ਗੱਲ ਕੀ ਆ, ਉਹਨਾਂ ਨੇ ਗੱਡੀ 'ਚ ਉਤਾਰ ਲਿਆ ਸੀ, ਉਹਨਾਂ ਨੇ ਦਵਾਈ ਦਿੱਤੀ 7 ਦਿਨ ਦੀ। ਉਹ ਕਹਿੰਦੇ ਵੀ ਆਹ ਦਵਾਈ ਲੈ ਜਾਓ, ਜੇ 7 ਦਿਨਾਂ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਉੱਠ ਕੇ ਯਾਨੀ ਕਿ ਲੈਟਰਿਨ ਬਾਥਰੂਮ ਕਰਨਗੇ। ਪਿਛਲੇ 6 ਮਹੀਨਿਆਂ ਤੋਂ ਨਾ ਤਾਂ ਪਿਸ਼ਾਬ ਆਉਂਦਾ ਸੀ, ਉਹ ਵੀ ਡਾਇਲਸਿਸ ਰਾਹੀਂ ਖੂਨ ਸਾਫ਼ ਕਰਦੇ ਸੀ ਮਸ਼ੀਨਾਂ ਰਾਹੀਂ, ਤੇ ਨਾ ਟਾਇਲਟ ਆਉਂਦੀ ਸੀ, ਸਾਰਾ ਕੁਝ ਬਲੱਡ 'ਚ ਰਲੀ ਜਾਂਦਾ। ਕਿਡਨੀਆਂ, ਗੁਰਦੇ ਆ ਜਿਹੜੇ ਇਹ ਆਪਣੇ ਸਰੀਰ ਦੇ ਵਿੱਚ ਇਹ ਕੰਮ ਕਰਦੇ ਆ ਵੀ ਆਪਣੇ ਮਲ ਮੂਤਰ ਨੂੰ ਅਲੱਗ ਕਰਦੇ ਆ, ਵਿਟਾਮਿਨ ਜਿਹੜੀਆਂ ਚੀਜ਼ਾਂ ਅੰਦਰ ਚੰਗੀਆਂ ਉਹਨਾਂ ਨੂੰ ਅਲੱਗ ਕਰਦੇ ਆ। ਪਰ ਉਹ ਜਦੋਂ ਗੁਰਦੇ ਖਤਮ ਹੋ ਜਾਂਦੇ ਫਿਰ ਉਹ ਚੀਜ਼ ਮਸ਼ੀਨਰੀ ਖੜ ਜਾਂਦੀ ਹੈ, ਸਾਰਾ ਗੰਦ ਖੂਨ 'ਚ ਰਲਣਾ ਸ਼ੁਰੂ ਹੋ ਜਾਂਦਾ। ਤਾਂ ਉਹਨਾਂ ਨੇ ਸਾਨੂੰ ਦਵਾਈ ਦਿੱਤੀ। ਉਹ ਕਹਿੰਦੇ ਵੀ ਜੇ ਤਾਂ ਇੱਕ ਹਫ਼ਤੇ ਦੇ ਵਿੱਚ ਇਹਨਾਂ ਨੂੰ ਟਾਇਲਟ ਬਾਥਰੂਮ ਆਉਣ ਲੱਗ ਗਿਆ ਤਾਂ ਫਿਰ ਤੁਸੀਂ ਲੈ ਆਇਓ ਇੱਥੇ, ਤੇ ਨਹੀਂ ਤਾਂ ਤੁਸੀਂ ਆਪਣੀ ਡਾਇਲਸਿਸ ਕਰਾਈ ਚੱਲਿਓ। ਹਫ਼ਤੇ ਬਾਅਦ ਡਾਇਲਸਿਸ ਹੁੰਦੀ ਸੀ ਉਦੋਂ। ਉਹਨਾਂ ਨੇ ਇਕੱਲੇ ਬਾਥਰੂਮ ਦੀ ਗੱਲ ਕਹੀ ਸੀ। ਜਦੋਂ ਅਸੀਂ ਫਾਦਰ ਸਾਹਿਬ ਨੂੰ ਲੈ ਕੇ ਆਏ, ਦਵਾਈ ਸ਼ੁਰੂ ਕੀਤੀ, ਤੀਸਰੇ ਦਿਨ ਫਾਦਰ ਸਾਹਿਬ ਨੂੰ ਬਾਥਰੂਮ ਆ ਗਿਆ, ਪਿਸ਼ਾਬ ਆਇਆ, ਤੇ ਉਹ ਸਾਡੇ ਪਰਿਵਾਰ ਨੂੰ ਬੜਾ ਐ ਲੱਗਿਆ ਵੀ ਜੰਗ ਜਿੱਤ ਲਈ ਹੁੰਦੀ ਹੈ ਜਿੱਦਾਂ। ਫਿਰ ਦੂਏ ਦਿਨ ਟਾਇਲਟ ਆ ਗਈ, ਤੇ ਫਿਰ ਏਦਾਂ ਕਰਦੇ ਕਰਦੇ ਹਫ਼ਤਾ ਨਿਕਲਿਆ। ਹਫ਼ਤੇ ਬਾਅਦ ਅਸੀਂ ਦੁਬਾਰਾ ਗਏ ਉੱਥੇ, ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਦਵਾਈ ਸ਼ੁਰੂ ਕਰਾਤੀ। ਉਹ ਮੈਡੀਸਨ ਉੱਥੇ 200-250 ਰੁਪਏ ਦਾ, ਉਹਨਾਂ ਨੇ ਕੋਈ ਗੁਰੂ ਸੀਗੇ, ਉਹਨਾਂ ਨੇ ਫੋਟੋਆਂ ਲੱਗੀਆਂ ਸੀ, ਉੱਥੇ ਮੱਥਾ ਟੇਕਦੇ ਸੀਗੇ, ਪੈਸਾ ਲੈਂਦੇ ਨਹੀਂ ਸੀ ਕੋਈ ਵੀ। ਉਹਨਾਂ ਦੇ ਜਿਹੜੇ ਚੱਕੀਆਂ ਲੱਗੀਆਂ, ਮਸ਼ੀਨਾਂ ਲਾਈਆਂ ਸੀ, ਉਹ ਸਾਰਾ ਦਿਨ ਦਵਾਈਆਂ ਪੀ ਜਾਂਦੇ ਸੀ, ਕੁੱਟ ਕੇ ਉਹਨਾਂ ਨੂੰ ਕੁੜੀਆਂ ਦੇ ਵਿੱਚ ਪਾਈ ਜਾਂਦੇ ਸੀਗੇ। ਯਾਨੀ ਕਿ ਬੜਾ ਵਧੀਆ ਸਿਸਟਮ ਸੀ ਉੱਥੇ। 1.5 ਸਾਲ ਫਾਦਰ ਸਾਹਿਬ ਸਾਡੇ ਉੱਥੋਂ ਦਵਾਈ ਖਾਂਦੇ ਰਹੇ, ਤੁਰਨ ਫਿਰਨ ਲੱਗੇ, ਵਧੀਆ ਗੱਲਾਂ ਕਰਨ ਲੱਗੇ, ਸੋਟੀ ਨਾਲ ਤੁਰਦੇ ਸੀਗੇ, ਪੈਰਾਲਾਈਜ਼ ਵੀ ਠੀਕ ਹੋਣ ਲੱਗ ਗਿਆ। ਯਾਨੀ ਕਿ ਉਹਨਾਂ ਨੇ
1 ਸਾਲ ਕਰੀਬ ਪੂਰੀ ਵਧੀਆ ਜ਼ਿੰਦਗੀ ਜਿਉਣੀ ਤੇ 1 ਸਾਲ ਬਾਅਦ ਦੁਬਾਰਾ ਉਹਨਾਂ ਨੂੰ ਅਧਰੰਗ ਦਾ ਅਟੈਕ ਆ ਗਿਆ। ਫਿਰ ਅਸੀਂ ਅਧਰੰਗ ਦਾ ਅਟੈਕ ਆਇਆ, ਫਟਾਫਟ ਚੱਕ ਕੇ ਨੇੜੇ ਦਇਆਨੰਦ ਹਸਪੀਟਲ ਸੀਗੇ, ਅਸੀਂ ਦਇਆਨੰਦ ਹਸਪੀਟਲ ਲੈ ਗਏ। ਉਹੀ ਡਾਕਟਰ ਉਹਨਾਂ ਨੂੰ ਅਸੀਂ ਮਿਲੇ, ਉਹਨਾਂ ਨੇ ਫਾਈਲ ਸਾਡੀ ਚੱਕ ਕੇ ਏਦਾਂ ਬਾਹਰ ਮਾਰੀ, ਕਹਿੰਦੇ ਤੁਸੀਂ ਇੰਨਾ ਟਾਈਮ ਹੋ ਗਿਆ ਡਾਇਲਿਸਿਸ ਨਹੀਂ ਕਰਾਈ, ਆਹ ਤਾਂ ਹਾਲਾਤ ਹੋਣੇ ਸੀ। ਅਸੀਂ ਕਹੇ ਜੀ ਤੁਸੀਂ ਡੇਟ ਚੈੱਕ ਕਰੋ, 1.5 ਸਾਲ ਹੋ ਗਿਆ ਵੀ 1.5 ਸਾਲ ਡਾਇਲਿਸਿਸ ਤੋਂ ਬਿਨਾਂ ਬੰਦਾ ਰਹਿ ਰਿਹਾ ਸੀ, ਵੀ ਤੁਸੀਂ ਤਾਂ ਏਦਾਂ ਰਿਐਕਟ ਕਰਦੇ ਹੋ ਵੀ ਜਿੱਦਾਂ ਕੋਈ 2 ਦਿਨਾਂ ਦੀ ਗੱਲ ਹੋ, ਵੀ 2 ਦਿਨ ਲੇਟ ਹੋ ਗਏ, 4 ਦਿਨ ਲੇਟ ਹੋ ਗਏ, ਬੰਦਾ ਬਿਮਾਰ ਹੋ ਗਿਆ ਤਾਂ ਤੁਸੀਂ। ਯਾਨੀ ਕਿ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਉਹਨਾਂ ਕੋਲ ਇੱਕੋ ਹੀ ਤਰੀਕਾ ਡਾਇਲਿਸਿਸ ਦਾ। ਤੇ ਅਸੀਂ ਫਿਰ ਫਾਦਰ ਸਾਹਿਬ ਨੂੰ ਲੈ ਕੇ ਉੱਥੇ ਪਹੁੰਚੇ ਦਲੰਦੀ ਡੇਰੇ ਤੇ ਬਾਬੇ ਦੇ ਕੋਲੇ। ਬਾਬੇ ਨੇ ਗੱਡੀ ਦੇ ਵਿੱਚ ਹੀ ਜਾ ਕੇ ਨਬਜ਼ ਚੈੱਕ ਕੀਤੀ ਤਾਂ ਸਾਨੂੰ ਉਹਨੇ ਪੁੱਛਿਆ ਵੀ ਤੁਹਾਡਾ ਘਰ ਕਿੰਨਾ ਦੂਰ? ਅਸੀਂ ਦੱਸਿਆ ਵੀ ਇੱਥੋਂ 70 ਕਿਲੋਮੀਟਰ ਆ ਕਰੀਬ। ਉਹ ਕਹਿੰਦਾ ਜੇ ਉਹਦੀ ਕਿਰਪਾ ਹੋਈ ਤਾਂ ਘਰੇ ਪਹੁੰਚ ਜੂਗਾ, ਤੇ ਨਹੀਂ ਤਾਂ ਸਵਾਲ ਤਾਂ ਜਿਹੜੇ ਹੈਗੇ ਆ ਬਸ ਸੇਵਾ ਹੀ ਹੈ ਜਿਹੜੀ ਕਰਨਾ। ਉਹ ਦਿਨ ਉਹ ਸਾਡੇ ਲਈ ਉਹ ਲਫ਼ਜ਼ ਅੱਜ ਵੀ ਉਦਾਂ ਹੀ ਜਿਉਂਦੇ ਜਾਗਦੇ ਖੜੇ ਆ ਮੂਹਰੇ। ਜਦੋਂ ਫਾਦਰ ਸਾਹਿਬ ਨੂੰ ਅਸੀਂ ਉੱਥੋਂ ਲੈ ਕੇ ਆਏ ਵਾਪਸ, ਉਦੋਂ ਤੱਕ ਮੇਰੇ ਛੋਟੇ ਭਰਾ ਨੇ ਹਰਪ੍ਰੀਤ ਨੇ ਗੱਡੀ ਪਾਪਾ ਵਾਲੀ ਸੰਭਾਲ ਲਈ ਸੀਗੀ। ਉਹ ਗੱਡੀ ਵੇਚ ਕੇ ਮੈਂ ਟਾਟਾ ਸੂਮੋ ਗੱਡੀ ਲੈ ਲਈ ਸੀ, ਉਹ ਟੈਕਸੀ ਚਲਾਉਣ ਲੱਗ ਗਿਆ ਸੀ। ਤੇ ਉਸ ਗੱਡੀ ਦੇ ਵਿੱਚ ਮੈਂ ਪਿੱਛੇ ਫਾਦਰ ਸਾਹਿਬ ਨੂੰ ਆਪਣੇ ਬੁੱਕਲ 'ਚ ਲਈ ਬੈਠਾ, ਤੇ ਘਰ ਤੋਂ 20 ਕਿਲੋਮੀਟਰ ਦੂਰ ਆ ਕੇ ਫਾਦਰ ਸਾਹਿਬ ਨੇ ਆਖਰੀ ਸਵਾਸ ਮੇਰੀ ਗੋਦੀ ਦੇ ਵਿੱਚ ਲਿਆ। ਉਹ ਗੱਲਾਂ, ਉਹ ਲਫ਼ਜ਼ ਜੋ ਬਾਪੂ ਨਾਲ ਕੀਤੀਆਂ, ਪੁੱਛਿਆ, ਉਹਨਾਂ ਨੇ ਦੱਸਿਆ ਵੀ ਮੈਂ ਠੀਕ ਨਹੀਂ ਹੈਗਾ। ਅਸੀਂ ਬਾਰ-ਬਾਰ ਜਿਹੜਾ ਉਹਦੇ ਨਾਲ ਗੱਲ ਕਰੀ, ਬਾਪੂ ਠੀਕ ਹੋ ਜਾਣਾ, ਘਰੇ ਚੱਲਦੇ ਆਪਾਂ ਜਾਂ ਕਿਵੇਂ ਆ। ਤੇ ਉਹਨੇ ਜਵਾਬ ਆ ਜਿਹੜਾ ਉਹ ਨਾ ਦੇ ਵਿੱਚ ਦਿੱਤਾ ਵੀ ਨਹੀਂ, ਵੀ ਹੁਣ ਮੇਰੇ ਜਿਹੜਾ ਹੈਗਾ ਸਵਾਸ ਆ ਉਹ ਹੈ ਨਹੀਂ ਗੇ, ਪੂਰੇ ਖਤਮ ਹੋਣ ਵਾਲੇ ਆ, ਬਸ ਮੇਰਾ ਇੰਨਾ ਹੀ ਸਾਥ ਸੀਗਾ ਤੁਹਾਡੇ ਨਾਲ। ਜਿਹੜੀਆਂ ਉਸ ਟਾਈਮ ਫਾਦਰ ਸਾਹਿਬ ਨੇ ਸਾਨੂੰ ਸਮਝਾਈਆਂ ਗੱਲਾਂ, ਛੋਟੇ ਭਰਾ ਦੀਆਂ ਜ਼ਿੰਮੇਵਾਰੀਆਂ, ਸਾਡਾ ਸਭ ਤੋਂ ਛੋਟਾ ਇੰਦਰਜੀਤ ਸੀ, ਵੀ ਉਹਨੂੰ ਤੁਸੀਂ ਆਪਦੇ ਪੁੱਤਾਂ ਵਾਂਗੂ ਸਾਂਭਣਾ ਪਾਲਣਾ, ਸਾਰੀਆਂ ਚੀਜ਼ਾਂ ਅੱਜ ਵੀ ਜਿਉਂਦੀਆਂ ਤਿਉਂ ਜਿਉਂਦੀਆਂ ਜਾਗਦੀਆਂ ਦਿਮਾਗ ਦੇ ਵਿੱਚ ਚੱਲਦੀਆਂ। ਤੇ ਜੋ ਉਹ ਫਾਦਰ ਸਾਹਿਬ ਦੇ ਨਾਲ 1.5 ਸਾਲ ਦੇ ਵਿੱਚ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਗੁਜ਼ਾਰਿਆ, 6 ਮਹੀਨੇ ਹਸਪਤਾਲ 'ਚ ਕਰੀਬ 2 ਸਾਲ ਅਸੀਂ ਗੁਜ਼ਾਰੇ। ਉਹ ਕੱਲੀ ਚੀਜ਼ ਅੱਜ ਵੀ ਯਾਦ ਆ, ਜਿਹੜੀ ਅੱਜ ਇਹ ਸੇਵਾ ਕਰ ਰਹੇ ਆ। ਹਮੇਸ਼ਾ ਮੈਂ ਸੋਚਦੇ ਹੁੰਦੇ ਆ ਵੀ ਇਹ ਸੇਵਾ ਦਾ ਜਜ਼ਬਾ ਕਿੱਥੋਂ ਪੈਦਾ ਹੋਇਆ, ਵਾਹਿਗੁਰੂ ਨੇ ਕਿੱਦਾਂ ਕਿਰਪਾ ਕੀਤੀ। ਉੱਥੋਂ ਉਹ ਹਸਪੀਟਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਸਾਡਾ 65 ਬੈੱਡ ਲੱਗੇ ਹੋਏ ਸੀ ਉਸ ਵਾਰਡ ਦੇ ਵਿੱਚ, ਜਿਹੜੀ ਗੁਰਦਿਆਂ ਵਾਲੀ ਵਾਰਡ ਸੀ, ਕਿਡਨੀ ਵਾਰਡ, DMC ਹਸਪਤਾਲ 'ਚ। ਹਰ ਰੋਜ਼ ਕਿਸੇ ਉਸ ਬੈੱਡ ਤੇ ਮੌਤ ਹੋ ਜਾਂਦੀ ਸੀ, ਕਿਸੇ ਦੀ ਉਸ ਬੈੱਡ ਤੇ ਮੌਤ ਹੋ ਗਈ, ਕਿਸੇ ਦੀ ਉਸ ਬੈੱਡ ਤੇ, ਹਰ ਰੋਜ਼ ਉੱਥੇ ਆਲੇ ਦੁਆਲੇ ਮੌਤਾਂ ਹੁੰਦੀਆਂ ਸੀ। ਉੱਥੇ ਜਲਾਦ ਰੂਪੀ ਅੱਜ ਦਾ ਸਿਸਟਮ ਸਾਡਾ ਹਸਪਤਾਲਾਂ ਦਾ, ਉਹਨਾਂ ਨੂੰ ਚਾਦਰ ਤੱਕ ਨਹੀਂ ਸੀ ਦਿੰਦੇ। ਜਦੋਂ ਬੰਦਾ ਮਰ ਜਾਂਦਾ ਸੀ ਉਹਦੇ ਉੱਤੋਂ ਚਾਦਰ, ਉਹਦੇ ਉੱਤੋਂ ਭੂਰਾ ਕੰਬਲ ਉਹ ਵੀ ਉਹ ਲਾਹ ਲੈਂਦੇ ਸੀਗੇ। ਇੱਕ ਪਰਿਵਾਰ ਸੀ, ਉਹ ਆਪਣੇ ਮੁਕਤਸਰ ਸਾਹਿਬ ਤੋਂ ਆਏ, ਰਾਤ ਨੂੰ ਸ਼ਾਮ ਨੂੰ ਆਏ, ਆਪਣੇ ਘਰ ਵਾਲੇ ਨੂੰ ਲੈ ਕੇ, ਭੈਣ ਨਾਲ, ਉਹਦੇ ਪਿੰਡ ਦੇ ਕੁਝ ਬੰਦੇ, ਉਹਨੂੰ ਅਟੈਕ ਆਇਆ ਸੀਗਾ। ਉਹਨਾਂ ਨੇ ਐਮਰਜੈਂਸੀ 'ਚ ਦਾਖਲ ਕਰਾਇਆ, ਰਾਤ ਨੂੰ ਉਹਨਾਂ ਨੂੰ ਉੱਪਰ ਭੇਜਤਾ ਵਾਰਡ ਦੇ ਵਿੱਚ। ਤੜਕੇ 3 ਵਜੇ ਉਹਦੀ ਡੈਥ ਹੋ ਗਈ। ਜਿਹੜੇ ਪਿੰਡੋਂ ਛੱਡਣ ਆਏ ਸੀ ਉਹ ਵਾਪਸ ਚਲੇ ਗਏ। ਉਹ ਕੱਲੀ ਉਹਦੀ ਵਾਈਫ, ਉਹਦੇ ਨਾਲ ਇੱਕ ਨਿੱਕਾ ਜਿਹਾ 3-4 ਮਹੀਨਿਆਂ ਦਾ ਬੱਚਾ। ਉਹਨਾਂ ਕੋਲੇ ਕੋਈ ਚਾਦਰ ਨਹੀਂ ਸੀ, ਕੋਈ ਬਿਸਤਰਾ ਨਹੀਂ ਸੀ ਕੋਲੇ। ਜਦੋਂ ਡੈਥ ਹੋ ਗਈ ਉਹਨਾਂ ਨੇ ਉਹਦੀ ਚਾਦਰ ਤੱਕ ਵੀ ਲਾ ਲਈ ਤੇ ਉਹਦੀ ਡੈਡ ਬੋਡੀ ਉੱਦਾਂ ਹੀ ਪਈ। ਅਸੀਂ ਉਹਨਾਂ ਨਾਲ ਜਾ ਕੇ ਲੜੇ ਵੀ ਯਾਰ ਇਹਨੂੰ ਚਾਦਰ ਤਾਂ ਦੇ ਦਿਓ, ਕਹਿੰਦੇ ਨਹੀਂ ਜੀ ਆਪਦੀ ਲੈਣ ਚਾਦਰ। ਮੋਰਚਰੀ ਦੇ ਵਿੱਚ ਬੋਡੀ ਭੇਜਣੀ ਸੀ, ਉਦਾਂ ਹੀ ਉਹ ਬਿਨਾਂ ਚਾਦਰ ਤੋਂ ਬੋਡੀ ਲੈ ਕੇ ਜਾਣ ਲੱਗੇ। ਅਸੀਂ ਆਪਣੀ ਫਾਦਰ ਸਾਹਿਬ ਦੇ ਕੋਲੋਂ ਲੈ ਕੇ ਇੱਕ ਚਾਦਰ ਉੱਥੋਂ ਉਹਨਾਂ ਦੇ ਬੈੱਡ ਤੋਂ ਦਿੱਤੀ ਉਹਨਾਂ ਨੂੰ। ਯਾਨੀ ਕਿ ਏਦਾਂ ਦੇ ਉਹ ਲੋਕ ਸੀ। ਉਹਦੇ ਕੋਲੇ ਜੇ ਕਿਸੇ ਕੋਲੇ ਪੈਸੇ ਮੁੱਕ ਜਾਣੇ, ਬੋਡੀ ਨਹੀਂ ਸੀ ਦਿੰਦੇ। ਅੱਜ ਵੀ ਉਹੀ ਹਾਲਾਤ। ਉਹ ਭੈਣ ਦੇ ਕੋਲੇ 4000 ਰੁਪਇਆ ਘੱਟ ਸੀ ਸਵੇਰ ਨੂੰ, ਉਹਨੇ ਬੋਡੀ ਲੈ ਕੇ ਤੁਰਨਾ ਸੀ। ਉਹ ਕਹਿੰਦੀ ਸੀ ਮੈਂ ਗੱਡੀ ਦਾ ਕਿਰਾਇਆ ਤਾਂ ਮੈਂ ਪਿੰਡ ਜਾ ਕੇ ਦੇ ਦੂੰ ਐਂਬੂਲੈਂਸ ਵਾਲੇ ਨੂੰ, ਵੀ ਮੈਨੂੰ ਬੋਡੀ ਦੇ ਦੇਣਾ। ਉਸ ਟਾਈਮ 4000 ਰੁਪਇਆ ਹੁੰਦਾ ਵੀ ਬਹੁਤ ਜ਼ਿਆਦਾ ਸੀ 99 ਦੇ ਵਿੱਚ। ਤੇ ਉਸ ਟਾਈਮ 4000 ਰੁਪਇਆ ਅਸੀਂ ਆਪਣੇ ਕੋਲੋਂ ਦਿੱਤਾ, ਉਹ ਬੋਡੀ ਨੂੰ ਉੱਥੋਂ ਭੇਜਿਆ ਭੈਣ ਨੂੰ। ਉਹ ਭੈਣ ਨੇ ਭੋਗ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਸਾਡੇ ਕੋਲ ਆਈ ਹਸਪਤਾਲ 'ਚ ਆ ਕੇ ਉਹ 4000 ਰੁਪਇਆ ਮੋੜ ਕੇ ਗਈ। ਯਾਨੀ ਕਿ ਨਾਲੇ ਉਹ ਰੋਵੇ, ਉਹ ਕਹਿੰਦੀ ਵੀਰੇ ਵੀ ਮੈਨੂੰ ਪਤਾ ਮੈਂ ਰਾਤ ਨੂੰ ਉੱਥੇ ਕਿੱਦਾਂ ਪਹੁੰਚੀ, ਰਾਸਤੇ 'ਚ ਐਂਬੂਲੈਂਸ ਵਾਲਾ ਕਹੇ ਗੱਡੀ 'ਚ ਤੇਲ ਪਵਾ ਦਿਓ, ਮੇਰੇ ਕੋਲੇ ਪੈਸੇ ਨਾ। ਯਾਨੀ ਕਿ ਇਦਾਂ ਦੇ ਹਾਲਾਤ ਹਸਪਤਾਲਾਂ ਵੱਲੋਂ ਤਿਆਰ ਕੀਤੇ ਜਾ ਰਹੇ ਸੀ। 99 ਦੀ ਗੱਲ ਕਰਦੇ ਆ। ਤੇ ਉਦੋਂ ਤੋਂ ਸਾਡੇ ਦਿਲ ਦੇ ਵਿੱਚ ਕਿਤੇ ਨਾ ਕਿਤੇ, ਦਿਮਾਗ ਦੇ ਵਿੱਚ ਇਹ ਚੀਜ਼ਾਂ ਬੈਠੀਆਂ, ਚਿਣਕ ਲੱਗੀ। ਉਦੋਂ ਦੀ ਇਹ ਸੇਵਾ ਭਾਵਨਾ ਕਿਤੇ ਨਾ ਕਿਤੇ ਅੱਜ ਸਾਡੇ ਸਾਹਮਣੇ ਉੱਠ ਕੇ ਆ ਕੇ ਖੜੀ ਹੋ ਗਈ। ਤੇ ਅੱਜ ਜਿਹੜਾ ਹਸਪਤਾਲਾਂ ਦਾ ਗੰਦਾ ਤੰਤਰ ਆ, ਘਟੀਆ ਤੰਤਰ, 5 ਸਟਾਰ ਹੋਟਲਾਂ ਵਰਗੇ ਹਸਪਤਾਲ ਬਣਾਉਂਦੇ ਨੇ, ਉਹਨਾਂ ਦੀਆਂ ਇੰਨੀਆਂ ਫੀਸਾਂ ਵਾ, ਉਹਨਾਂ ਦੀਆਂ ਇੰਨੀਆਂ ਮੋਟੀਆਂ ਰਕਮਾਂ ਦੇ ਵਿੱਚ ਬਿੱਲ ਲੈਂਦੇ ਨੇ। ਬੰਦੇ ਦੀ ਮੌਤ ਹੋ ਜਾਂਦੀ ਆ, ਡੈੱਡ ਬੋਡੀ ਤੱਕ ਨਹੀਂ ਦਿੰਦੇ ਉਹ ਘਰਦਿਆਂ ਨੂੰ। ਪਹਿਲਾਂ ਕਹਿੰਦੇ ਸਾਡੇ ਬਿੱਲ ਕਲੀਅਰ ਕਰੋ।
ਹਸਪਤਾਲਾਂ ਦੇ ਵਿੱਚ ਗਰੀਬ ਬੰਦਾ ਇਲਾਜ ਨਹੀਂ ਕਰਾ ਸਕਦਾ, ਅਮੀਰ ਬੰਦੇ ਦੇ ਵਾਸਤੇ ਹਸਪਤਾਲ ਬਣੇ ਨੇ। ਸਰਕਾਰੀ ਹਸਪਤਾਲਾਂ 'ਚ ਟ੍ਰੀਟਮੈਂਟ ਹੈ ਨਹੀਂਗਾ। ਉਸੇ ਕਰਕੇ ਸਾਡੀ ਆ ਪਰਿਵਾਰ ਦੀ ਜਿਹੜੀ ਬਣਤਰ ਆ ਇਹ ਵੱਧਦੀ ਜਾ ਰਹੀ ਹੈ। ਉਸੇ ਕਰਕੇ ਸਾਡੇ ਪਰਿਵਾਰ ਦੇ ਮੈਂਬਰ ਬਿਨਾਂ ਇਲਾਜ ਤੋਂ ਕੀੜਿਆਂ ਤੋਂ ਖਾਧੇ ਜਾ ਰਹੇ ਨੇ। ਸਾਡੇ ਪਰਿਵਾਰ ਦੇ ਉਹ ਮੈਂਬਰ ਬਿਨਾਂ ਕਿਸੇ ਜਾਣੀ ਕਿ ਗਲਤੀ ਦੇ ਉਹਨਾਂ ਨੂੰ ਇਹ ਸਜ਼ਾਵਾਂ ਮਿਲ ਰਹੀਆਂ ਵੀ ਉਹ ਆਪਣਾ ਇਲਾਜ ਨਹੀਂ ਕਰਵਾ ਪਾ ਰਹੇ। ਤੇ ਉਸ ਗਲਤੀ ਦਾ ਜਿਹੜਾ ਅਸਲ ਜ਼ਿੰਮੇਵਾਰ ਆ ਉਹ ਕੌਣ ਆ? ਉਹ ਸਾਡਾ ਸਮਾਜ ਦੇ ਮੋਢੀ ਨੇ, ਉਹ ਸਿਸਟਮ ਨੂੰ ਚਲਾਉਣ ਵਾਲੇ ਉਹ ਲੀਡਰ ਨੇ, ਚਾਹੇ ਉਹ ਜਿਹੜੀਆਂ ਇਸ ਟਾਈਮ ਪਾਰਟੀਆਂ ਸਰਕਾਰ ਚ, ਚਾਹੇ ਜਿਹੜੀਆਂ ਪਹਿਲਾਂ ਸੀਗੀਆਂ, ਚਾਹੇ ਜਿਨ੍ਹਾਂ ਨੇ ਆਉਣਾ, ਸਭ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਆ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਲੋਕ ਮਰਨ, ਇਹ ਸੜਨ, ਇਹ ਗਲਣ, ਇਹਨਾਂ ਦੇ ਕੀੜੇ ਪੈਣ, ਇਹ ਗੁਲਾਮੀ ਸਹਿਣ, ਇਹ ਆਪਣਾ ਮਲ ਮੂਤਰ ਖਾਣ, ਇਹਨਾਂ ਦੇ ਸਿਰਾਂ 'ਚ, ਮੂੰਹ 'ਚ, ਹੱਥਾਂ 'ਚ, ਪੈਰਾਂ 'ਚ ਕੀੜੇ ਪੈ ਜਾਣ, ਅੱਖਾਂ 'ਚ ਕੀੜੇ ਪੈ ਜਾਣ, ਉਹਨਾਂ ਨੂੰ ਕੋਈ ਫਰਕ ਨਹੀਂ। ਫਰਕ ਜੇ ਪੈਂਦਾ ਤਾਂ ਸਿਰਫ ਤੇ ਸਿਰਫ ਸਾਨੂੰ ਸੋਚਣਾ ਪੈਣਾ, ਸਾਡੇ ਤੇ ਪੈਂਦਾ। ਸਾਡੇ ਆਪਣੇ ਆ ਉਹ ਲੋਕ ਜਿਨ੍ਹਾਂ ਦੇ ਕੀੜੇ ਪੈਂਦੇ ਨੇ, ਸਾਡੇ ਆਪਣੇ ਆ ਉਹ ਲੋਕ ਜਿਹੜੇ ਸਾਡੇ ਨਾਲ ਦੇ ਘਰ ਦੇ ਵਿੱਚ ਇੱਕ ਬਜ਼ੁਰਗ ਜੁੜਾ ਪਿਆ ਆਪਣਾ ਮਲ ਮੂਤਰ ਖਾ ਰਿਹਾ ਹੁੰਦਾ ਕਿਉਂਕਿ ਉਹਦੇ ਧੀਆਂ ਪੁੱਤ ਉਹਨੂੰ ਛੱਡ ਕੇ ਚਲੇ ਗਏ, ਜਾਂ ਉਹਨਾਂ ਦੇ ਧੀਆਂ ਪੁੱਤ ਹੋਏ ਨਹੀਂ, ਉਹਨਾਂ ਨੂੰ ਉਹ ਸਜ਼ਾ ਮਿਲਦੀ ਆ ਜਿਹੜੀ ਸਜ਼ਾ ਦੇ ਉਹ ਹੱਕਦਾਰ ਨਹੀਂ ਹੈਗੇ। ਪਰ ਅਸੀਂ ਆਸ-ਪਾਸ ਦੇ ਲੋਕ ਸਭ ਕੁਝ ਦੇਖਦੇ ਹੋਏ ਵੀ ਕੁਝ ਨਹੀਂ ਕਰਦੇ, ਸਭ ਕੁਝ ਸੁਣਦੇ ਹੋਏ ਵੀ ਕੁਝ ਨਹੀਂ ਕਰਦੇ। ਤਾਂ ਫਿਰ ਸਾਡਾ ਹੱਕ ਬਣਦਾ ਵੀ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਆਸ-ਪਾਸ ਆਪਣੇ ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ ਅਵੇਅਰ ਕਰੀਏ, ਉਹਨਾਂ ਨੂੰ ਸਮਝਾਈਏ, ਉਹਨਾਂ ਨੂੰ ਇਹ ਸੇਵਾ ਤੇ ਲਾਈਏ, ਉਹਨਾਂ ਨੂੰ ਇਹ ਗੱਲ ਦਾ ਕਿਤੇ ਨਾ ਕਿਤੇ ਬੀਜ ਉਹਨਾਂ ਦੇ ਦਿਮਾਗ 'ਚ ਲਾਈਏ ਵੀ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ। ਜੇ ਦੁਨੀਆ ਤੇ ਤੁਸੀਂ ਆਏ ਹੋ ਉਹਦਾ ਇੱਕੋ ਇੱਕ ਕਾਰਨ ਆ ਵੀ ਇਸ ਦੁਨੀਆ ਨੂੰ ਸੋਹਣਾ ਬਣਾਉਣਾ, ਇਸ ਕੁਦਰਤ ਦੇ ਨਾਲ ਪਿਆਰ ਕਰਨਾ, ਇਸ ਕੁਦਰਤ ਦੇ ਵਿੱਚ ਰਹਿ ਕੇ ਕੁਦਰਤ ਦੇ ਕਾਨੂੰਨ ਨੂੰ ਮੰਨ ਕੇ ਆਪਣੇ ਆਸ-ਪਾਸ ਦੇ ਲੋਕਾਂ ਦੀ ਸੇਵਾ ਦੇ ਵਿੱਚ ਗੁਜ਼ਾਰਨਾ, ਆਪਣੇ ਪਰਿਵਾਰ ਦੇ ਲਈ, ਆਪਣੇ ਸਮਾਜ ਦੇ ਲਈ, ਆਪਣੇ ਦੇਸ਼ ਦੇ ਲਈ ਇੱਕ ਵਚਨਬੱਧ ਰਹਿਣਾ, ਇੱਕ ਪ੍ਰਤੀਬੱਧ ਰਹਿਣਾ, ਇੱਕ ਆਪਣੇ ਪੂਰੇ ਆਲੇ ਦੁਆਲੇ ਦੇ ਸਿਸਟਮ ਨੂੰ, ਸਮਾਜ ਨੂੰ ਆਪਣਾ ਸਮਝਣਾ। ਪਰ ਅਸੀਂ ਉਹ ਭੁੱਲ ਗਏ ਆ, ਅਸੀਂ ਉਹ ਭੁੱਲ ਗਏ ਆ। ਸਾਡੇ ਵੱਡੇ ਵਡੇਰੇ ਇਹ ਚੀਜ਼ ਤੇ ਪਹਿਰਾ ਦਿੰਦੇ ਨੇ। ਸਾਡੇ ਗੁਰੂਆਂ ਨੇ ਆਪਣਾ ਆਪ ਵਾਰਤਾ ਸਾਡੀ ਖਾਤਰ, ਬੱਚੇ 4 ਬੱਚੇ ਆਪਣੇ ਸਾਹਿਬਜ਼ਾਦੇ ਵਾਰਤੇ, ਬਾਪ ਵਾਰਤਾ, ਸਾਰਾ ਪਰਿਵਾਰ ਵਾਰਤਾ ਉਹਨਾਂ ਨੇ ਸਾਨੂੰ ਸਿੱਖਿਆ ਦੇਣ ਦੀ ਖਾਤਰ, ਸਾਨੂੰ ਸਿਖਾਉਣ ਦੀ ਖਾਤਰ ਵੀ ਅਸੀਂ ਸਿੱਖ ਸਕੀਏ। ਅਸੀਂ ਇੱਕ ਉਦਾਹਰਨ ਸਾਡੇ ਸਾਹਮਣੇ ਕਿੰਨੀ ਵੱਡੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਿਆ। ਉਹ ਚਾਹੇ ਉਹਨਾਂ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਉਹਨਾਂ 'ਚ ਹਰ ਚੀਜ਼ ਬਾਰੇ ਸਾਨੂੰ ਸਮਝਾਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਜਿਹੜਾ ਲਫ਼ਜ਼ ਆ ਉਹ ਇਹੀ ਸਿੱਖਿਆ ਦੇ ਰਿਹਾ ਸਾਨੂੰ। ਅੱਜ ਤੱਕ ਨਾਸਾ ਸਭ ਤੋਂ ਵੱਡੀ ਸਾਇੰਸ ਦੀ ਇੱਕ ਕਮਿਊਨਿਟੀ ਆ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਰਚ ਕਰ ਰਹੀ ਆ। ਜਿਹੜੀਆਂ ਗੱਲਾਂ ਅੱਜ ਤੱਕ ਇਨਸਾਨ ਨੇ ਪਾਈਆਂ ਨਹੀਂ, ਲੱਭੀਆਂ ਨਹੀਂ, ਖੋਜ ਨਹੀਂ ਕੀਤੀ, ਉਹ ਗੁਰੂ ਗ੍ਰੰਥ ਸਾਹਿਬ 'ਚ ਪਹਿਲਾਂ ਹੀ ਲਿਖੀਆਂ। ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਬਜਾਏ ਕੱਲਾ ਉਹਨਾਂ ਦੀ ਮੰਨਣੀ ਵੀ ਚਾਹੀਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੰਨਦੇ ਆ, ਪਰ ਉਹਨਾਂ ਦੀ ਕਹੀ, ਉਹਨਾਂ ਦੀ ਦੱਸੀ ਹੋਈ ਗੱਲ ਨੂੰ ਨਹੀਂ ਮੰਨਦੇ। ਤੇ ਜੇ ਅਸੀਂ ਉਹਨਾਂ ਦੀ ਕਹੀ ਗੱਲ, ਜੇ ਅਸੀਂ ਉਹਨਾਂ ਦੀ ਦੱਸੀ ਗੱਲ ਨੂੰ ਮੰਨੀਏ ਤਾਂ ਅਸੀਂ ਫੇਰ ਹੀ ਇੱਕ ਇਨਸਾਨ ਹੋਣ ਦਾ ਆਪਦਾ ਹੱਕ ਅਦਾ ਕਰਾਂਗੇ, ਫੇਰ ਹੀ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਾਂਗੇ। ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਰਾਹ ਦਿਖਾਇਆ। ਅਸੀਂ ਕਲਯੁਗੀ ਬੰਦੇ, ਅਸੀਂ ਪਾਪੀ ਬੰਦੇ, ਸਾਨੂੰ 40 ਸਾਲ ਜ਼ਿੰਦਗੀ ਦੇ ਇਦਾਂ ਹੀ ਕੱਢਦੇ। ਕੋਈ ਕਿਸੇ ਨੂੰ ਪ੍ਰਸ਼ਾਦਾ ਛਕਾਤਾ ਹੋ, ਕਿਤੇ ਕਿਸੇ ਨੂੰ ਫੜ ਕੇ ਸੜਕ ਤੋਂ ਟਪਾਤਾ ਹੋ ਰਾਹ, ਕਿਸੇ ਨੂੰ ਕਿਤੇ ਚੱਪਲਾਂ ਲੈਤੀਆਂ, ਛੋਟੇ ਮੋਟੇ ਕਾਰਜ। ਪਰ ਵਾਹਿਗੁਰੂ ਨੇ ਪਤਾ ਨਹੀਂ ਕਿੱਡਾ ਵੱਡਾ ਸਾਨੂੰ ਇਹ ਇੱਕ ਪਰਿਵਾਰ ਦੇਤਾ ਸੇਵਾ ਕਰਨ ਲਈ। 24 ਘੰਟੇ ਕੱਲਾ ਕੱਲਾ ਸਵਾਸ ਸੇਵਾ ਚਲਾਤਾ ਸਾਡਾ। ਸਾਡੇ ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਸੀ। ਸਾਡੇ ਉਸ ਮਾਂ ਨੇ ਜਿਹਨੇ ਸਾਨੂੰ ਬੜੇ ਦੁੱਖਾਂ ਨਾਲ ਪਾਲਿਆ, ਸਾਡੇ ਉਹ ਫਾਦਰ ਸਾਹਿਬ ਨੇ ਜਿਨ੍ਹਾਂ ਨੇ ਹਰ ਇੱਕ ਇੱਕ ਮਿੰਟ ਪਰਿਵਾਰ ਦੀ ਸੇਵਾ ਚਲਾਤਾ ਉਹਨਾਂ ਨੇ। ਤੇ ਉਹ ਆਪਣਾ ਆਪ ਹੀ ਜਿੰਨਾ ਉਹਨਾਂ ਨੇ ਕਮਾਇਆ ਸੀ 1 ਰੁਪਈਆ ਉਹ ਵੀ ਉਹਨਾਂ ਦੇ ਉੱਤੇ ਲੱਗ ਗਿਆ। ਇਹ ਸਾਡੇ ਅੱਜ ਸਮਾਜ ਦੇ ਜਦੋਂ ਘਰ ਦੇ ਵਿੱਚ ਇੱਕ ਮੈਂਬਰ ਬਿਮਾਰ ਹੋ ਜਾਂਦਾ, ਚਾਹੇ ਕਿਸੇ ਦੇ ਗੁਰਦੇ ਖਰਾਬ ਹੋ ਗਏ, ਕਿਸੇ ਦਾ ਐਕਸੀਡੈਂਟ ਹੋ ਗਿਆ, ਕਿਸੇ ਨੂੰ ਕੋਈ ਹੋਰ ਲੀਵਰ ਦੀ ਬਿਮਾਰੀ ਲੱਗ ਗਈ, ਘਰ ਦਾ ਸਾਰਾ ਕੁਝ ਵੇਚ ਕੇ ਵੀ ਉਹਦਾ ਇਲਾਜ ਨਹੀਂ ਕਰਵਾ ਸਕਦੇ। ਸਾਰਾ ਕੁਝ ਵੇਚਣ ਤੋਂ ਬਾਅਦ ਵੀ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਪਰਿਵਾਰ ਦਾ ਮੈਂਬਰ ਮਰ ਜਾਂਦਾ ਜਾਂ ਤਿਲ ਤਿਲ ਮਰਦਾ ਤੁਹਾਡੇ ਘਰੇ ਪਿਆ ਮੰਜੇ ਦੇ ਉੱਪਰ। 10-10 ਸਾਲ ਹੋ ਗਏ ਕਈ ਪਰਿਵਾਰ ਦੇ ਮੈਂਬਰਾਂ ਨੂੰ ਪਿਆ ਨੂੰ। ਪਿੱਛੇ ਬੈਕ ਸਾਈਡ ਤੇ ਜਿਹੜੇ ਬੈੱਡ ਸੋਲ ਹੋ ਜਾਂਦੇ ਆ, ਪਰ
ਨਾ ਉਹ ਮਰ ਰਿਹਾ ਨਾ ਉਹਦਾ ਇਲਾਜ ਹੋ ਰਿਹਾ। ਬਹੁਤ ਏਦਾਂ ਦੇ ਨੇ ਜਿਨ੍ਹਾਂ ਦਾ ਸਭ ਕੁਝ ਵਿਕ ਜਾਂਦਾ, ਇਲਾਜ ਕਰਾਉਂਦੇ ਘਰ-ਬਾਰ ਤੱਕ ਵਿਕ ਜਾਂਦਾ, ਸੜਕਾਂ ਤੇ ਆ ਜਾਂਦੇ ਨੇ, ਫਿਰ ਵੀ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਬਚਦੇ ਨਹੀਂ, ਉਹ ਮਰ ਜਾਂਦੇ। ਪਰਿਵਾਰ ਦਾ ਉਹ ਮੋਢੀ ਵੀ ਗਿਆ, ਜਾਂ ਉਹ ਬੱਚਾ ਵੀ ਗਿਆ, ਜਾਂ ਉਹ ਪਰਿਵਾਰ ਦੀ ਮਾਂ ਵੀ ਗਈ, ਪਰਿਵਾਰ ਦਾ ਘਰ-ਬਾਰ ਵੀ ਗਿਆ, ਪਰਿਵਾਰ ਦਾ ਗਹਿਣਾ ਗੱਟਾ ਸੋਨਾ ਸਮਾਗ ਸਾਰਾ ਕੁਝ ਗਿਆ, ਨਾਲ ਦੀ ਨਾਲ ਜ਼ਮੀਰ ਵੀ ਚਲੇ ਜਾਂਦੀ, ਇੱਜ਼ਤ ਵੀ ਚਲੇ ਜਾਂਦੀ ਹੈ। ਕਿਉਂਕਿ ਜਦੋਂ ਕਿਸੇ ਦੇ ਮੂਹਰੇ ਠੂਠਾ ਲੈ ਕੇ ਹੱਥ ਅੱਡ ਕੇ ਬਹਿਣਾ ਪੈਂਦਾ, ਜਦੋਂ ਕਿਸੇ ਤੋਂ ਹੱਥ ਅੱਡ ਕੇ ਮੰਗਣਾ ਪੈਂਦਾ, ਤਾਂ ਉਹ ਬੰਦਾ ਆਪਦੇ ਆਪ 'ਚ ਮਰ ਜਾਂਦਾ। ਇਸ ਕਰਕੇ ਸਾਨੂੰ ਗੁਰੂ ਸਾਹਿਬ ਨੇ ਇਹ ਸਿਖਾਇਆ ਸੀ, ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਦਸਵੰਧ ਦੀ ਸੇਵਾ ਕੱਢਣੀ। ਦਸਵੰਧ ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਦੱਸਿਆ, ਸਾਰੇ ਧਰਮਾਂ ਦੇ ਵਿੱਚ ਕਿਤੇ ਨਾ ਕਿਤੇ ਸਿੱਖਿਆ ਸਾਨੂੰ ਦਿੱਤੀ ਗਈ ਆ ਵੀ ਅਸੀਂ ਆਪਣੇ ਦਸਵੰਧ ਦੀ ਵਰਤੋਂ ਕਿੱਥੇ ਕਰਨੀ। ਸ਼ਾਇਦ ਤੁਹਾਡੇ ਕਿਸੇ ਦੇ ਦਿਮਾਗ 'ਚ ਇਹ ਹੋਵੇ ਵੀ ਆਪਾਂ ਕਿਸੇ ਸੰਸਥਾ ਨੂੰ ਪੈਸੇ ਦੇ ਕੇ ਦਸਵੰਧ ਦੀ ਸੇਵਾ ਲਿਖ ਕੇ ਲਾ ਲਾਂਗੇ, ਕਿਸੇ ਗੁਰੂ ਘਰ ਦੇ ਵਿੱਚ ਗੋਲਕ 'ਚ ਪਾ ਕੇ ਸੇਵਾ ਲਿਖ ਕੇ ਲੱਗ ਜੂਗੀ, ਜਾਂ ਕਿਤੇ ਡੇਰੇ ਤੇ ਦੇ ਕੇ ਸੇਵਾ ਲਿਖ ਕੇ ਲੱਗ ਜੂਗੀ। ਨਹੀਂ, ਉਹ ਵਿਅਰਥ ਆ। ਜਿਹੜਾ ਪਤਾ ਹੀ ਨਹੀਂ ਕੀ ਕਰ ਰਹੇ ਨੇ ਉਸ ਪੈਸੇ ਦਾ, ਜਿਹੜਾ ਪਤਾ ਹੀ ਨਹੀਂਗਾ ਉਹ ਪੈਸਾ ਜਾ ਕਿੱਧਰ ਨੂੰ ਰਿਹਾ, ਉਹ ਤੁਹਾਡਾ ਦਿੱਤਾ ਹੋਇਆ ਬੇਅਰਥ ਆ ਪੈਸਾ। ਇਸ ਕਰਕੇ ਬੇਨਤੀ ਆ, ਸਾਨੂੰ ਵੀ ਦੇਣ ਦੀ ਬਜਾਏ, ਕਿਸੇ ਨੂੰ ਸੰਸਥਾ ਨੂੰ ਦੇਣ ਦੀ ਬਜਾਏ, ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰੋ। ਤੁਹਾਡੇ ਪਿੰਡ ਦੇ ਵਿੱਚ ਪਏ ਨੇ ਬਾਪੂ ਗੋਪਾਲ ਵਰਗੇ ਬਜ਼ੁਰਗ 40-40 ਸਾਲਾਂ ਤੋਂ ਕੁੱਟ ਖਾ ਰਹੇ ਨੇ, ਗੋਹਾ ਚੱਕ ਰਹੇ ਨੇ, ਤੂੜੀ ਤੇ ਪਰਾਲੀ ਤੇ ਸੌਂਦੇ ਨੇ। ਤੁਹਾਡੇ ਆਸ-ਪਾਸ ਬੈਠੇ ਨੇ ਪੰਡਤ ਵਰਗੇ ਬੱਚੇ ਜਿਹੜੇ ਲਵਾਰਸਾਂ ਵਾਂਗ ਰੁਲਦੇ ਫਿਰਦੇ ਨੇ, ਉਹਨਾਂ ਨੂੰ ਉਹਨਾਂ ਦੇ ਘਰ ਦੇ ਨਹੀਂ ਸਾਂਭਦੇ। ਤੁਹਾਡੇ ਆਸ-ਪਾਸ ਹੀ ਬੈਠੇ ਨੇ ਇਦਾਂ ਦੇ ਬਾਪੂ ਕਾਕਾ ਸਿੰਘ ਵਰਗੇ, ਲਖਵੀਰ ਸਿੰਘ ਕਾਕਾ, ਅੱਖਾਂ ਤੋਂ ਬਲਾਈਂਡ ਜ਼ਿੰਦਗੀ ਜਿਉਂਦੇ ਨੇ, ਭਰਾਵਾਂ ਨੇ ਘਰੋਂ ਕੱਢਤਾ, ਸੜਕਾਂ ਤੇ ਜ਼ਿੰਦਗੀ ਜਿਉਂਦੇ। ਤੁਹਾਡੇ ਆਸ-ਪਾਸ ਹੀ ਨੇ ਨੀਰਜ ਵਰਗੇ ਬੱਚੇ ਜਿਨ੍ਹਾਂ ਨਾਲ ਗਲਤ ਕੀਤਾ ਜਾ ਰਿਹਾ, ਸੜਕਾਂ ਤੇ ਰੇਪ ਕੀਤਾ ਜਾਂਦਾ ਇਹਨਾਂ ਬੱਚਿਆਂ ਨਾਲ, ਮੰਦਬੁੱਧੀ ਬੱਚਿਆਂ ਨਾਲ। ਤੁਹਾਡੇ ਆਸ-ਪਾਸ ਹੀ ਨੇ ਇਦਾਂ ਦੇ ਬਾਪੂ ਭਗਤ ਸਿੰਘ ਵਰਗੇ ਗੁਲਾਮ ਜਿਨ੍ਹਾਂ ਤੋਂ ਗੋਹਾ ਚਕਾਇਆ ਜਾਂਦਾ, ਬੁੱਢੇ ਬਾਰੇ ਕੰਮ ਕਰਾਇਆ। ਤੁਹਾਡੇ ਆਸ-ਪਾਸ ਹੀ ਨੇ ਇਦਾਂ ਦੇ ਕੱਦੂ ਵੀਰ ਵਰਗੇ ਬਜ਼ੁਰਗ ਜਿਨ੍ਹਾਂ ਦੇ ਕੀੜਿਆਂ ਨੇ ਕੰਨ ਤੱਕ ਖਾ ਲਏ। ਆ ਦੇਖੋ, ਪੂਰਾ ਕੰਨ ਕੀੜਿਆਂ ਨੇ ਖਾ ਲਿਆ, ਗਲ 'ਚ ਕੀੜੇ ਪੈ ਗਏ, ਪੂਰਾ ਪਿੰਡ ਦੇਖਦਾ ਰਿਹਾ। ਰਾਮਨਗਰ ਪਿੰਡ ਆ ਬਾਪੂ ਦਾ, ਬਠਿੰਡੇ ਦੇ ਕੋਲੇ। ਆ ਹਰਿੰਦਰ ਆ ਸਾਡਾ ਵੀਰ। ਤੁਹਾਡੇ ਆਸ-ਪਾਸ ਹੀ ਨੇ ਇਦਾਂ ਦੇ ਵੀਰ, ਹੱਥ ਕੀੜਿਆਂ ਨੇ ਖਾ ਲਿਆ। ਇਹ ਲੁਧਿਆਣੇ ਸ਼ਹਿਰ 'ਚ ਬੱਸ ਅੱਡੇ ਤੇ ਘੁੰਮਦਾ ਰਿਹਾ, ਕਿਸੇ ਨੇ ਸਾਥ ਨਹੀਂ ਦਿੱਤਾ। ਤੁਹਾਡੇ ਆਸ-ਪਾਸ ਹੀ ਨੇ ਇਦਾਂ ਦੇ ਲੋਕ। ਇਹ ਵੀਰ ਸਾਡਾ ਸ਼ੋਕ 12 ਸਾਲ ਘਰੇ ਸੰਗਲ ਨਾਲ ਬੰਨੀ ਰੱਖਿਆ, ਬੱਚਿਆਂ ਨੇ ਕੁੱਟਦੇ ਸੀ, ਉੱਥੇ ਕੁੱਤਾ ਬੰਨਿਆ ਸੀਗਾ, ਉਸੇ ਡੱਬੇ 'ਚ ਕੌਲੀ ਦੇ ਵਿੱਚ ਉਸੇ ਡੱਬੇ ਦੇ ਵਿੱਚ ਕੌਲੀ ਦੇ ਵਿੱਚ ਕੁੱਤੇ ਨੂੰ ਵੀ ਦੁੱਧ ਦਹੀਂ ਪਾਉਂਦੇ ਸੀ, ਉਹਦੇ 'ਚ ਇਹਨੂੰ ਪਾ ਦਿੰਦੇ ਸੀ। ਉੱਥੇ ਇਹ ਬੰਨਿਆ ਸੀ ਪ੍ਰੇਮ ਸ਼ਰਮਾ, 27-28 ਸਾਲ। ਤੁਹਾਡੇ ਆਸ-ਪਾਸ ਹੀ ਇਹਨਾਂ ਦੇ ਪਿੰਡਾਂ ਦੇ ਵਿੱਚ ਵੀ ਉਹ ਲੋਕ ਨੇ ਜਿਹੜੇ NRI ਨੇ, ਬਾਹਰ ਕੈਨੇਡਾ ਅਮਰੀਕਾ ਗਏ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਆਪਣੇ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢਦੇ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਇੰਨੇ ਕਾਬਲ ਨੇ, ਇੰਨੇ ਧਨਾੜ ਨੇ, ਇੰਨੀ ਮਹਾਰਾਜ ਨੂੰ ਤੇ ਕਿਰਪਾ ਕੀਤੀ ਆ ਵੀ ਉਹ ਕਿਸੇ ਦੀ ਮਦਦ ਕਰ ਸਕਦੇ ਨੇ। ਇਹਨਾਂ ਦੇ ਪਿੰਡਾਂ ਦੇ ਵਿੱਚ ਹੀ ਉਹ ਲੋਕ ਨੇ ਜਿਹੜੇ ਦਸਵੰਧ ਦੀ ਸੇਵਾ ਨੂੰ ਡੇਰਿਆਂ ਤੇ ਦੇ ਕੇ ਆਉਂਦੇ ਨੇ। ਉਹ ਜਾ ਕੇ ਟੂਰਨਾਮੈਂਟਾਂ ਤੇ ਹੋਰ ਪਾਸਿਆਂ ਤੇ ਲਾਉਂਦੇ ਜਿੱਥੇ ਉਹਨਾਂ ਦਾ ਨਾਂ ਸ਼ੋਹਰਤ ਬਣਦੀ ਆ, ਜਿੱਥੇ ਉਹਨਾਂ ਨੂੰ ਕੋਈ ਨਾਂ ਸਪੀਕਰਾਂ 'ਤੇ ਬੋਲਿਆ ਜਾਂਦਾ, 2-2 ਮਹੀਨੇ ਲਗਾਤਾਰ ਪੋਸਟਰਾਂ ਤੇ ਲਿਖਿਆ ਜਾਂਦਾ, ਫੋਟੋ ਲੱਗਦੀ ਆ ਵੀ ਆ ਬਾਈ ਨੇ ਦਿੱਤਾ ਜੀ 52,000 ਰੁਪਇਆ ਪਹਿਲਾ ਇਨਾਮ ਦਿੱਤਾ, ਆ ਜਾਂ ਨੇ ਦਿੱਤਾ 5 ਕੁੜੀਆਂ ਦੇ ਵਿਆਹ ਕਰਾਏ। ਵਿਆਹ ਕਰਾਉਣਾ ਮਾੜੀ ਗੱਲ ਨਹੀਂ, ਗਰੀਬਾਂ ਦੇ ਕਰੋ, ਪਰ ਦਾਜ ਦੇਣਾ ਮਾੜੀ ਗੱਲ ਆ। ਉੱਥੇ ਵੀ ਅਸੀਂ ਉਹਨਾਂ ਨੂੰ ਵਾਸ਼ਿੰਗ ਮਸ਼ੀਨਾਂ, ਫਰਿੱਜਾਂ, TV, ਕੂਲਰ ਲੈ ਕੇ ਦਿੰਦੇ ਆ ਵੀ ਤਾਂ ਜੋ ਅਸੀਂ ਕਹਿ ਸਕੀਏ ਵੀ ਆ 5 ਕੁੜੀਆਂ ਦਾ ਵਿਆਹ ਮੈਂ ਕਰਾਇਆ, ਫੋਟੋ ਲੱਗੀ। ਉਹੀ ਕਿਸੇ ਗਰੀਬ ਤੇ ਇਲਾਜ ਤੇ ਲਾਓ, ਉਹੀ ਸੰਗਲਾਂ ਨਾਲ ਬੰਨੇ ਹੋਏ ਨੂੰ ਖਿਲਾ ਕੇ ਉਹਦੇ ਪਰਿਵਾਰ ਨੂੰ ਸਮਝਾਓ ਵੀ ਦਿਮਾਗ ਦੀ ਦਵਾਈ ਅਸੀਂ ਸ਼ੁਰੂ ਕਰਾਉਂਦੇ ਆ, ਤੁਸੀਂ ਦਵਾਈ ਸ਼ੁਰੂ ਕਰੋ। ਤੁਹਾਡੇ ਆਸ-ਪਾਸ ਫਿਰਦਾ ਕੀੜਿਆਂ ਤੋਂ ਖਾਧਾ ਜਾ ਰਿਹਾ ਬੰਦਾ, ਆਪਣੇ ਪਿੰਡ ਦੇ ਕਿਸੇ ਚੌਕੀਦਾਰ ਨੂੰ ਕਹਿ ਕੇ ਜਾਂ ਕੋਈ ਪਿੰਡ 'ਚ ਕੋਈ ਬੰਦਾ ਲਾ ਲਓ ਵੀ ਉਹਨੂੰ ਭਾਈ ਤੈਨੂੰ 10,000 ਰੁਪਇਆ ਮਹੀਨੇ ਦਾ ਅਸੀਂ ਦੇਵਾਂਗੇ, ਆਹ ਬੰਦੇ ਦੀ 1 ਮਹੀਨਾ ਤੂੰ ਸੇਵਾ ਕਰਨੀ ਆ, ਵੀ ਇਹਦੇ ਲੱਤ 'ਚ ਕੀੜੇ ਪਏ ਹੋਏ ਆ, ਪੱਟੀ ਕਰਾ ਕੇ ਲਿਆਉਣੀ ਆ, ਰੋਟੀ ਇਹਨੂੰ ਖਵਾਉਣੀ ਆ, ਦਵਾਈ ਇਹਨੂੰ ਦੇਣੀ। ਕੀਤਾ ਜਾਣਾ ਚਾਹੀਦਾ ਤਾਂ ਸਾਰਾ ਕੁਝ ਕੀਤਾ ਜਾ ਸਕਦਾ ਜੇ ਸੋਚੀਏ ਤਾਂ। ਹੁਣ ਨਗਰ ਇੱਕ ਪਿੰਡ ਦੇ ਵਿੱਚ 5,000 ਵੋਟ ਆ, 2,000 ਵੋਟ ਆ, 2,500 ਵੋਟ ਆ। ਇੱਕ ਪਿੰਡ ਦੇ ਵਿੱਚ 100 ਘਰ ਆ, 200 ਘਰ ਆ, 500 ਘਰ ਆ। ਹੁਣ ਮੰਨ ਲਓ 500 ਘਰ ਦੇ ਵਿੱਚੋਂ
ਸਾਰਾ ਪਿੰਡ ਹੀ ਥੋੜੀ ਭੁੱਖਾ ਮਰਦਾ, ਸਾਰੇ ਪਿੰਡ ਦੇ ਥੋੜੀ ਕੀੜੇ ਪਏ ਹੋਏ ਆ, ਸਾਰਾ ਪਿੰਡ ਹੀ ਥੋੜੀ ਸੰਗਲਾਂ ਨਾਲ ਬੰਨਿਆ ਹੋਇਆ, ਸਾਰਾ ਪਿੰਡ ਹੀ ਥੋੜੀ ਅੰਦਰ ਪਿਆ ਮਲ ਮੂਤਰ ਖਾਈ ਜਾ ਰਿਹਾ। ਕੋਈ ਇੱਕ ਘਰ ਕਿਸੇ ਬਜ਼ੁਰਗ ਮਾਂ-ਬਾਪ ਦੇ ਧੀ ਪੁੱਤ ਹੈ ਨਹੀਂ, ਜਾਂ ਨਾ ਹੋਇਆ ਵਰਗੇ ਨੇ, ਉਹ ਘਰ 'ਚ ਪਏ ਨੇ, ਉਹਨਾਂ ਨੂੰ ਨਾ ਕੋਈ ਨਿਭਾਉਂਦਾ, ਚੱਲਣ ਫਿਰਨ ਤੋਂ ਸਮਰੱਥ ਹੋ ਗਏ, ਨਾ ਉਹਨਾਂ ਨੂੰ ਕੋਈ ਰੋਟੀ ਖਵਾਉਂਦਾ, ਜੇ ਕੋਈ ਦੇ ਆਉਂਦਾ ਤਾਂ ਉਹਨਾਂ ਗੰਦੇ ਹੱਥਾਂ ਨਾਲ ਹੀ ਰੋਟੀ ਖਾ ਲੈਂਦੇ ਨੇ, ਉੱਥੇ ਟੋਇਲਟ ਪਈ ਆ, ਉੱਥੇ ਪ੍ਰਸ਼ਾਦੇ ਪਏ ਨੇ, ਉਵੇਂ ਉਹ ਖਾਈ ਜਾਂਦੇ। ਤੇ ਜਾਂ ਕੋਈ ਬੰਨਿਆ ਹੋਇਆ ਪਿੰਡ 'ਚ ਤੁਹਾਡੇ ਕਿਸੇ ਇੱਕ ਘਰ 'ਚ ਕੋਈ ਇੱਕ ਬੰਦਾ ਬੰਨਿਆ ਹੋ, ਕੋਈ ਮੰਨ ਲਓ ਗੁਲਾਮ ਬਣਾ ਕੇ ਰੱਖਿਆ ਹੋਇਆ, ਕੋਈ ਇੱਕ ਪਿੰਡ ਦੇ ਵਿੱਚ 2 ਘਰ ਹੋਣਗੇ, 3 ਦੇ ਘਰ ਰੱਖਿਆ ਹੋ, ਕਿੰਨੇ ਹੋਣਗੇ? ਕੋਈ ਛੱਤ ਤੋਂ ਬਿਨਾਂ ਸੌਂਦਾ, ਕੋਈ ਪਿੰਡ 'ਚ ਇੱਕ ਘਰ ਹੋ, 2 ਹੋਣਗੇ, ਕੋਈ ਨਸ਼ਿਆਂ ਦੇ ਕਰਕੇ ਆਪਣੀਆਂ ਗਲਤੀਆਂ ਦੇ ਕਰਕੇ ਉਹਨੇ ਆਪਦਾ ਵੇਚ ਵੱਟ ਲਿਆ, ਜਾਂ ਕੋਈ ਵਕਤ ਦੀ ਮਾਰ ਪੈ ਗਈ, ਸਾਡੇ ਵਾਂਗੂ ਜਿਵੇਂ ਸਾਡੇ ਬਾਪੂ ਦੇ ਬਿਮਾਰ ਹੋਣ ਤੋਂ ਬਾਅਦ ਸਾਡੀ ਜ਼ਮੀਨ ਪੈ ਗਈ, ਸਾਡੇ ਘਰ ਦਾ ਰੁਪਈਆ ਲੱਗ ਗਿਆ। ਇੱਦਾਂ ਵੀ ਹੋ ਸਕਦਾ, ਬਹੁਤ ਹੋ ਰਿਹਾ ਘਰਾਂ ਪਿੰਡਾਂ ਦੇ ਵਿੱਚ। ਤੇ ਇੱਕ ਘਰ 2 ਘਰ ਹੁੰਦੇ ਆ, 4 ਘਰ ਹੁੰਦੇ ਨੇ, ਜਿਹੜੇ ਪਿੰਡ ਦੇ ਵਿੱਚ ਇੱਕ ਮਾਂ ਪਈ ਆ ਘਰ ਦੀ, ਉਹਦੀ ਬ੍ਰੈਸਟ ਕੈਂਸਰ ਹੋਇਆ, ਤੜਫਦੀ ਆ, ਉਹ ਰੋਂਦੀ ਆ, ਟਲਾਉਂਦੀ ਆ, ਉਹਦਾ ਮੁੰਡਾ ਵਾ ਜਿਹੜਾ ਦਿਹਾੜੀ ਕਰਦਾ, ਦਿਹਾੜੀ ਦੇ ਲਿਆ ਕੇ ਪੈਸੇ ਕਮਾ ਕੇ ਆਪਣੀ ਮਾਂ ਨੂੰ ਰੋਟੀ ਤਾਂ ਖਵਾ ਸਕਦਾ, ਪਰ ਆਪਣੀ ਮਾਂ ਦਾ ਇਲਾਜ ਨਹੀਂ ਕਰਾ ਸਕਦਾ। ਜਿਹੜਾ ਦੁੱਧ ਉਹਨੇ ਚੁੰਗਿਆ, ਉਹ ਦੁੱਧ ਦੇ ਵਿੱਚ ਉਹਦੇ ਸਾਹਮਣੇ ਕੀੜੇ ਪੈ ਗਏ, ਚੋਂ ਪਸ ਨਿਕਲਦੀ ਆ, ਉਹ ਉਹਨੂੰ ਰੋਟੀ ਤਾਂ ਖਵਾ ਸਕਦਾ, ਉਹਨੂੰ ਸਾਫ਼ ਕਰ ਸਕਦਾ ਜ਼ਖਮ ਨੂੰ, ਪਰ ਉਹਦਾ ਇਲਾਜ ਨਹੀਂ ਕਰਾ ਸਕਦਾ, ਕਿਉਂਕਿ ਸਰਕਾਰੀ ਹਸਪਤਾਲ 'ਚ ਇਲਾਜ ਮਿਲ ਨਹੀਂ ਰਿਹਾ, ਤੇ ਪ੍ਰਾਈਵੇਟ ਦੇ ਵਿੱਚ ਲੱਖ ਰੁਪਈਆ ਮੰਗਦੇ ਆ, 1.5 ਲੱਖ ਮੰਗਦੇ ਆ ਵੀ ਇਹਦਾ ਬ੍ਰੈਸਟ ਦਾ ਕੈਂਸਰ ਦਾ ਆਪਰੇਟ ਕਰ ਦਿੰਦੇ ਆ, ਉਹ ਦੇ ਨਹੀਂ ਸਕਦਾ। ਰਿਸ਼ਤੇਦਾਰਾਂ ਨੇ ਘਰੇ ਆਉਣਾ ਬੰਦ ਕਰਤਾ, ਕਿਉਂਕਿ ਸਮੈਲ ਆਉਂਦੀ ਆ, ਮੁਸ਼ਕ ਮਾਰਦਾ। ਆਂਢ ਗੁਆਂਢ ਦੇ ਲੋਕਾਂ ਨੇ ਉਸ ਪਰਿਵਾਰ ਨਾਲ ਵਰਤਣਾ ਬੰਦ ਕਰਤਾ, ਕਿਉਂਕਿ ਮੁਸ਼ਕ ਮਾਰਦਾ। ਜਾਂ ਉਹ ਕੁਝ ਮੰਗੂਗਾ ਸਾਤੋਂ, ਉਹ ਸਾਡੇ ਹੱਥ ਵੱਲ ਝਾਕੂਗਾ ਵੀ ਮੈਨੂੰ ਕੁਝ ਦੇ ਜਾਓ, ਇਸ ਕਰਕੇ ਅਸੀਂ ਉਹ ਰਾਹ ਜਾਣਾ ਹੀ ਬੰਦ ਕਰ ਦਿੰਦੇ ਆ, ਉਸ ਘਰ 'ਚ ਜਾਣਾ ਹੀ ਬੰਦ ਕਰ ਦਿੰਦੇ ਆ। ਇਹ ਅਸਲ 'ਚ ਦਸਵੰਧ ਲਾਉਣ ਵਾਲੀ ਜਗ੍ਹਾ ਉਹ ਆ, ਉੱਥੇ ਖਰਚਣਾ ਚਾਹੀਦਾ ਤੁਸੀਂ ਦਸਵੰਧ ਆਪਣਾ, ਜਿਹੜਾ ਤੁਹਾਡੇ ਪਿੰਡ 'ਚ ਹੀ ਕੋਈ ਘਰ ਏਦਾਂ ਦੀ ਜ਼ਿੰਦਗੀ ਜਿਉ ਰਿਹਾ, ਤੁਹਾਡੇ ਪਿੰਡ ਦੇ ਵਿੱਚ ਹੀ ਕੋਈ ਬੱਚਾ ਅੱਖਾਂ ਦੀ ਰੋਸ਼ਨੀ ਚਲੇ ਗਈ ਉਹਦੀ, ਕੋਈ ਬਜ਼ੁਰਗ ਆ ਅੰਨਾ ਹੋ ਗਿਆ, ਕੋਈ ਬਾਪੂ ਕਾਕਾ ਸਿੰਘ ਵਰਗਾ ਪਿਛਲੇ 7-8 ਮਹੀਨੇ ਅੱਖਾਂ ਤੋਂ ਉਹਨਾਂ ਘੁੰਮਦਾ ਰਿਹਾ, ਤੇ ਜੇ ਉਹਨੇ 7-8 ਮਹੀਨੇ ਦੇ ਵਿੱਚ ਪਹਿਲੇ ਜਿਹਦਾ ਇਲਾਜ ਹੋ ਜਾਂਦਾ ਤਾਂ ਬਾਪੂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ, ਪਰ ਨਹੀਂ, ਕਿਸੇ ਨੇ ਇਲਾਜ ਕੀ ਕਰਾਉਣਾ, ਭਰਾਵਾਂ ਨੇ ਤਾਂ ਘਰੋਂ ਵੀ ਕੱਢਤਾ ਵੀ ਇਹ ਗੰਦ ਬੰਦਾ ਘਰੇ ਨਹੀਂ ਵੜਦਾ, ਕਹਿੰਦੇ ਗੰਦਾ ਬੰਦਾ, ਕਹਿੰਦੇ ਤਾਂ ਉਹੀ ਗੰਦਾ ਬੰਦਾ ਸਾਡੇ ਕੋਲ ਰਹਿ ਰਿਹਾ, ਸਾਲ ਹੋ ਗਏ, ਸਾਡੇ ਕੋਲ ਤਾਂ ਕੋਈ ਗੰਦੀ ਗੱਲ ਕੀਤੀ ਨਹੀਂ ਇਹਨੇ ਵਿਚਾਰੇ ਨੇ, ਪਰ ਇਹਦੇ ਭਤੀਜੇ ਕਹਿੰਦੇ ਤਾਂ ਗੰਦਾ ਬੰਦਾ। ਗੱਲ ਅਸੀਂ ਕਮੀਆਂ ਲੱਭਦੇ ਆ, ਗੱਲ ਅਸੀਂ ਬੰਦੇ ਦੀ ਇੱਕ ਗਲਤੀ ਫੜ ਲੈਂਦੇ ਆ। ਇੱਕ ਬੰਦਾ ਪਿਆ ਵਾ, ਉਹਨੇ ਕਿਸੇ ਸ਼ਰਾਬ ਪਲਾਤੀ ਜਾਂ ਪੀ ਲਈ, ਅਸੀਂ ਕਹਿੰਦੇ ਤਾਂ ਸ਼ਰਾਬੀ ਹੈ ਜੀ, ਆ ਦੇਖੋ ਤਾਂ ਆ ਕੁਛ ਕਰਦਾ, ਉਹਦੀ ਮਦਦ ਨਾ ਕਰਨ ਦਾ ਇੱਕ ਬਹਾਨਾ ਮਿਲ ਗਿਆ ਸਾਨੂੰ, ਉਹਦੀਆਂ ਕਮੀਆਂ ਗਿਣਨ ਦਾ ਇੱਕ ਟਾਈਮ ਮਿਲ ਗਿਆ ਵੀ ਇਹ ਗਾਲਾਂ ਕੱਢਦਾ ਜੀ। ਜਿਵੇਂ ਮਾਤਾ ਜੀ ਸੀਗੇ ਸਾਡੇ, ਮਾਤਾ ਤੇਜ ਕੌਰ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਪਏ, ਤੇ ਗੁਰੂ ਘਰ ਦੇ ਪ੍ਰਬੰਧਕ ਕਹਿੰਦੇ ਜੀ ਇਹ ਗਾਲਾਂ ਕੱਢਦੀ, ਇਹਨੂੰ ਤਾਂ ਅਸੀਂ ਗੁਰੂ ਘਰ ਨਹੀਂ ਵੜਨ ਦਿੰਦੇ। 1 ਸਾਲ ਮਾਂ ਸੜਕ ਤੇ ਸੌਂਦੀ ਰਹੀ, ਬੱਚੇ ਇਹਦੇ ਕਹਿੰਦੇ ਗਾਲਾਂ ਕੱਢਦੀ ਹੈ ਜੀ, ਅਸੀਂ ਇਹਨੂੰ ਤਾਂ ਨਹੀਂ ਘਰੇ ਵੜਨ ਦਿੰਦੇ, ਤਾਂ ਸਾਨੂੰ ਗਲਤ ਬੋਲਦੀ ਹੈ। ਕਮੀਆਂ ਨਹੀਂ, ਕਮੀਆਂ ਤਾਂ ਸਾਡੇ ਵਿੱਚ ਵੀ ਬਹੁਤ ਨੇ। ਕਮੀਆਂ ਨਾ ਲੱਭੋ, ਹਾਲਾਤ ਦੇਖ ਕੇ ਉਹਦੀ ਮਦਦ ਕਰੋ, ਉਸ ਟਾਈਮ ਦੇ ਉਹਦੇ ਹਾਲਾਤਾਂ ਨੂੰ ਪਹਿਚਾਣੋ, ਉਹਦੇ ਹਾਲਾਤਾਂ ਨੂੰ ਪਹਿਚਾਣ ਕੇ ਉਹਦੇ ਨਾਲ ਖੜੋ। ਪਿੰਡਾਂ ਦੇ ਵਿੱਚ ਜੇ ਪਿੰਡਾਂ ਦੇ ਲੋਕ ਆਪਣੇ ਆਪਣੇ ਪਿੰਡਾਂ ਦੇ ਵਿੱਚ ਹੀ ਸਾਂਭ ਲੈਣ ਨਾ, ਆਹ ਸੰਸਥਾਵਾਂ ਦੀ ਲੋੜ ਨਾ ਪਵੇ। ਆ ਜਿਹੜਾ ਅਸੀਂ ਸਵੇਰ ਤੋਂ ਸ਼ਾਮ ਤੱਕ ਆਪਦਾ ਆਪ ਜਲੂਸ ਕੱਢਦੇ ਆ, ਜਿਹੜਾ ਅਸੀਂ ਸਵੇਰ ਤੋਂ ਸ਼ਾਮ ਤੱਕ ਆਪਣੀਆਂ ਜਿਹੜੀਆਂ ਕਮੀਆਂ ਦੋਸ਼ੀਆਂ ਨੂੰ ਪੂਰੀ ਦੁਨੀਆ 'ਚ ਵੀਡੀਓ ਰਾਹੀਂ ਦਿਖਾਉਂਦੇ ਆ, ਸਾਨੂੰ ਦਿਖਾਉਣਾ ਨਾ ਪਵੇ, ਸਾਨੂੰ ਇਹਨਾਂ ਸੰਸਥਾਵਾਂ ਦੀ ਕਦੇ ਲੋੜ ਹੀ ਨਾ ਪਵੇ। ਸਾਡੀ ਮਨੁੱਖਤਾ ਦੀ ਸੇਵਾ ਸੰਸਥਾ ਵੀ ਬੰਦ ਹੋ ਜਾਣੀ ਚਾਹੀਦੀ ਆ। ਇਦਾਂ ਦੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਇਹ ਅਰਦਾਸ ਕਰਦੇ ਆ, ਸਾਡਾ ਪੰਜਾਬ ਦਾ ਹਰ ਇੱਕ ਨਾਗਰਿਕ ਇੰਨਾ ਸક્ષਮ ਹੋ ਜਾਵੇ, ਇਸ ਕਾਬਲ ਹੋ ਜਾਵੇ, ਗੁਰੂ ਸਾਹਿਬ ਦੀ ਬਖਸ਼ੀ ਹੋਈ ਦਾਤ ਜਿਹੜੀ ਦਸਵੰਧ ਦੀ ਆ ਉਹਨੂੰ ਸਹੀ ਥਾਂ ਤੇ ਲਾਉਣਾ ਸ਼ੁਰੂ ਕਰ ਦੇਵੇ, ਤਾਂ ਇਹਨਾਂ ਸੰਸਥਾਵਾਂ ਦੀ ਲੋੜ ਨਾ ਪਵੇ। ਇਹ ਸੰਸਥਾਵਾਂ ਬੰਦ ਹੋ ਜਾਣੀਆਂ ਚਾਹੀਦੀਆਂ। ਧੜ ਸੰਸਥਾਵਾਂ ਖੁੱਲੀ ਜਾਂਦੀਆਂ, ਕਾਰਨ ਕੀ ਆ? ਲੋੜ ਆ। ਲੋੜ ਕਿਵੇਂ ਪੈਦਾ ਹੋਈ ਆ? ਸਾਡੀਆਂ ਗਲਤੀਆਂ ਨਾਲ। ਅਸੀਂ ਹਰ ਮਹੀਨੇ ਹਰ ਸੀਜ਼ਨ ਤੇ ਸੌਰੀ ਕਣਕ ਝੋਨੇ ਤੇ 10-10 ਬੋਰੀਆਂ ਅਸੀਂ ਡੇਰੇ ਤੇ ਤਾਂ ਪਹੁੰਚਦੀਆਂ ਕਰ ਦਿੰਦੇ ਆ ਫਲਾਣੇ ਦਾ ਡੇਰਾ, ਆ ਧਨਕੇ ਦਾ ਡੇਰਾ, ਉੱਥੇ ਚੌਲ ਭੇਜਣੇ ਆ ਜੀ। ਪਹਿਲਾ ਚੌਲ ਪਹਿਲਾ ਪੂਰ ਕੱਢ ਕੇ ਉੱਥੇ ਭੇਜਣਾ, ਪਹਿਲੀ ਕਣਕ ਦਾ ਪੂਰ ਉੱਥੇ ਭੇਜਣਾ, ਪਰ ਅਸੀਂ ਆਪਦੇ ਪਿੰਡ ਦੇ ਵਿੱਚ ਭੁੱਖਾ ਸੌਂਦਾ ਪਰਿਵਾਰ ਦੀ ਦੇਖਦੇ। ਅਸੀਂ
ਪਹਿਲੀ ਤਨਖਾਹ ਸਾਡੇ ਬੱਚੇ ਦੀ ਆਈ ਆ, ਅਸੀਂ ਸੁੱਖ ਸੁੱਖੀ ਸੀ, ਅਸੀਂ ਉੱਤੇ ਫਲਾਣੇ ਦਾ ਦਾਰੂ ਦੀ ਪੇਟੀ ਚੜਾ ਕੇ ਆਉਣੀ ਆ, ਉੱਤੇ ਸ਼ਰਾਬ ਚੜ੍ਹਦੀ ਆ। ਉਹਦਾ ਬਾਬਾ ਬੜਾ ਕਰਨੀ ਵਾਲਾ, ਉੱਥੇ ਸ਼ਰਾਬ ਦੀ ਪੇਟੀ ਚੜਾਉਣੀ ਸੁੱਖੀ ਸੀ ਮੇਰੇ ਮੁੰਡੇ ਨੇ। ਮਾਂ ਕਹਿੰਦੀ ਆ ਵੀ ਮੇਰੇ ਮੁੰਡੇ ਨੇ ਸ਼ਰਾਬ ਦੀ ਪੇਟੀ ਸੁੱਕੀ ਹੋਈ ਆ, ਉੱਥੇ ਚੜਾ ਕੇ ਆਉਣੀ ਆ। ਪਰ ਉਹ ਸ਼ਰਾਬ ਦੀ ਪੇਟੀ ਤੇ ਲਾ ਕੇ ਪੈਸੇ ਉੱਥੇ ਲੋਕਾਂ ਨੂੰ ਢਿੱਕਦੇ ਫਿਰਨਾ, ਤੇ ਨਾਲੋਂ ਆਪਣੇ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਮਾਂ ਦੀ ਅੱਖਾਂ ਦਾ ਆਪਰੇਸ਼ਨ ਕਰਾ ਦੋ, ਜਿਹੜਾ 5000 ਚ ਹੋ ਜਾਂਦਾ। ਕੋਈ ਅੱਖਾਂ ਦਾ ਮੋਤੀਆ ਉਤਰਿਆ ਕਿਸੇ ਦਾ, ਉਹਦਾ 4-5 ਹਜ਼ਾਰ ਤੇ ਆਪਰੇਸ਼ਨ ਹੋ ਜਾਂਦਾ, ਜੇ ਬਿਨਾਂ ਕੈਂਪ ਤੋਂ ਵੀ ਆਪਾਂ ਹਸਪਤਾਲ ਸਿੱਧਾ ਜਾ ਕੇ ਵੀ ਕਰਾਈਏ। ਪਰ ਨਹੀਂ ਕਰਾਉਂਦੇ ਅਸੀਂ, ਕਿਉਂਕਿ ਉਹ ਅੱਖਾਂ ਤੋਂ ਜਿਹੜੀ ਵਾਂਝੀ ਬੈਠੀ ਮਾਂ, ਉਹਦੀਆਂ ਸਾਨੂੰ ਕਮੀਆਂ ਵੱਡੀਆਂ ਲੱਗਦੀਆਂ। ਇਹ ਤਾਂ ਉਹ ਉਹਨਾਂ ਦੀ ਆ, ਇਹਦਾ ਝੂਠ ਹੀ ਬੜਾ ਬੋਲਦੀ ਸੀ, ਇਹ ਤਾਂ ਆਪਦੀ ਨੂੰਹ ਨਾਲ ਲੜਦੀ ਸੀ, ਇਹ ਤਾਂ ਆਪਦੇ ਮੁੰਡੇ ਨੂੰ ਕਹਿੰਦੀ ਸੀ ਉਹ ਮਰ ਜਾਵੇ, ਇਹਦੀਆਂ ਅੱਖਾਂ ਤਾਂ ਜਾਣੀਆਂ ਹੀ ਆ। ਅਸੀਂ ਆਪਦੇ ਆਪ ਹੀ ਜੱਜ ਬਣ ਦਿੰਦੇ ਆ, ਅਸੀਂ ਉਹਦੀ ਮਦਦ ਨਹੀਂ ਕਰਦੇ, ਅਸੀਂ ਉਹਦੀਆਂ ਕਮੀਆਂ ਗਣਾਉਣ ਲੱਗ ਜਾਂਦੇ ਆ। ਅੱਛਾ ਇਹ ਤਾਂ ਉਹਨਾਂ ਦੀ ਆ, ਇਹਨਾਂ ਨਾਲ ਤਾਂ ਹੀ ਹੋਣਾ, ਇਹਦਾ ਮੁੰਡਾ ਬੜਾ ਪਾਪੀਆਂ ਨਸ਼ੇ ਵੇਚਦਾ, ਤੇ ਮਾਂ ਦੇ ਤਾਂ ਅੱਖਾਂ ਅੰਨੀ ਹੋਣੀ ਨਹੀਂ ਸੀ, ਇਹਦਾ ਤਾਂ ਘਰ ਵਾਲਾ ਸ਼ਰਾਬ ਪੀਂਦਾ, ਰੋਜ਼ ਉੱਥੇ ਡਿੱਗਿਆ ਪਿਆ ਹੁੰਦਾ, ਉਹ ਇਲਾਜ ਕਰਾ ਦੇਵੇ ਤਾਂ ਕਿਉਂ ਨਹੀਂ ਕਰਾਉਂਦਾ ਉਹ ਇਲਾਜ? ਰੋਜ਼ ਸ਼ਰਾਬ ਪੀਣ ਨੂੰ ਉਹਦੇ ਕੋਲ ਪੈਸੇ ਆ ਜਾਂਦੇ ਆ, ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ। ਬਾਈ ਜੀ ਕੀ ਗਲਤੀ ਆ ਉਹਦੀ? ਜੇ ਉਹਦੇ ਘਰ ਵਾਲਾ ਸ਼ਰਾਬੀ ਆ, ਕਿਸੇ ਦਾ ਪੁੱਤ ਸ਼ਰਾਬੀ ਆ, ਜੇ ਉਹ ਘਰੇ ਰੋਟੀ ਨਹੀਂ ਦਿੰਦਾ, ਜੇ ਉਹ ਘਰੇ ਇਲਾਜ ਨਹੀਂ ਕਰਾਉਂਦਾ, ਉਹਨਾਂ ਦੀ ਕੀ ਕਸੂਰ ਆ? ਹੁਣ ਕਿਸੇ ਦੇ 2 ਬੱਚੇ ਆ, ਪਿਓ ਨਸ਼ਾ ਲੱਗ ਕੇ ਚਿੱਟਾ ਲਾਉਣ ਲੱਗ ਗਿਆ, ਉਹ ਚਿੱਟੇ ਤੇ ਤਾਂ ਰੋਜ਼ 2000-3000 ਰੁਪਏ ਖਰਚਦਾ, ਪਰ ਘਰੇ ਰੋਟੀ ਨਹੀਂ ਦਿੰਦਾ। ਪਰ ਅਸੀਂ ਇਹ ਗੱਲ ਕਹਿ ਕੇ ਵੀ ਇਹਦੇ ਦਾ ਪਿਓ ਰੋਜ਼ ਨਸ਼ਾ ਕਰਦਾ, 2-3 ਹਜ਼ਾਰ ਦਾ, ਇਹ ਰੋਟੀ ਆਪ ਦੇ ਦੇਵੇ, ਅਸੀਂ ਕਿਉਂ ਦਈਏ? ਬੱਚਿਆਂ ਦਾ ਕੀ ਕਸੂਰ ਆ? ਬੱਚੇ ਕਿਹਨੂੰ ਕਹਿਣ ਜਾ ਕੇ? ਉਹਦੀ ਘਰ ਵਾਲੀ ਕਿਹਨੂੰ ਕਵੇ ਜਾ ਕੇ? ਉਹਦੇ ਕੋਲੇ ਕੌਣ ਆ ਕਹਿਣ ਨੂੰ? ਜੇ ਤੁਹਾਡੇ ਕੋਲੇ ਕਹਿੰਦੇ ਆ, ਤੁਸੀਂ ਕਹਿੰਦੇ ਲੈ ਉਹਨੂੰ ਸਮਝਾਓ, ਉਹ ਤਾਂ ਕੱਲ ਉੱਥੇ ਸ਼ਰਾਬ ਪੀ ਜਾਂਦਾ ਸੀ, ਉਹਦਾ ਉੱਥੇ ਨਸ਼ਾ ਕਰੀ ਜਾਂਦਾ ਸੀ, ਉਹਦੇ ਕੋਲ 3000 ਰੁਪਏ ਦਾ ਨਸ਼ਾ ਲੈਂਦਾ ਉਹ। ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਅਸੀਂ ਸਮਾਂ ਵਿਅਰਥ ਕਰਦੇ ਆ, ਉਸ ਤੋਂ ਬੈਟਰ ਇਹ ਆ ਵੀ ਜੇ ਅਸੀਂ ਖੁਦ ਕੁਝ ਕਰ ਸਕਦੇ ਆ ਤਾਂ ਸਾਨੂੰ ਕਰਨਾ ਚਾਹੀਦਾ। ਉਹ ਕਹਿੰਦੇ ਹੱਥ ਨਾ ਪਹੁੰਚੇ ਥੂ ਕੌੜੀ, ਵੀ ਉਹ ਗੱਲ ਆ ਸਾਡੀ ਵੀ ਅੰਗੂਰ ਖੱਟੇ ਸੀਗੇ ਤੇ ਅਸੀਂ ਕਹਿਤਾ ਵੀ ਉੱਚੇ ਸੀਗੇ ਤੋੜਨੀ ਹੋਏ ਤਾਂ ਅਸੀਂ ਕਹਿੰਦਾ ਨਹੀਂ ਜੀ ਇਹਦਾ ਖੱਟੇ ਆ। ਸਿਰਫ ਗੱਲ ਇੰਨੀ ਆ ਜੇ ਅਸੀਂ ਸਮਝੀਏ ਤਾਂ ਸਾਡੀ ਮੇਰੀ ਅੱਜ ਇਹ ਅਰਦਾਸ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵੀ, ਸੰਗਤ ਨੂੰ ਵੀ ਮੈਂ ਇਹ ਚਾਹੁੰਦਾ ਵੀ ਸਾਡੇ ਜਿਹੜੇ ਬੱਚੇ ਆ ਉਹ ਸੇਵਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਬਖਸ਼ਣ, ਉਹ ਸੇਵਾ ਕਰ ਸਕਣ। ਅੱਜ ਬੇਟੇ ਦਾ ਜਨਮ ਦਿਨ ਆ, ਇੰਨੀਆਂ ਗੱਲਾਂ ਕਰਨ ਦਾ ਕਾਰਨ ਕੀ ਆ? ਉਹ ਇਹੀ ਆ ਵੀ ਇੱਕ ਸਵਾਸ ਆ ਜਿਹੜਾ ਸਾਡਾ ਸੇਵਾ ਚ ਮਹਾਰਾਜ ਲਾਉਣ, ਅਸੀਂ ਆਖਰੀ ਸਵਾਸ ਤੱਕ ਸੇਵਾ ਕਰੀਏ। ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ, ਉਹ ਵੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਸਮਾਂ ਕੱਢੇ ਆਪਣਾ, ਉਹ ਆਪਣਾ ਜੀਵਨ ਖਾਣੇ ਤਾਂ 2 ਪ੍ਰਸ਼ਾਦੇ ਹੀ ਆ, ਤੇ ਖੁਆਇਸ਼ਾਂ ਤਾਂ ਉਹਨਾਂ ਦੀਆਂ ਵੀ ਪੂਰੀਆਂ ਨਹੀਂ ਹੋਈਆਂ ਜਿਹੜੇ ਮਹਿਲਾਂ 'ਚ ਬੈਠੇ ਆ। ਖੁਆਇਸ਼ਾਂ ਤਾਂ ਉਹਨਾਂ ਦੀਆਂ ਵੀ ਪੂਰੀਆਂ ਨਹੀਂ ਹੋਈਆਂ ਜਿਹੜੇ ਆਤਮਾ ਖਰਬਾਪਤੀ ਆ, ਉਹਨਾਂ ਦੀਆਂ ਖੁਆਇਸ਼ਾਂ ਵੀ ਕਦੇ ਪੂਰੀਆਂ ਨਹੀਂ ਹੁੰਦੀਆਂ। ਇਸ ਕਰਕੇ ਛਕਣੇ ਤਾਂ 2 ਪ੍ਰਸ਼ਾਦੇ ਆ, ਤੇ ਉਹ ਪ੍ਰਸ਼ਾਦਾ ਜੇ ਘਰ ਦਾ ਬਣਿਆ ਹੋਊਗਾ, ਜੇ ਮਾਂ ਦੇ ਹੱਥ ਦਾ ਬਣਿਆ ਹੋਊ, ਘਰ ਵਾਲੀ ਦੇ ਹੱਥ ਦਾ, ਜਾਂ ਬੱਚੇ ਦੇ ਹੱਥ ਦਾ, ਤੁਹਾਡੀ ਬੇਟੀ ਦੇ ਹੱਥ ਦਾ ਬਣਿਆ ਹੋਊ, ਜਿੰਨੀ ਉਹਦੇ ਵਿੱਚ એનર્ਜੀ ਆ, ਉਹ ਪ੍ਰਸ਼ਾਦਾ 5 ਸਟਾਰ ਹੋਟਲ ਦੇ ਵਿੱਚ ਵੀ, ਉਹਦੀ ਰੋਟੀ ਦੇ ਵਿੱਚ ਵੀ એનર્ਜੀ ਨਹੀਂ ਹੋਣੀ ਹੁੰਦੀ। ਬਸ ਗੱਲ ਸਿਰਫ ਸਮਝਣ ਦੀ ਆ, ਸਬਰ ਦੀ ਆ, ਸੰਤੋਖ ਦੀ ਆ। ਜਿੱਥੇ ਸਬਰ ਤੇ ਸੰਤੋਖ ਆ ਗਿਆ, ਉੱਥੇ ਸਭ ਕੁਝ ਹੀ ਆ ਗਿਆ। ਤੇ ਸਾਨੂੰ ਸੱਚੇ ਪਾਤਸ਼ਾਹ ਨੇ ਸਬਰ ਵੀ ਬਖਸ਼ਿਆ, ਸੰਤੋਖ ਵੀ ਬਖਸ਼ਿਆ ਹੋਇਆ। ਹੁਣ ਅਰਦਾਸ ਕਰਦੇ ਆ ਵੀ ਸਿਹਤਯਾਬੀ ਬਖਸ਼ਣ ਵਾਹਿਗੁਰੂ ਸੱਚੇ ਪਾਤਸ਼ਾਹ। ਬਸ ਇੱਕ ਬੱਚਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਵੀ ਉਹ ਸਾਡੀਆਂ ਜਿਹੜੀਆਂ ਇਸ ਸੇਵਾਵਾਂ ਦੇ ਵਿੱਚ ਹਿੱਸਾ ਪਾ ਸਕਣ, ਉਹ ਯੋਗਦਾਨ ਪਾ ਸਕਣ। ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਬਲ ਬਖਸ਼ਣ। ਆਸ-ਪਾਸ ਆਪਣੇ ਖਿਆਲ ਕਰੋ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ, ਉਹਨਾਂ ਨੂੰ ਇਸ ਰਸਤੇ ਪਾਓ ਜੇ ਪੰਜਾਬ ਨੂੰ ਬਚਾਉਣਾ। ਅੱਜ ਸਾਡੇ ਕਿਸਾਨ ਜਥੇਬੰਦੀਆਂ ਧਰਨਿਆਂ ਤੇ ਬੈਠੀਆਂ, ਥਾਂ ਤੇ ਨਾਕੇ ਧਰਨੇ ਲੱਗੇ ਹੋਏ ਨੇ, ਉਹ ਭਵਿੱਖ ਦੀ ਲੜਾਈ ਲੜ ਰਹੇ ਨੇ, ਕਿਉਂਕਿ ਸਾਡਾ ਭਵਿੱਖ ਬਹੁਤ ਧੁੰਦਲਾ ਹੋ ਚੁੱਕਿਆ। ਸਾਡੀ ਹੋਂਦ ਦੀ ਲੜਾਈ ਆ, ਸਾਡੀ ਪੰਜਾਬੀ ਮਾਂ ਬੋਲੀ ਸਾਡੇ ਤੋਂ ਖੋਈ ਜਾ ਰਹੀ ਆ, ਸਾਡੀ ਕਿਸਾਨੀ ਸਾਡੇ ਤੋਂ ਖੋਈ ਜਾ ਰਹੀ ਆ, ਸਾਡੇ ਹੱਕ ਖੋਏ ਜਾ ਰਹੇ ਨੇ। ਸਾਡੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਕੀ ਦੇ ਕੇ ਜਾ ਰਹੇ ਆ? ਦਿਹਾੜੀਆਂ। ਸਾਡੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਆਉਣ ਵਾਲੀਆਂ ਨਸਲਾਂ ਵਾਸਤੇ ਕੀ ਕਰ ਰਹੇ ਆ? ਉਹ ਆਪਣੇ ਖੇਤਾਂ ਦੇ ਵਿੱਚ, ਜਿੱਥੇ ਉਹ ਰਾਜੇ ਹੁੰਦੇ ਸੀ, ਜਿਹੜੇ ਉਹ ਪਿੰਡਾਂ ਦੇ ਵਿੱਚ, ਉਹ ਆਪਣੇ ਪਿੰਡ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਜਿਉਂਦੇ ਹੁੰਦੇ ਸੀ, ਉਹਨਾਂ ਪਿੰਡਾਂ 'ਚ, ਉਹਨਾਂ ਖੇਤਾਂ ਦੇ ਵਿੱਚ ਉਹਨਾਂ ਨੂੰ ਉਹ ਵੱਡੇ ਸੇਠਾਂ ਜ਼ਿਮੀਂਦਾਰਾਂ ਦੇ ਥੱਲੇ ਦਿਹਾੜੀਆਂ ਕਰਨੀਆਂ ਪੈਣੀਆਂ, ਮਜ਼ਦੂਰੀਆਂ ਕਰਨੀਆਂ ਪੈਣੀਆਂ।
ਇਸ ਕਰਕੇ ਸਾਨੂੰ ਅੱਜ ਇਹ ਸਿੱਖਿਆ ਲੈਣੀ ਚਾਹੀਦੀ ਆ। ਪਹਿਲਾਂ ਕਰਦੇ ਆ ਤੇ ਗੱਲ ਸਿਰਫ ਇੰਨੀ ਆ ਵੀ ਜੇ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਮਾੜਾ ਜਿਹਾ ਵੀ ਕੁਝ ਕਰ ਲਈਏ, ਉਹਨਾਂ ਦੇ ਦਿਲ 'ਚ ਜਾਗ ਲਾ ਦਈਏ, ਉਹਨਾਂ ਨੂੰ ਆਹ ਜਿਹੜੇ ਸਾਡੇ ਚਿਹਰੇ ਬੈਠੇ ਨੇ ਇਹਨਾਂ ਚਿਹਰਿਆਂ ਦੇ ਪ੍ਰਤੀ ਸੰਵੇਦਨਸ਼ੀਲ ਕਰ ਦਈਏ, ਉਹਨਾਂ ਨੂੰ ਜਿਹੜੀ ਇਸ ਟਾਈਮ ਸਾਡੇ ਸਮਾਜ ਦੀ ਲੋੜ ਆ ਉਹਦੇ ਪ੍ਰਤੀ ਅਸੀਂ ਉਹਨਾਂ ਨੂੰ ਜਾਗਰੂਕ ਕਰ ਦਈਏ, ਤਾਂ ਸਾਡਾ ਜਿਉਣਾ, ਸਾਡਾ ਜਨਮ ਲੈਣਾ ਸਫਲ ਹੋ ਗਿਆ। ਇਸ ਕਰਕੇ ਸਾਨੂੰ ਇਸ ਧਰਤੀ ਤੇ ਆ ਕੇ ਜਿਹੜਾ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 84 ਲੱਖ ਜੂਨਾਂ ਤੋਂ ਬਾਅਦ ਇਹ ਜੂਨੀ ਬਖਸ਼ੀ ਆ, ਇਹ ਜੂਨ ਦਾ ਅਸੀਂ ਸਹੀ ਤਰੀਕੇ ਨਾਲ ਜਿਉਣਾ ਸਾਰਥਕ ਕਰ ਸਕਦੇ ਆ। ਬਸ ਇੰਨੀਆਂ ਕਿ ਸਾਡੀਆਂ ਬੇਨਤੀਆਂ ਵਾ ਵੀ ਅੱਜ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰੀਏ ਵੀ ਸਾਨੂੰ ਮਹਾਰਾਜ ਸਮੱਤ ਬਖਸ਼ਣ, ਸਾਡੇ ਗਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਮੱਤ ਬਖਸ਼ਣ, ਸੱਚੇ ਪਾਤਸ਼ਾਹ ਉਹਨਾਂ ਨੂੰ ਬਲ ਬਖਸ਼ਣ, ਸੇਵਾ ਕਰ ਸਕਣ। ਆ ਸਾਡੇ ਪਰਿਵਾਰ ਦੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਇਹ ਵੱਡੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਦੇ ਵਿੱਚ ਯੋਗਦਾਨ ਪਾ ਸਕਣ, ਸੇਵਾ ਦੇ ਵਿੱਚ ਹਿੱਸਾ ਪਾ ਸਕਣ ਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਬਲ ਬਖਸ਼ਣ, ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣ ਸਕਣ। ਇਹ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਅਗਲੀ ਪੀੜ੍ਹੀ ਦੇ ਇਹ ਵਾਰਸ ਨੇ ਸਾਡੇ, ਇਹ ਕੋਮਲ ਆ, ਅਨਮੋਲ ਆ, ਇਹ ਦਿਲਪ੍ਰੀਤ ਆ, ਇਹ ਕੀਮਤ ਸਿੰਘ ਆ, ਇਹ ਕੀਮਤੀ ਤੇ ਅਨਮੋਲ ਦੋਨੋਂ ਭਰਾ ਨੇ ਤੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਬੜੇ ਮਾੜੇ ਚੰਗੇ ਸਮੇਂ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ। ਦਿਲਪ੍ਰੀਤ ਦੇ ਘਰ ਦੇ ਵਿੱਚ ਵੀ ਬੜੇ ਮਾੜੇ ਚੰਗੇ ਹਾਲਾਤਾਂ ਦੇ ਵਿੱਚੋਂ ਬੱਚਾ ਨਿਕਲ ਕੇ ਆਇਆ। ਇਹ ਵੀ ਦਿਲਪ੍ਰੀਤ ਆ, ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੱਚੇ ਨੇ ਛੋਟੀ ਉਮਰੇ ਹੀ ਬੜਾ ਕੁਝ ਦੇਖਿਆ, ਬੜੀਆਂ ਤਕਲੀਫਾਂ ਦੇਖੀਆਂ, ਆਪਣੇ ਬਾਪ ਦੇ ਕੀੜੇ ਕੱਢਦਾ ਰਿਹਾ ਇਹ ਬੱਚਾ ਉਹਦੀ ਬਾਹ ਦੇ ਵਿੱਚ। ਯਾਨੀ ਕਿ ਇਹਨਾਂ ਨੇ ਜਿਹੜਾ ਸੰਘਰਸ਼, ਇਹਨਾਂ ਨੇ ਜਿਹੜਾ ਦੁੱਖ ਇੰਨੀ ਛੋਟੀ ਉਮਰੇ ਦੇਖਿਆ ਤੇ ਉਹਨੂੰ ਇਹ ਜੇ ਉਸ ਪੀੜਾ ਨੂੰ ਆਪਣੇ ਦਿਲ 'ਚ ਲੈ ਕੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ ਤਾਂ ਇਹਨਾਂ ਨੂੰ ਸੇਵਾ ਕਰਨ ਦਾ ਜਜ਼ਬਾ, ਇਹਨਾਂ ਨੂੰ ਸੇਵਾ ਕਰਨ ਦਾ ਬਾਲਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ੇ। ਤੇ ਬਸ ਇਹ ਅਰਦਾਸ ਕਰਿਓ ਵੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵਾ ਉਹ ਸੇਵਾ ਕਰ ਸਕਣ, ਇਹਨਾਂ ਬੱਚਿਆਂ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਇਹ ਵੀ ਸਾਡੇ ਪੁੱਤ ਨੇ, ਇਹ ਵੀ ਸਾਡੀਆਂ ਜਾਨੀ ਕਿ ਉਸੇ ਤਰੀਕੇ ਸਾਡੀਆਂ ਜ਼ਿੰਮੇਵਾਰੀਆਂ ਜਿੱਦਾਂ ਸਾਡੇ ਵਾਹਿਗੁਰੂ ਨੇ ਬਖਸ਼ੇ ਹੋਏ ਜਿਹੜੇ ਸਾਡੇ ਘਰੇ ਜਨਮੇ ਹੋਏ ਬੱਚੇ ਆ, ਉਦਾਂ ਹੀ ਸਾਡੇ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਜ਼ਿੰਮੇਵਾਰੀ ਦੇ ਕੇ ਸੱਚੇ ਪਾਤਸ਼ਾਹ ਨੇ ਸਾਡੇ ਕੋਲ ਇੱਥੇ ਭੇਜਿਆ ਨਾ। ਤੇ ਅਰਦਾਸ ਕਰਿਓ ਵੀ ਅਸੀਂ ਇਹਨਾਂ ਦੀ ਸਾਰਿਆਂ ਦੀ ਇੱਕ ਚੰਗੀ ਜ਼ਿੰਦਗੀ, ਚੰਗੀ ਇੱਕ ਸਿਹਤ ਤੇ ਚੰਗੀ ਇੱਕ ਸੋਚ ਇਹਨਾਂ ਨੂੰ ਦੇ ਸਕੀਏ। ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ। ਵਾਹਿਗੁਰੂ ਜੀ ਨੇ ਅੱਜ ਸਵੇਰ ਤੋਂ ਸਾਨੂੰ ਬਲ ਬਖਸ਼ਿਆ। ਹਰ ਰੋਜ਼ ਵਾਂਗ 5 ਬਾਣੀਆਂ ਦਾ ਪਾਠ ਹੁੰਦਾ, ਅਰਦਾਸ ਹੁੰਦੀ ਆ, ਹੁਕਮਨਾਮਾ ਸਾਹਿਬ ਲਿਆ ਜਾਂਦਾ, ਸਾਰਾ ਪਰਿਵਾਰ ਸਾਡਾ ਰਲ ਮਿਲ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਆ, ਇਹ ਬੱਚੇ ਕੀਰਤਨ ਕਰਦੇ ਨੇ ਤੇ ਇਦਾਂ ਹੀ ਸਾਨੂੰ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਨਾਮ ਦਾ, ਸਿਮਰਨ ਦਾ ਬਲ ਬਖਸ਼ਣ, ਸੇਵਾ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਤਨਾਮ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ ਦੇ ਨਾਲ ਹੀ ਮਿਲਦੀ ਹੈ ਕੱਲ ਤੁਸੀਂ ਭਾਗਾ ਵਾਲਿਓ। ਸੇਵਾ ਕਰਮਾ ਦੇ ਨਾਲ ਹੀ ਮਿਲਦੀ ਹੈ ਕੱਲ ਤੁਸੀਂ ਭਾਗਾ ਵਾਲਿਓ। ਸੇਵਾ ਕਰਮਾ ਦੇ ਨਾਲ ਹੀ ਮਿਲਦੀ ਹੈ ਕੱਲ ਤੁਸੀਂ ਭਾਗਾ ਵਾਲਿਓ। ਸੇਵਾ ਕਰਮਾਂ ਦੇ ਨਾਲ ਹੀ ਮਿਲਦੀ ਹੈ, ਕਰ ਲੋ ਤੁਸੀਂ ਭਾਗਾਂ ਵਾਲਿਓ। ਸੇਵਾ ਕਰਮਾਂ ਦੇ ਨਾਲ ਹੀ ਮਿਲਦੀ ਹੈ ਕੱਲ ਤੁਸੀਂ ਭਾਗਾ ਵਾਲਿਓ। ਸੇਵਾ ਕਰਮਾਂ ਦੇ ਨਾਲ ਹੀ ਮਿਲਦੀ ਹੈ, ਕਰ ਲੋ ਤੁਸੀਂ ਭਾਗਾਂ ਵਾਲਿਓ।
ਨਾਮ ਜਪ ਨਾਮ ਜਪ ਲੈਣਾ ਮਨ ਜਿੰਦੇ ਮੇਰੀਏ ਨੀ ਔਖੇ ਵੇਲੇ ਕਾਮੇ ਆਊਗਾ ਨਾਮ ਜਪ ਲੈਣਾ ਸਾਡੇ ਗੁਰਾਂ ਨੇ ਜਹਾਜ ਬਣਾਇਆ ਆਜੋ ਸਿੰਘੋ ਪਾਰ ਨੰਗੀਏ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਜੋ ਸਿੰਘੋ ਪਾਰ ਨੰਗੀਏ ਸਾਡੇ ਗੁਰਾਂ ਨੇ ਜਹਾਜ਼